ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਪ੍ਰੋਗਰਾਮ ਪ੍ਰਾਈਮ ਫੋਕਸ ਦਾ ਸਮਾਂ ਹੋ ਗਿਆ, ਇਸ ਕਰਕੇ ਅਸੀਂ ਆਪਣੇ ਸਮੇਂ ਮੁਤਾਬਕ ਆਪ ਜੀ ਦੇ ਨਾਲ ਹਾਜ਼ਰ ਹੋ ਜਾਈਦਾ। ਅੱਜ ਦੀਆਂ ਗੱਲਾਂ ਬਾਤਾਂ ਦੇ ਵਿੱਚ ਫਿਰ ਉਹੀ ਕੁਝ ਸਿਆਸਤ ਦੀਆਂ ਗੱਲਾਂ, ਕੁਝ ਰੌਲੇ ਰੱਪੇ ਦੀਆਂ ਗੱਲਾਂ, ਕੁਝ ਬ੍ਰੇਕਿੰਗ ਨਿਊਜ਼ ਦੀਆਂ ਗੱਲਾਂ, ਕੁਝ ਸੱਚ ਸਾਹਮਣੇ ਲਿਆਉਣ ਦੀਆਂ ਗੱਲਾਂ, ਤੇ ਫਿਰ ਕੁਝ ਆਪਣੀਆਂ ਗੱਲਾਂ, ਕਿਉਂਕਿ ਉਹ ਤਾਂ ਅਸੀਂ ਅਕਸਰ ਕਰਦੇ ਰਹਿੰਦੇ ਹਾਂ ਐਂਡ ਉਹਨਾਂ ਨੂੰ ਤੁਸੀਂ ਪਸੰਦ ਵੀ ਕਰਦੇ ਹੋ। ਉਹਦੇ ਲਈ ਬੜੇ ਧੰਨਵਾਦੀ ਹਾਂ। ਨਾਲ ਆਪਣੇ ਪਰਮਵੀਰ ਬਾਠ ਹੋਣੀ, ਹੋਰ ਬਾਠ ਸਾਹਿਬ ਕਿਵੇਂ ਗੱਲਾਂ ਬਾਤਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਠੀਕ ਨੇ। ਵਿਆਹ ਠੀਕ ਰਿਹਾ ਤੁਹਾਡਾ? ਹਾਂਜੀ, ਵਿਆਹ ਤੁਹਾਡੇ ਨਾਲ ਹੀ ਸੀ। ਭਾਪੀ ਜਿਹੜਾ ਤੁਸੀਂ ਵੇਖਿਆ? ਹਾਂਜੀ, ਜਿਹੜਾ ਮੈਂ ਤੁਹਾਡੇ ਨਾਲ ਵਿਆਹ ਦੇਖਿਆ ਉਹ ਬਿਲਕੁਲ ਠੀਕ ਸੀ। ਗੁੱਡ। ਹਾਂ, ਮੈਨੂੰ ਆਇਆ ਸੀ ਵੀ ਆਪਾਂ ਦੱਸ ਦਈਏ ਵੀ ਆਹੋ, ਐਵੇਂ ਨਹੀਂ, ਮਤਲਬ ਆਹੋ ਗੱਲਬਾਤ ਨਹੀਂ, ਇੱਥੇ ਵੀ ਸਾਨੂੰ ਕਾਰਡ ਮਿਲਦਾ ਹੈ, ਕਾਰਡ। ਹਾਂ, ਐਂਡ ਕਾਰਡ ਤੇ ਜਾ ਕੇ ਸਾਨੂੰ ਇਹ ਵੀ ਨਹੀਂ ਪੁੱਛਣਾ ਪੈਂਦਾ ਵੀ ਯਾਰ ਆ ਇੱਕ ਮਿੰਟ ਨਿੱਕਿਆ ਵੇਖੇਗਾ ਮਾੜਾ ਜਿਹਾ। ਹਾਂ, ਕਹਿੰਦਾ ਕੀ ਗੱਲ ਹੋ ਗਈ ਚਾਚਾ? ਯਾਰ ਮੈਨੂੰ ਪਤਾ ਨਹੀਂ, ਤਰੀ ਵਾਲਾ ਕਾਰਡ ਹੀ ਦੇਤਾ ਉਹਨਾਂ ਨੇ, ਹੈ ਨਾ। ਇਸ ਕਰਕੇ ਤਰੀ ਵਾਲਾ ਕਾਰਡ ਨਹੀਂ ਸੀ, ਸਾਰੀ ਤਰ੍ਹਾਂ ਦਾ ਕਾਰਡ ਸੀ। ਚਲੋ ਦੇਖੋ, ਬਾਕੀ ਗੱਲਾਂ ਦੀਆਂ ਗੱਲਾਂ ਕਿ ਬੜਾ ਕੁਛ ਦੇਖਿਆ ਸੀ। ਢੋਲ ਨਾਲ ਵਾਇਲਨ ਵੱਜਦੀ ਪਹਿਲੀ ਵਾਰ ਦੇਖੀ, ਪਰ ਵੱਜੀ ਵਧੀਆ। ਆਹਾ, ਇਹ ਹੋ ਸਕਦਾ ਜੀ, ਤੁਸੀਂ ਜਦੋਂ ਵੀ ਕਿਤੇ ਵਾਇਲਨ ਸ਼ਬਦ ਸੁਣੋ, ਵਾਇਲਨ ਮਤਲਬ ਜਿਹੜੀ ਉਹ ਛੋਟੀ ਜੀ ਗਿਟਾਰ ਜੀ ਇੱਥੇ ਮੋਢੇ 'ਤੇ ਰੱਖ ਕੇ ਵਜਾਉਂਦੇ ਹੁੰਦੇ, ਆਪਾਂ ਥੋੜ੍ਹਾ ਜਿਹਾ ਆਪਾਂ ਫੀਲਿੰਗ ਸਰੰਗੀ ਟਾਈਪ ਲੈ ਲਈਏ, ਗੋਰੇ ਦੀ ਸਰੰਗੀ ਟਾਈਪ। ਉਹ ਆਮ ਤੌਰ ਤੇ ਆਪਾਂ ਬੜੀ ਮਤਲਬ ਜਾਂ ਤਾਂ ਉਹ ਦਰਦ ਭਰੀ ਜੀ ਸੁਣੀ, ਮਲੂਕ ਜੀ ਹੁੰਦੀ ਆ। ਹਾਂ, ਮਲੂਕ ਜੀ, ਹੈ ਨਾ ਜੀ। ਜਾਂ ਤਾਂ ਬੜੀ ਦਰਦ ਭਰੀ ਜੀ ਹੋਊਗੀ, ਜਾਂ ਕੁਛ ਉਹਦੇ 'ਚ ਰੋਮਾਂਟਿਕ ਜਿਹਾ ਚੱਲਦਾ ਨਜ਼ਰ ਆਊਗਾ। ਜਾਂ ਜੇ ਆਪਾਂ ਪੁਰਾਣੀਆਂ ਹਿੰਦੀ ਫਿਲਮਾਂ ਸੁਣੀਏ ਨਾ, ਉਹ ਜਿਹਦੇ 'ਚ ਉਹਦੇ ਇਸਮੇ ਸੰਗੀਤ ਦਿਆ ਹੈ ਨਾ, ਉਹ ਬਮਨ ਸਾਹਿਬ ਨੇ, ਏ ਆਰ ਰਹਿਮਾਨ ਤੱਕ ਆਈ ਗਿਆ, ਏ ਆਰ ਰਹਿਮਾਨ ਸਾਹਿਬ ਨੇ, ਹੈ ਨਾ। ਤੇ ਉਹ ਮੇਰੇ ਖਿਆਲ ਨਾਲ ਉਦੋਂ ਕਿੰਨੇ ਸਾਰੇ ਲੋਕ ਉਹ ਵਜਾਉਂਦੇ ਹੁੰਦੇ ਸੀ। ਉਹ ਲੱਗਦਾ ਸੀ ਵੀ ਯਾਰ ਇਹ ਵਾਲਾ ਜਿਹੜਾ ਹੈਗਾ ਇੰਸਟਰੂਮੈਂਟ, ਇਹਦਾ ਪੰਜਾਬੀ ਵਾਲੇ ਢੋਲ ਨਾਲ ਤਾਂ ਲਿੰਕ ਕੋਈ ਨਹੀਂ ਬਣਦਾ। ਪਰ ਉਹ ਉੱਥੇ ਆਪਾਂ ਦੇਖਿਆ ਵੀ ਵਾਇਲਨ ਇੱਕ ਸੀ, ਢੋਲ ਸੁੱਖ ਨਾਲ ਦੋ ਵੱਜਦੇ ਸੀ। ਨਹੀਂ, ਪਰ ਉਹ ਬੰਦੇ ਵਜਾਉਣ ਵਾਲੇ ਦੀ ਕਲਾ ਕਿ ਦੋ ਪੰਜਾਬੀ ਮੁੰਡੇ ਢੋਲ ਵਜਾਉਣ ਤੇ ਗੋਰਾ ਵਾਇਲਨ ਵਜਾਉਂਦਾ ਸੀ, ਤੇ ਉਹਨੇ ਫਿਰ ਮੋਢੇ ਤੋਂ ਤਿਲਕਦਾ ਜਾਵੇ ਵਾਲਾ ਜਿੱਦਾਂ ਫਿਰ ਨਾਲ ਸਟੈਪ ਕੀਤੇ ਟੱਪ ਟੱਪ ਕੇ। ਇਹਦਾ ਮਤਲਬ ਉਹਨਾਂ ਨੂੰ ਵੀ ਪਤਾ ਕਿ ਭਾਈ ਕਿੱਥੇ ਕਿਹੜੀ। ਹਾਂ, ਪਰ ਬੰਦਾ ਪ੍ਰਵੀਨ ਸੀ ਪੂਰਾ ਉਹ 'ਚ। ਨਹੀਂ ਪੂਰਾ, ਮਤਲਬ ਉਹਨੇ ਆਪਣੇ ਵੱਲੋਂ ਤਸੱਲੀ ਪੂਰੀ ਕਰਾਈ। ਮੈਨੂੰ ਵਿੱਚੋਂ ਇਹ ਲੱਗਣ ਲੱਗਾ ਮੈਂ ਇਹਨੇ ਤਾਰ ਤੂਰ ਤੋੜ ਦੇਣੀ ਵੀਰੇ, ਜੇ ਹਿਸਾਬ ਨਾਲ ਇਹ ਡਿਆ ਇਹਨੂੰ ਖਿੱਚਣ। ਪਰ ਨਹੀਂ, ਜਿੱਦਾਂ ਛਾਲਾਂ ਮਾਰਦੇ ਐਵੇਂ ਲੱਗਦਾ ਇੰਨੇ ਬੂਟ ਤੋੜ ਲੈਣੇ, ਓਏ ਇੰਨੇ ਬੂਟ ਮਹਿੰਗੇ ਭਾਅ ਦੇ। ਨਹੀਂ, ਚਲੋ ਵਧੀਆ ਜੀ, ਵਧੀਆ ਹੈ ਜੀ, ਸੋਹਣਾ। ਕਹਿਣ ਤੋਂ ਭਾਵ ਇਹ ਆ ਕਿ ਵੀ ਜਿੱਦਾਂ ਹੁਣ ਆਪਾਂ ਜਿਵੇਂ ਜਿਵੇਂ ਕਹਿੰਦੇ ਹਾਂ ਵੀ ਹੁਣ ਦੁਨੀਆ ਅੱਗੇ ਤੁਰਨ ਲੱਗ ਪਈ, ਜਿਵੇਂ ਜਿਵੇਂ ਕਹਿ ਲਓ ਕਿ ਵੀ ਹੁਣ ਗਾਂ ਨੈਕਸਟ ਜਨਰੇਸ਼ਨ ਆਉਣ ਲੱਗ ਪਈ, ਅਤੇ ਆਪਾਂ ਨੂੰ ਇਹ ਵੀ ਲੱਗਦਾ ਵੀ ਹੌਲੀ ਹੌਲੀ ਜਿਨ੍ਹਾਂ ਮੁਲਕਾਂ 'ਚ ਵੀ ਆਪਾਂ ਜਾਂਦੇ ਹਾਂ, ਉੱਥੋਂ ਦਾ ਕਲਚਰ ਵੀ ਹੌਲੀ ਹੌਲੀ ਹੁਣ ਆਪਣੇ ਨਾਲ ਘੁਲਣ ਮਿਲਣ ਲੱਗ ਪਿਆ, ਹੈ ਨਾ। ਆਪਾਂ ਦੇਖੋ ਉਸ ਵਿਆਹ 'ਤੇ ਇੱਕ ਚੀਜ਼ ਹੋਰ ਦੇਖੀ, ਉਹ ਤਾਂ ਨੋਟਿਸ ਹੀ ਨਹੀਂ ਕੀਤੀ, ਆਪਾਂ ਦੱਸੀ ਵੀ ਨਹੀਂ ਮੇਰਾ ਖਿਆਲ। ਉਹ ਸੀ ਵੀ ਵਿਆਹ 'ਤੇ ਉਹ ਬੰਦਾ ਵੀ ਘੋੜੀ 'ਤੇ ਚੜ੍ਹਨ ਵਾਲੀ ਰਸਮ ਹੁੰਦੀ ਹੈ। ਹੁਣ ਮੁੰਡਾ ਘੋੜੀ ਵੀ ਚੜ੍ਹਿਆ, ਪਰ ਇਹ ਹੁੰਦਾ ਵੀ ਆਪਣੇ ਤੌਰ 'ਤੇ ਵੀ ਯਾਰ ਘੋੜੀ ਵਾਲਾ ਮੁੰਡਾ ਪਤਾ ਨਹੀਂ ਬੰਦਾ ਯਾਰ ਕਿੱਧਰ ਗਿਆ, ਪਰ ਉੱਥੇ ਘੋੜੀ ਵਾਲਾ ਬੰਦਾ ਨਹੀਂ, ਘੋੜੀ ਵਾਲੀ ਕੁੜੀ ਸੀ ਜੀ। ਐਂਡ ਉਹ ਗੋਰੀ ਨੂੰ ਵੀ ਪਤਾ ਸੀ ਵੀ ਜੇ ਪੰਜਾਬੀਆਂ ਦਾ ਵਿਆਹ ਤਾਂ ਮੈਂ ਪੰਜਾਬੀ ਸੂਟ ਪਾ ਕੇ ਜਾਵਾਂ, ਹੈ ਨਾ। ਮਤਲਬ ਉਹਨਾਂ ਨੂੰ ਵੀ ਪਤਾ ਵੀ ਜਿਹੋ ਜਿਹੀ ਡਿਮਾਂਡ ਆ ਭਾਈ ਸਾਹਿਬ ਉਸ ਹਿਸਾਬ ਨਾਲ ਚਲੋ, ਨਹੀਂ ਤੇ ਜਿੱਦਾਂ ਦਾ ਉਹ ਲਿਸ਼ਕ ਪੁਸ਼ਕ ਜਿਹਾ ਘੋੜੇ ਦਾ ਕੀਤਾ ਸੀ, ਹੋ ਸਕਦਾ ਉੱਧਰਲੇ ਜਿਹੜੇ ਜਾਂ ਇੱਧਰ ਵਾਲੇ ਮਤਲਬ ਜਿਹੜੇ ਦੂਸਰੇ ਜਿਹੜੇ ਗੋਰੇ ਘੋੜੇ ਹੋਣ, ਉਹ ਦੇਖ ਕੇ ਹੈਰਾਨ ਹੋਣੇ, ਯਾਰ ਇਹ ਮਤਲਬ ਕਮਾਲ ਹੋ ਗਈ, ਮਤਲਬ ਕਿੱਦਾਂ ਦਾ ਤਿਆਰ ਸ਼ਿਆਰ ਹੋ ਕੇ ਗਿਆ ਉੱਥੇ। ਬਾਕੀ ਤਾਂ ਸਾਰੇ ਵਿਆਹਾਂ ਦੀ ਆਪੋ ਆਪਣੀ ਇੱਕ ਨੇਚਰ ਹੁੰਦੀ ਆ, ਪਰ ਇੰਨੀ ਗੱਲ ਜ਼ਰੂਰ ਹੈ ਕਿ ਆਪਾਂ ਕਈ ਵਾਰੀ ਦੇਖਿਆ ਕਿ ਹੁਣ ਪੰਜਾਬ ਦੇ ਵਿਆਹਾਂ 'ਚ ਥੋੜ੍ਹੀ ਜਿਹੀ ਫਾਰਮੈਲਿਟੀ ਰਹਿ ਗਈ ਆ। ਬੰਦਾ ਮੌਕੇ 'ਤੇ ਆਉਂਦਾ, ਕੱਪੜੇ ਕੁੱਪੜੇ ਬਚਾਉਂਦਾ ਰਹਿੰਦਾ ਕਿ ਕਿਸੇ ਨੂੰ ਜੱਫੀ ਨਾ ਹੀ ਪਾਉਣੀ ਪਵੇ, ਪਰ ਲੋਕ ਅਜੇ ਆਪਣਾਤਨਾ ਮਿਲਦੇ ਆ, ਇੱਕ ਦੂਜੇ ਨੂੰ ਵਧੀਆ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਐਂ ਨਹੀਂ ਕਿ ਭਾਈ ਫਾਰਮੈਲਿਟੀ ਜੀ ਆ ਕੇ ਤਾਂ ਟਿਕ ਜਾ ਕੇ ਬਹਿ ਗਏ, ਤਾਂ ਜਿਹਨੇ ਫਿਰ ਭੰਗੜਾ ਪਾਉਣਾ ਉਹਨੇ ਦਿਖਾਉਣ ਨੂੰ ਨਹੀਂ ਪਾਉਣਾ, ਉਹਨੇ ਪਾਉਣ ਨੂੰ ਹੀ ਪਾਉਣਾ ਕਿ ਭਾਈ ਆਪਣਾ ਮਨੋਰੰਜਨ ਕਰਨਾ। ਤੇ ਉਹ ਚੀਜ਼ਾਂ ਜਿਹੜੀਆਂ ਅਜੇ ਤੱਕ ਸੋਝ ਸਵਾਦ ਦਿੰਦੀਆਂ। ਜੀ, ਇਹ ਗੱਲ ਹੈਗੀ ਆ। ਸੋ ਇਹ ਅਸੀਂ ਤਾਂ ਆਪ ਜੀ ਦੇ ਨਾਲ ਉਹ ਗੱਲਾਂ ਸਾਂਝੀਆਂ ਕੀਤੀਆਂ, ਕਿਉਂਕਿ ਅਸੀਂ ਵਿੱਚ ਤਾਂ ਤੁਹਾਨੂੰ ਇਹ ਦੱਸਦੇ ਵੀ ਰਹਿੰਦੇ ਹਾਂ ਵੀ ਜਿਹੜਾ ਹੁਣ ਪੰਜਾਬੋਂ ਬਾਹਰ ਕਈ ਤਰ੍ਹਾਂ ਦਾ ਪੰਜਾਬ ਵਸਦਾ, ਉਸ ਪੰਜਾਬ 'ਚ ਪੰਜਾਬੀ ਕਿੱਦਾਂ ਜੀਉਂਦੇ ਆ। ਅਤੇ ਆਪਾਂ ਹੁਣ ਮੋੜਾ ਕੱਟੀਏ ਪੰਜਾਬ ਵਾਲੇ ਪਾਸੇ, ਅਤੇ ਪੰਜਾਬ 'ਚ WhatsApp ਉਹ ਦਿਨ ਆ ਗਏ ਜਦੋਂ ਨਿੱਕੀਆਂ ਨਿੱਕੀਆਂ ਡੱਡੀਆਂ ਨਜ਼ਰ ਆਉਣ ਲੱਗ ਪੈਣੀਆਂ। ਹੋਰ ਮਹੀਨੇ ਖੰਡ ਤੱਕ ਉਹ ਵੱਡੇ ਵੱਡੇ ਡੱਡੂ ਬਣ ਜਾਣੇ, ਫਿਰ ਗੜਿਆਂ ਦੀਆਂ ਆਵਾਜ਼ਾਂ ਵੀ ਆਉਣਗੀਆਂ। ਉਹ ਸਮਾਂ ਆ ਗਿਆ ਜਦੋਂ ਸਵੇਰੇ ਤੇ ਹੋ ਸਕਦਾ ਵੀ ਉਸੇ ਚਿੱਕੜ 'ਚ ਨਿਆਣੇ ਦਾ ਵੀ ਜੀਅ ਕਰੇ ਵੀ ਮੈਂ ਵੜ ਕੇ ਨਾ ਤੇ ਮੈਂ ਲਿਬੜਨਾ ਹੀ, ਅਤੇ ਜੇ ਦੁਪਹਿਰੇ ਜੇ ਕਿਤੇ ਉਸੇ ਪਾਣੀ ਨੂੰ ਹੱਥ ਲੱਗ ਜਾਏ ਤੇ ਫਿਰ ਜਿੱਦਾਂ ਸਲੈਂਸਰ 'ਤੇ ਲਿਖਿਆ ਹੁੰਦਾ ਹਾਏ ਤੱਤਾ, ਇੱਦਾਂ ਹੁੰਦਾ। ਮਤਲਬ ਉਹ ਵਾਲਾ ਸਮਾਂ 14 ਤਰੀਕ ਤੋਂ, ਕਿਉਂਕਿ ਝੋਨੇ ਦੀ ਲਵਾਈ ਦਾ ਕੰਮ ਹੋ ਗਿਆ ਸੀ ਸ਼ੁਰੂ, ਅਤੇ ਉਹ ਹੁਣ ਸ਼ੁਰੂ ਹੋ ਗਿਆ। ਦੇਖੋ ਹੁਣ ਸਾਰੇ ਪਾਸੇ ਨਜ਼ਰ ਆਊਗਾ, ਜਿਨ੍ਹਾਂ ਨੇ ਸਿੱਧਾ ਲਾਉਣਾ ਸੀ ਸਿੱਧਾ ਤਾਂ ਲਾ ਲਿਆ, ਕਿਸੇ ਪਾਸੇ ਪਨੀਰੀ ਪੱਟਣਗੇ, ਇੱਕ ਪਾਸੇ ਟਰੈਕਟਰ 'ਤੇ ਕਈ ਵਾਰੀ ਬੰਦਾ ਸਕੂਟਰ 'ਤੇ 4 ਕੇ ਗੁੱਛੀਆਂ ਰੱਖੀ ਲੈ ਜਾਂਦਾ ਹੁੰਦਾ, ਯਾਰ ਇੰਨੀ ਕੁ ਥੋੜ੍ਹੀ ਹੈਗੀ ਤੁਹਾਡੇ ਪਨੀਰੀ, ਯਾਰ ਆਹ ਪਨੀਰੀ ਹੈਗੀ। ਉਹ ਕਹਿੰਦਾ ਯਾਰ ਹੈਗੀ ਤਾਂ ਹੈ, ਪਹਿਲਾਂ ਸਾਡੇ 2 ਕਿਆਰੇ ਰਹਿੰਦੇ ਆ,
ਉਹ ਲਾ ਲੈਣ ਦੇ ਬਾਅਦ ਚ ਲੈ ਜਾਓ, ਮੁੜ ਕੇ ਭਾਵੇਂ ਵਾਹੁਣੀ ਪੈਂਦੀ ਆ ਵਿੱਚ। ਇਹਦੇ ਤੋਂ ਇਲਾਵਾ ਸੰਧਾਲੀਆ ਸਾਹਿਬ ਬੱਟਾਂ ਲਿਪਣੀਆਂ ਪੈਣੀਆਂ, ਤੇ ਬਹੁਤੀ ਵਾਰੀ ਦੁਪਹਿਰੇ ਜਦੋਂ ਸੜਦੀ ਦੁਪਹਿਰ ਹੋਣੀ ਐ ਬਲਦੀ ਉੱਪਰਲੇ ਪਾਸਿਓਂ ਐ ਤਿੱਖਾ ਸੂਰਜ, ਫਿਰ ਬੰਦਾ ਉਸ ਵੇਲੇ ਭੱਜ ਕੇ ਜਾ ਕੇ ਨੱਕਾ ਮੋੜ ਕੇ ਆ ਕੇ ਬਹੁਤੀ ਵਾਰੀ ਹੁੰਦਾ ਕਿ ਚੜੇ 'ਚ ਪੈਰ ਵਿੱਚ ਪਾ ਕੇ ਠੰਡੇ ਪਾਣੀ ਦੇ ਬਹਿੰਦਾ, ਯਾਰ ਉਹ ਹੋ ਸੜ ਗਿਆ ਸੀ ਪੈਰ ਦਾ। ਹਾਂਜੀ, ਸੋ ਇਹ ਉਹ ਰੁੱਤ ਹੈ ਜੀ, ਇਹ ਰੁੱਤ ਆਪਾਂ ਕਤਲਾਂ ਦੀ ਰੁੱਤ ਵੀ ਕਹਿ ਸਕਦੇ। ਹੁਣ ਤੁਸੀਂ ਕਹਿਣਾ ਕਤਲਾਂ ਦੀ ਰੁੱਤ ਕਿੱਦਾਂ, ਦੇਖੋ ਕਤਲ ਕਿਹਦੇ ਹੁੰਦੇ ਆ ਜੀ। ਇੱਕ ਤੇ ਕਿਉਂਕਿ ਸੁੱਕੀਆਂ ਕਣਕ ਵਾਲੀਆਂ ਵੱਟਾਂ ਹੁੰਦੀਆਂ ਤੇ ਜਾਂ ਪੈਲੀ 'ਚ ਵੀ ਕਿਸੇ ਵੇਲੇ ਰੋਡਾਂ ਹੁੰਦੀਆਂ, ਜਦੋਂ ਪਾਣੀ ਪੂਣੀ ਪੈਂਦਾ ਤੇ ਫਿਰ ਚੂਹੇ ਨਿਕਲਦੇ ਚੰਗੇ ਬਾਹਰ, ਫਿਰ ਹੁਣ ਉਹਦਾ ਕੁਛ ਨਾ ਕੁਛ ਤੇ ਕਰਨਾ ਹੀ ਪੈਣਾ। ਹੁਣ ਜਿਹੜਾ ਟੱਕਰ ਜਾਂਦਾ ਸਾਹਮਣੇ, ਜਿਹੜਾ ਭੱਜ ਗਿਆ ਜਿਹੜਾ ਹੱਥ ਆ ਗਿਆ। ਹਾਂ, ਫਿਰ ਅੱਜ ਕੱਲ੍ਹ ਕਿਉਂਕਿ ਹੁਣ ਪਹਿਲਾਂ ਤਾਂ ਕਣਕ ਦਾ ਕਰਕੇ ਬਹੁਤਾ ਨਹੀਂ, ਪਰ ਹੁਣ ਤਾਂ ਕੱਲੀ ਵੱਟ ਤੇ ਕੱਲੇ ਕਿਆਰੇ 'ਚ ਜਾਣਾ ਪੈਣਾ, ਇਸ ਕਰਕੇ ਨਾਗ ਦੇਵਤਾ ਵੀ ਨਜ਼ਰ ਆ ਜਾਂਦਾ। ਫਿਰ ਉਹਦੇ ਨਾਲ ਵੀ ਸਾਹਮਣਾ ਆਉਂਦਾ, ਕੁਛ ਲੋਕ ਕਹਿੰਦੇ ਵੀ ਚਲੋ ਛੱਡੋ ਯਾਰ ਸਾਰੀ ਧਰਤੀ ਇਹਨਾਂ ਦੀ ਹੈ, ਕੁਛ ਜਿਹਨੂੰ ਲੱਗਦਾ ਵੀ ਹਾਂ ਹੁਣ ਸਾਹਮਣੇ ਟੱਕਰਾ ਹੋ ਗਿਆ ਤੇ ਕੁਛ ਨਾ ਕੁਛ ਡਾਂਗ ਸੋਟਾ ਕਰਨਾ ਮੁੜ ਕੇ ਨੇ ਤਾਂ ਤੰਗ ਕਰੂਗਾ, ਫਿਰ ਉਹ ਵੀ ਗੱਲ ਹੋ ਜਾਂਦੀ ਹੈ। ਸੋ ਉਹ ਜਿਹੜਾ ਕੰਮ ਉਹਦੇ ਵੀ ਦੇਣ ਆ ਗਏ, ਮੈਂ ਕਿਹਾ ਆਪਾਂ ਦੱਸ ਦਈਏ ਨਾਲ। ਨਹੀਂ, ਜ਼ਰੂਰੀ ਹੈ ਜੀ। ਮਾਝਾ ਤੇ ਦੁਆਬਾ ਦੋ ਖੇਤਰਾਂ ਦੇ ਵਿੱਚ 14 ਤਰੀਕ ਤੋਂ ਲੱਗਣਾ ਸ਼ੁਰੂ ਹੋ ਗਿਆ। ਜਿਹੜਾ ਕੰਡਿਆਲੀਦਾਰ ਦੇ ਨੇੜਲਾ ਜਾਂ ਪਾਰਲਾ ਖੇਤਰ ਹੈ ਉੱਥੇ 10 ਤੋਂ ਹੀ ਸ਼ੁਰੂ ਹੋ ਗਿਆ, ਕਿਉਂਕਿ ਅੱਗੇ 4 ਜ਼ੋਨ ਬਣਾਏ ਸੀ, ਤਰੀਕਾਂ ਵੱਖੋ ਵੱਖਰੀਆਂ ਸੀ, 3-3 4-4 ਦਿਨ ਛੱਡ ਕੇ। ਕਿਸਾਨ ਜਥੇਬੰਦੀਆਂ ਨੇ ਜ਼ਮੀਨੀ ਪੱਧਰ ਤੇ ਉੱਤੇ ਆਪਣੀ ਔਕੜ ਦੱਸੀ, ਨਹੀਂ ਜੀ ਕਿ ਇਦਾਂ ਸਰਦਾ ਨਹੀਂ ਸਾਡਾ, ਵੀ ਔਖਾ ਹੋ ਜਾਊਗਾ ਆਹ ਕੰਮ ਜਿਹੜਾ ਉਹ ਥੋੜਾ ਟੇਢਾ। ਉਹ 4 ਦੀ ਜਗ੍ਹਾ ਦੇ ਉੱਤੇ ਮੀਟਿੰਗ ਕਰਕੇ ਅਗਲੇ ਨੇ 2 ਜ਼ੋਨ ਕਰਤੇ ਸੀ। ਮਾਲਵਾ ਸਾਰਾ 17 ਤਰੀਕ ਤੋਂ ਤਿਆਰੀ ਰੱਖੋ ਭਾਈ, ਕੱਦੂ ਕਰਕੇ, ਜਿਨ੍ਹਾਂ ਤੋਂ ਝੋਨਾ ਲਵਾਉਣਾ ਹੈ ਜਾਂ ਆਪ ਲਾਉਣਾ ਹੈ, ਜਿਨ੍ਹਾਂ ਨੇ ਪਨੀਰੀ ਪੱਟਣੀ ਹੈ, ਕੱਦੂ ਕਰਨਾ ਹੈ, 32 ਕਿੰਨੇ ਘੰਟੇ ਆਉਂਦੀ ਹੈ। ਪਰ ਪੰਜਾਬ ਸਰਕਾਰ ਲਈ ਚੁਣੌਤੀ ਹੈ। ਪਹਿਲਾ ਝੋਨਾ ਪੰਜਾਬ ਦੇ ਵਿੱਚ ਗੈਰ ਕਾਂਗਰਸ ਗੈਰ ਅਕਾਲੀ ਸਰਕਾਰ ਦਾ ਇਹ ਪਹਿਲਾ ਝੋਨਾ। ਇਹ ਨਹੀਂ ਕਿ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਨੇ ਉੱਥੇ ਪਜਾਮੇ ਟੰਗ ਕੇ ਗੋਡਿਆਂ ਦਾ ਕਾਬ ਝੋਨਾ ਲਾਉਣਾ ਹੈ, ਗੁੱਛੀਆਂ ਬੰਨਣੀਆਂ, ਕਿਉਂਕਿ ਚੱਕ ਕੇ ਗੁੱਛੀ ਮਾਰਨੀ ਹੁੰਦੀ ਨਾ ਬੰਦੇ ਨੇ, ਉਹ ਪਰਲੇ ਪਾਸੇ ਵੀ 4 ਕ ਉਧਰ ਸਿੜਤੀਆਂ 4 ਕ ਉਧਰ, ਇਦਾਂ ਨਹੀਂ। ਉਹਨਾਂ ਨੇ 32 ਦਾ ਪ੍ਰਬੰਧ ਕਰਨਾ ਹੈ ਕਿ ਜੇ ਤਾਂ 8 ਘੰਟੇ 32 ਨਿਰਵਿਘਨ ਇੱਕੋ ਵਾਰੀ ਦੇ ਦਿੱਤੀ ਜਾਊਗੀ ਤਾਂ ਠੀਕ ਹੈ, ਨਹੀਂ ਤਾਂ ਫਿਰ ਕਈ ਵਾਰੀ ਕੰਮ ਔਖਾ ਹੁੰਦਾ, ਕਿਉਂਕਿ ਜੇ 8 ਘੰਟੇ ਤੋਂ ਘੱਟ ਦਿੱਤੀ ਕਈ ਵਾਰੀ ਫਿਰ ਕੱਦੂ ਹੀ ਨਹੀਂ ਹੁੰਦਾ। ਜਦੋਂ ਤੱਕ ਕੱਦੂ ਹੁੰਦਾ ਉਦੋਂ ਤੱਕ ਫਿਰ ਲੇਬਰ ਨਹੀਂ ਲੱਭਦੀ, ਜਦੋਂ ਤੱਕ ਲੇਬਰ ਲੱਭਦੀ ਫਿਰ ਕੱਦੂ ਨਹੀਂ ਹੁੰਦਾ। ਹਾਂ, ਸੋ ਕੱਦੂ ਦੀ ਵੀ ਗੱਲ ਹੁੰਦੀ ਹੈ ਜੀ। ਬਾਕੀ ਚਲੋ ਬੱਤੀ ਵਾਲੇ ਮੰਤਰੀ ਆਪਣੇ ਹਰਪੰਜ ਸਿੰਘ ਜੀਟੀਓ ਸਾਹਿਬ, ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਪ੍ਰਬੰਧ ਸਾਡੇ ਵੱਲੋਂ ਪੂਰੇ ਆ, ਬਾਕੀ ਇੱਧਰੋਂ ਉੱਧਰੋਂ ਮਾੜਾ ਮੋੜ ਕਿਤੇੋਂ ਸੰਕੋਚ ਕੇ ਤੇ ਜਿੱਥੇ ਲੋੜ ਹੈ ਅਸੀਂ ਬੱਤੀ ਪੂਰੀ ਕਰਾਂਗੇ। ਚੰਗੀ ਗੱਲ ਹੈ, ਚਲੋ ਕਰਨੀ ਵੀ ਚਾਹੀਦੀ ਹੈ, ਕਿਉਂਕਿ ਇਹੋ ਸਮਾਂ ਇੱਕ ਰਾਂ ਝੋਨਾ ਲੱਗ ਗਿਆ, ਥੋੜਾ ਜਿਹਾ ਜੜ ਫੜ ਗਿਆ, ਉਹ ਜਾਣੇ ਕੱਲ੍ਹ ਨੂੰ ਜੇ ਮੀਂਹ ਥੋੜ੍ਹੇ ਜਿਹੇ ਸਵਖਤੇ ਪੈਣ ਲੱਗ ਪੈਣ, ਯਾਨੀ ਕਿ ਵੇਲੇ ਨਾ ਪੈਣ ਲੱਗ ਪੈਣ ਤੇ ਪਲ ਜੂਗਾ, ਜੇ ਪਲ ਜੂਗਾ ਤੇ ਵੀ 4 ਛਿੱਲੜ ਜੁੜ ਜਾਣਗੇ। ਵੈਸੇ 4 ਛਿੱਲੜ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਮੂੰਗੀ ਲਾਈ ਸੀ ਉਹਨਾਂ ਨੂੰ ਜੁੜਨ ਲੱਗ ਪਏ ਆ। ਤੇ ਮੇਰੇ ਖਿਆਲ ਨਾਲ ਆਪਾਂ ਕੱਲ੍ਹ ਹੀ ਗੱਲ ਕਰਦੇ ਸੀ ਵੀ ਉਹ ਕਿਉਂਕਿ ਕਿਸੇ ਥਾਵਾਂ ਦੇ ਉੱਪਰ ਮੁਸ਼ਕਲ ਆਉਂਦੀ ਪਈ ਹੈ ਵੀ ਯਾਰ, ਹੈ ਨਾ, ਵੀ ਯਾਰ ਮੂੰਗੀ ਵੇਚਣ ਦੇ ਵਿੱਚ ਉਹਦੇ 'ਚ ਰੇੜਕਾ ਇਹ ਸੀਗਾ, ਕਿਉਂਕਿ ਬਹੁਤ ਸਾਰਾ ਆੜਤੀ ਭਾਈਚਾਰਾ ਸੀ, ਉਹ ਕਹਿੰਦੇ ਸਾਨੂੰ ਬਾਹਰ ਰੱਖਿਆ ਯਾਰ। ਹੁਣ ਕਿਉਂਕਿ ਇਹ ਬੜੀ ਸਹੂਲਤ ਹੈ ਵੀ ਜੇ ਪਿੰਡੋਂ ਤੁਰਨਾ ਆੜਤੀ ਨੂੰ ਕਹਿ ਦੇਣਾ ਵੀ ਸ਼ਾਹ ਜੀ ਤੁਸੀਂ ਪ੍ਰਬੰਧ ਕਰ ਲਓ, ਤੇ ਸ਼ਾਹ ਜੀ ਜਾਣਨ, ਸ਼ਾਹ ਜੀ ਦੇ ਜਾਣੇ ਕੰਮ। ਹਾਂ, ਜਿਹੜਾ ਵੀ ਉਹਨਾਂ ਦਾ ਕੋਈ ਕਮਿਸ਼ਨ ਬਣਦਾ ਉਹ ਅਗਲਿਆਂ ਨੇ ਲੈ ਲੈਣਾ। ਪਹਿਲਾਂ ਸਰਕਾਰ ਨੇ ਰੋਕਿਆ ਸੀ ਤੇ ਹੁਣ ਸਰਕਾਰ ਨੇ ਕਹਿਤਾ ਵੀ ਨਹੀਂ ਕਿਵੇਂ ਕਰੋ ਕੰਮ ਤੁਸੀਂ। ਜੀ, ਨਹੀਂ ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਹੁਣ ਆੜਤੀ ਵੀ ਚਲੋ, ਕਿਉਂਕਿ ਇੱਕ ਧਿਰ ਗੁੱਸੇ ਹੋਵੇ ਚੰਗਾ ਨਹੀਂ ਲੱਗਦਾ। ਉਹਨਾਂ ਨੇ ਡਾਇਰੈਕਟ ਪੇਮੈਂਟ ਦੀ ਗੱਲ ਕੀਤੀ ਸਰਕਾਰ ਨੇ ਕਿ ਮੂੰਗੀ ਵੇਚੋ, ਸਿੱਧੇ ਪੈਸੇ ਤੁਹਾਡੇ ਖਾਤੇ 'ਚ। ਹੁਣ ਆੜਤੀਆਂ ਨੂੰ ਵਿੱਚ ਜਦੋਂ ਸ਼ਾਮਲ ਕੀਤਾ ਤਾਂ ਪੈਸੇ ਲੈਣ ਦੇਣ ਦਾ ਢੰਗ ਤਰੀਕਾ ਕੀ ਹੋਊਗਾ, ਸਰਕਾਰ ਕਲੀਅਰ ਕਰ ਦਿਓ। ਨਾਲ ਦੀ ਨਾਲ ਸੰਧਾਲੀਆ ਸਾਹਿਬ ਸਰਕਾਰ ਨੇ ਇੱਕ ਹੋਰ ਫੈਸਲਾ ਵੀ ਕਰਤਾ। ਦੇਖੋ, ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਮੰਡੀਆਂ ਦੇ ਵਿੱਚੋਂ ਮੂੰਗੀ ਵੇਲੇ ਸਿਰ ਵਿਕੇ ਤੇ ਵੇਲੇ ਸਿਰ ਪੈਸੇ ਮਿਲਣ ਕਿਸਾਨ ਨੂੰ, ਅਗਲੀ ਵਾਰ ਦੇ ਲਈ ਰਾਹ ਪੱਧਰਾ ਹੋਏ। ਦੂਜੇ ਪਾਸੇ ਲਾਇਸੈਂਸ ਬਣਾਉਣਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ। ਆਮ ਹੀ ਚੱਲਦਾ ਹੁੰਦਾ ਯਾਰ ਲਾਇਸੈਂਸ ਬਣਾਉਣਾ, ਅੱਛਾ ਕਹਿੰਦੇ ਮੁੰਡਾ ਵੱਡਾ ਹੋ ਗਿਆ, ਕੁੜੀ ਵੱਡੀ ਹੋ ਗਈ, ਲਾਇਸੈਂਸ ਬਣਾਉਣਾ, ਕਹਿੰਦੇ ਕੋਈ ਗੱਲ ਨਹੀਂ ਪਹਿਲਾਂ ਕੱਚਾ ਬਣਨਾ, ਫਿਰ ਕੋਈ ਗੱਲ ਨਹੀਂ 3 ਕੁ ਮਹੀਨਿਆਂ ਦੇ ਵਿੱਚ ਪੱਕਾ ਬਣਾ ਦੇਵਾਂਗੇ। ਫਾਰਮ ਕਿੱਥੋਂ ਲੈਣਾ ਹੈ, ਫਾਰਮ ਭਰ ਕੇ ਜਮ੍ਹਾਂ ਕਿੱਥੋਂ ਕਰਾਉਣਾ ਹੈ, ਹੋਰ ਫਾਰਮੈਲਿਟੀਆਂ ਕਿਹੜੀਆਂ ਪੂਰੀਆਂ ਕਰਨੀਆਂ, ਨਾਲ ਜਨਮ ਸਰਟੀਫਿਕੇਟ ਚਾਹੀਦਾ, ਕੀ ਚਾਹੀਦਾ। ਉਹ ਕੋਈ ਗੱਲ ਨਹੀਂ ਬੰਦਾ ਆਪਣਾ ਹੈਗਾ, ਫੋਨ ਕਰ ਲਿਓ ਤੁਹਾਨੂੰ ਬਾਹਰ ਹੀ ਮਿਲ ਲਊਗਾ। ਉਹਨੇ ਸਾਰਾ ਕੰਮ ਕਾਰ ਆਪੇ ਹੀ ਕਰਾ ਦੇਣਾ ਹੈ, ਤੁਸੀਂ ਘਬਰਾਉਣ ਦੀ ਨਾ, ਫੋਟੋ ਖਿਚਾਉਣ ਆਉਣਾ ਹੀ ਬਸ। ਤੇ ਲੋਕਾਂ ਨੂੰ ਦਿਹਾੜੀ ਭੰਨ ਕੇ ਜਾਣਾ ਪੈਂਦਾ ਸੀ, ਮੁੜ ਕੇ ਫਿਰ ਦਿਹਾੜੀ ਭੰਨ ਕੇ ਜਾਣਾ ਪੈਂਦਾ ਸੀ। ਤੇ ਭਗਵੰਤ ਮਾਨ ਮੁੱਖ ਮੰਤਰੀ ਹੋਰਾਂ ਨੇ ਆਪਣੀ ਸਰਕਾਰ ਵੱਲੋਂ ਹੁਣ ਐਲਾਨ ਕਰ ਦਿੱਤਾ, ਕਹਿੰਦੇ ਜੀ ਲਰਨਿੰਗ ਲਾਇਸੈਂਸ ਬਣਾਉਣ ਲਈ ਜਾਣ ਦੀ ਕਿਤੇ ਲੋੜ ਨਹੀਂ, ਆਨਲਾਈਨ ਇਸ ਵੈਬਸਾਈਟ ਤੇ ਜਾਓ, ਜਾ ਕੇ ਐਪਲੀਕੇਸ਼ਨ ਫਾਰਮ ਭਰ ਦਿਓ, ਸੌਖਾ ਆਧਾਰ ਕਾਰਡ ਅਪਲੋਡ ਕਰ ਦਿਓ, ਪਤਾ ਲੱਗ ਜੂਗਾ ਤੁਹਾਡੀ ਉਮਰ ਕਿੰਨੀ ਆ। ਉਹਦੇ ਤੋਂ ਬਾਅਦ ਛੋਟਾ ਜਿਹਾ ਇੱਕ ਟੈਸਟ ਹੋਊਗਾ, ਉਹ ਦੇ ਦਿਓ। ਜੇ ਤੁਸੀਂ ਟੈਸਟ ਦੇ ਵਿੱਚੋਂ ਪਾਸ ਹੋ ਗਏ, ਉਸੇ ਵੇਲੇ ਤੁਹਾਡਾ ਲਰਨਿੰਗ ਲਾਇਸੈਂਸ ਤਿਆਰ ਆ, ਪ੍ਰਿੰਟ ਕੱਢ ਲਓ। ਜਾਣੀ ਕਿ ਪਹਿਲਾਂ ਦਫ਼ਤਰ ਕਿਸੇ ਜਾਣਾ, ਫਿਰ ਉਹ ਲੈਣ ਜਾਣਾ ਲਾਇਸੈਂਸ, 2 ਦਿਨ ਉਹ ਬਚ ਗਿਆ, ਕਿਰਾਇਆ ਭਾੜਾ ਬਚ ਗਿਆ। ਫਿਰ ਰਾਹ ਦੇ ਵਿੱਚ ਜਿਹੜੇ ਵਿਚੋਲੇ ਰੁਪਈਆ ਟਕਾ ਪੈਸਾ ਧੇਲਾ ਕੋਈ ਨਾ ਕੋਈ ਲੈਂਦੇ ਸੀ, ਜੁਗਾੜ ਜਿਹਾ ਲਾਉਂਦੇ ਸੀ,
ਉਧਰਲੇ ਪਾਸੇ ਵੀ ਕੰਮ ਨਿਬੜ ਗਿਆ ਕਿ ਭਾਈ ਹੁਣ ਦੇਖ ਲਓ ਕਿੰਨੇ ਕੁ ਜਣੇ ਕਰ ਪਾਉਂਦੇ ਆ, ਕਿੰਨੇ ਕੁ ਨਹੀਂ, ਇਹ ਬਾਅਦ 'ਚ ਪਤਾ ਲੱਗੂ। ਮੈਂ ਪੜ੍ਹ ਰਿਹਾ ਸੀ sarthi.parivahan.gov.in, ਮੈਂ ਕਿਹਾ ਯਾਦ ਤੇ ਕਰੀਏ, ਨਹੀਂ ਜ਼ਰੂਰੀ ਆ। ਸੋ ਇਸ ਪੋਰਟਲ ਤੇ ਜਾ ਕੇ ਜੇ ਜਵਾਕ ਹੁਣ ਥੋੜਾ ਜਿਹਾ ਗਾਂਹ ਕੋਈ ਸਕੂਟਰ ਮੋਟਰਸਾਈਕਲ ਭੂੰਡੀ ਚਲਾਉਣ ਜੋਗਾ ਹੋ ਗਿਆ, ਲਰਨਿੰਗ ਲਾਇਸੈਂਸ ਚਾਹੀਦਾ, ਤੇ ਉਹ ਇਹ ਆਨਲਾਈਨ ਸੇਵਾ ਜਿਹੜੀ ਇਹਦਾ ਫਾਇਦਾ ਲੈ ਸਕਦਾ। ਬਾਕੀ ਇਹਨੂੰ ਫਾਇਦਾ ਲੈਣ ਤੋਂ ਪਹਿਲਾਂ ਚਲਾ ਕੇ ਦੇਖਿਓ ਕਿਵੇਂ ਚੱਲਦੀ ਕਿਵੇਂ ਨਹੀਂ ਚੱਲਦੀ, ਉਹਦੀ ਟਿੱਪਣੀ ਜ਼ਰੂਰ ਕਰ ਦਿਓ। ਆਉਣ ਵਾਲੇ ਦਿਨਾਂ 'ਚ ਸਾਨੂੰ ਵੀ ਦੱਸ ਦਿਓ, ਜੇ ਠੀਕ ਚੱਲੂ ਤੇ ਥਾਪੜਾ, ਤੇ ਜੇ ਨਾ ਚੱਲੂ ਤੇ ਫਿਰ ਗੱਲ ਤੇ ਕਰਨੀ ਪੈਣੀ। ਇੱਥੇ ਇੱਕ ਗੱਲ ਹੈਗੀ ਆ ਸੰਧਾਲੀਆ ਸਾਹਿਬ, ਬਹੁਤ ਸਾਰੇ ਲੋਕ ਹੋ ਸਕਦਾ ਕਹਿਣ ਜੀ ਉਹ ਕਿੱਥੋਂ ਫਾਰਮ ਭਰਨਾ, ਕਿੱਦਾਂ। ਲਰਨਿੰਗ ਲਾਇਸੈਂਸ ਬਹੁਤਾ ਕਰਕੇ ਨਵੀਂ ਜਨਰੇਸ਼ਨ ਨੇ ਬਣਾਉਣਾ, ਯੰਗ ਆ ਜਿਹੜੇ, ਤੇ ਜੇਬ 'ਚ ਫੋਨ ਹੈਗਾ, ਇੰਟਰਨੈਟ ਹੈਗਾ, ਮਾੜਾ ਮੋਟਾ ਕੰਮ ਚਲਾ ਹੀ ਲੈਂਦੇ ਆ। ਹੋਰ ਨਹੀਂ ਕੁਛ ਤਾਂ 50 ਰੁਪਏ ਦੇ ਕੇ, ਵੈਸੇ ਗੱਲ ਹੀ ਕਰਦਾ ਪ੍ਰੈਕਟੀਕਲੀ ਜਿੱਦਾਂ ਆਪਾਂ ਕੰਮ ਕਰਨ ਦਾ ਤਰੀਕਾ, ਸ਼ਹਿਰੋਂ ਜਾ ਕੇ ਕੈਫੇ ਵਾਲੇ ਤੋਂ ਕਰਾਇਓ ਬੰਦਾ, ਪਰ ਉਹਦਾ ਸ਼ਹਿਰ ਜਾਣ ਦਾ ਜੁਗਾੜ, ਵੱਡੇ ਸ਼ਹਿਰ ਜਾਣ ਦਾ, ਦੂਰ ਜਾ ਕੇ ਲਾਈਨ 'ਚ ਲੱਗਣ ਦਾ, ਇੱਧਰ ਉੱਧਰ ਲੁੱਟ ਖਸੁੱਟ ਦਾ ਬਚ ਸਕਦਾ। ਹੋਰ ਦੇਖੋ 5 ਲੱਖ ਕੁਛ ਹਜ਼ਾਰ ਦੀ ਗਿਣਤੀ ਦੱਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਕਿ 1 ਸਾਲ 'ਚ 5 ਲੱਖ ਤੋਂ ਵੱਧ ਲੋਕਾਂ ਨੇ ਲਰਨਿੰਗ ਲਾਇਸੈਂਸ ਪੰਜਾਬ 'ਚ ਬਣਾਇਆ। ਆਬਾਦੀ ਵੱਧ ਰਹੀ ਹੈ ਜੀ, ਜਨਸੰਖਿਆ ਵਾਲਾ ਮੀਟਰ ਟੈਂ 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 ਕਰਦਾ ਹੈ, ਤੇ ਲੋਕ ਫਿਰ ਹਰ ਸਾਲ ਇੰਨੇ ਆਉਣੇ ਆ। ਜੇ 5 ਲੱਖ ਬੰਦੇ ਦੇ ਵਿੱਚੋਂ ਮੰਨ ਲਓ 4 ਲੱਖ ਬੰਦਾ ਵੀ ਆਨਲਾਈਨ ਲਰਨਿੰਗ ਲਾਇਸੈਂਸ ਲੈ ਲੈਂਦਾ, ਸੰਧਾਲੀਆ ਸਾਹਿਬ, ਇਹਦਾ ਮਤਲਬ ਕਿ 8 ਲੱਖ ਗੇੜਾ ਬਚ ਗਿਆ। 8 ਲੱਖ ਬੰਦੇ ਨੇ ਤੇਲ ਦਾ, ਕਿਰਾਏ ਭਾੜੇ ਦਾ ਖਰਚ ਵੀ ਬਚਾਇਆ, ਉਹ ਬੰਦਾ ਸੜਕ ਤੇ ਵੀ ਨਹੀਂ ਗਿਆ, ਭੀੜ ਵੀ ਘਟੀ, ਐਕਸੀਡੈਂਟ ਵੀ ਘਟਿਆ, ਰਿਸ਼ਵਤ ਵੀ ਘਟੀ, ਤੇ ਸਭ ਤੋਂ ਵੱਡੀ ਗੱਲ ਹੈ ਕਿ ਦਫ਼ਤਰਾਂ ਦੇ ਵਿੱਚ ਜਿਹੜਾ ਕੰਮ ਦਾ ਬੋਝ ਬਹੁਤ ਜ਼ਿਆਦਾ ਪੈ ਜਾਂਦਾ ਉਹ ਵੀ ਘਟ ਗਿਆ। ਇਹਦੇ ਤੋਂ ਇਲਾਵਾ ਜੇ ਆਪਾਂ ਹੋਰ ਬਹੁਤ ਕੁਝ ਦੇਖਣਾ ਹੋਵੇ ਕਿ ਇਹਦੇ ਨਾਲ ਇਹ ਵੀ ਪਤਾ ਲੱਗ ਜੂਗਾ ਕਿ ਨੌਜਵਾਨ ਪੀੜ੍ਹੀ ਨੂੰ ਹੋਰ ਕਿਹੜੀ ਸਰਵਿਸ ਜਿਹੜੀ ਇਦਾਂ ਦਿੱਤੀ ਜਾ ਸਕਦੀ ਹੈ। ਸੌਖਾ ਪ੍ਰੋਸੈਸ ਹੈ ਕਿ ਆਧਾਰ ਕਾਰਡ ਚਾਹੀਦਾ, ਆਧਾਰ ਕਾਰਡ ਅਪਲੋਡ ਕਰ ਦਿਓ, ਟੈਸਟ ਮੜ ਜਾ ਪਾਸ ਕਰ ਲਿਓ, ਉਸੇ ਵੇਲੇ ਪ੍ਰਿੰਟ ਕੱਢ ਲਓ, ਕੰਮ ਤੁਹਾਡਾ ਨਿਬੜ ਗਿਆ। ਸੋ ਇਹ ਬੜਾ ਜ਼ਰੂਰੀ ਹੈ। ਚਲੋ ਚੰਗੀ ਗੱਲ ਹੈ ਜੇ ਆਨਲਾਈਨ ਸੇਵਾਵਾਂ ਜਿਹੜੀਆਂ ਵੀ ਹੋ ਸਕਦੀਆਂ ਉਹ ਸਰਕਾਰ ਕਰ ਦੇਵੇ, ਕਿਉਂਕਿ ਕਈ ਤਾਂ ਐਵੇਂ ਨਗੂਣੀਆਂ ਗੱਲਾਂ ਹੁੰਦੀਆਂ ਐਂਡ ਉਹਨਾਂ ਨਗੂਣੇ ਕੰਮਾਂ ਬਦਲੇ ਬੰਦੇ ਦੇ ਗੇੜੇ ਜ਼ਿਆਦੇ ਲੱਗਦੇ ਆ, ਤੇ ਉਹਦੇ ਵਿੱਚ ਫਸਿਆ ਬੰਦਾ ਅਜੀਬੋ ਗਰੀਬ ਸਥਿਤੀ 'ਚ ਰਹਿੰਦਾ। ਸੋ ਜੇ ਕਰ ਦਿੱਤਾ ਜਾਵੇ ਸਾਰਾ ਕੁਝ ਸੁਖਾਲਾ, ਤੇ ਅਸੀਂ ਕਵਾਂਗੇ ਵੀ ਸ਼ਾਬਾਸ਼। ਇੱਕ ਹੋਰ, ਜਿੱਥੋਂ ਪਹਿਲਾਂ ਬਣਦੇ ਸੀ ਉਹ ਸੇਵਾ ਜਾਰੀ ਰਹੂਗੀ। ਮੰਨ ਲਓ ਕੋਈ ਬੰਦਾ ਕਹਿੰਦਾ ਜੀ ਮੇਰੇ ਤੋਂ ਨਹੀਂ ਇੰਟਰਨੈਟ ਚੱਲਦਾ, ਅਪਲੋਡ ਨਹੀਂ ਹੋਇਆ, ਸਾਈਟ ਖੜ ਗਈ, ਜਾਮ ਹੀ ਹੋ ਗਈ, ਪਤਾ ਨਹੀਂ ਆਵੇ ਕਿ ਨਾ ਆਵੇ, ਮੁੜ ਕੇ ਨਿਕਲਿਆ ਹੀ ਨਹੀਂ ਜੀ ਪ੍ਰਿੰਟ ਆਊਟ, ਕੁਝ ਵੀ ਹੋ ਸਕਦਾ। ਉਹ ਕਹਿੰਦੇ ਜਿੱਥੋਂ ਜਿਹੜੇ ਸੇਵਾ ਸੁਵਿਧਾ ਕੇਂਦਰ ਤੋਂ ਤੁਸੀਂ ਪਹਿਲਾਂ ਬਣਵਾਉਂਦੇ ਸੀ ਉੱਥੋਂ ਵੀ ਜਿਹੜੇ ਉਹ ਬਣਦੇ ਰਹਿਣਗੇ, ਤੁਸੀਂ ਘਬਰਾਓ ਨਾ, ਜਿਹੜਾ ਆਨਲਾਈਨ ਕਰ ਸਕਦਾ ਆਨਲਾਈਨ ਕਰ ਲਓ। ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਵੀ ਕਈ ਸਰਵਿਸਿਜ਼ ਆਨਲਾਈਨ ਹੋਈਆਂ ਸੀ, ਲੋਕਾਂ ਨੂੰ ਫਾਇਦਾ ਹੋਇਆ ਸੀ। ਜਦੋਂ ਸੇਵਾ ਕੇਂਦਰ ਜਾਂ ਸੁਵਿਧਾ ਕੇਂਦਰ ਜਾਂ ਸਾਂਝ ਕੇਂਦਰ ਖੁੱਲੇ, ਜਿਹੜੀ ਵੀ ਸਰਕਾਰ ਨੇ ਖੋਲੇ, ਉਹਦਾ ਲਾਭ ਹੁੰਦਾ। ਸਰਕਾਰਾਂ ਇਹ ਪ੍ਰਕਿਰਿਆ ਜਾਰੀ ਰੱਖਣ, ਲੋਕਾਂ ਦੀ ਖੱਜਲ ਖਰਾਬੀ ਬੰਦ ਹੋਣੀ ਚਾਹੀਦੀ ਹੈ। ਇੱਕ ਸੰਧਾਲੀਆ ਸਾਹਿਬ ਨਾਲ ਹੀ ਗੱਲ ਜਿਹੜੀ ਹੋਰ ਮੈਨੂੰ ਯਾਦ ਆ ਗਈ ਕਿ ਬਹੁਤੀ ਵਾਰੀ ਅਸੀਂ ਨਿਰਾਸ਼ ਹੋ ਜਾਂਦੇ, ਅਸੀਂ ਕਹਿੰਦੇ ਨੇ ਹਾਂ ਉੱਥੇ ਕੱਖ ਨਹੀਂ ਰੱਖਿਆ, ਇੱਥੇ ਕੱਖ ਨਹੀਂ ਰੱਖਿਆ, ਪੁਲਿਸ ਮਾੜੀ ਹੈ ਜੀ, ਫੌਜ ਦਾ ਇਦਾਂ ਜੀ, ਬੜਾ ਕੁਝ ਕਹਿੰਦੇ ਆ। ਤੁਸੀਂ ਦੇਖੋ ਕਿ ਛੱਤੀਸਗੜ੍ਹ ਦੇ ਵਿੱਚ ਇੱਕ 10 ਸਾਲ ਦਾ ਮੁੰਡਾ ਡਿੱਗ ਪਿਆ ਸੀ ਨਾ ਬੋਰ ਦੇ ਵਿੱਚ, 106 ਘੰਟੇ ਉਹ 60 ਫੁੱਟ ਡੂੰਘੇ ਬੋਰ 'ਚ ਡਿੱਗਿਆ ਰਿਹਾ, ਜਾਨੀ ਖੇਡਦਾ ਸੀ, ਬੋਰ 'ਚ ਡਿੱਗ ਪਿਆ। ਘਰ ਦੇ ਜਦੋਂ ਲੱਭਣ ਲੱਗੇ 2 ਘੰਟੇ ਉਹ ਆਵਾਜ਼ਾਂ ਸੁਣੀਆਂ, ਕਹਿੰਦੇ ਜੀ ਉਹ ਫਿਰ ਬੋਰ 'ਚੋਂ ਆਵਾਜ਼ਾਂ ਆਉਂਦੀਆਂ ਸੀ। ਤੁਸੀਂ ਇਹ ਦੇਖੋ ਕਿ ਲਗਾਤਾਰ ਲੱਗੇ ਰਹੇ 106 ਘੰਟੇ, ਨਾਲ ਉਹਦੇ ਟੋਆ ਪੁੱਟਿਆ, ਫਿਰ ਇਧਰਲੇ ਪਾਸੇ ਸੁਰੰਗ ਕੱਢੀ। ਜਦੋਂ ਸੁਰੰਗ ਕੱਢਦੇ ਸੀ 1.5 ਦਿਨ ਪਹਿਲਾਂ ਲੱਗਾ ਕਿ ਭਾਈ ਮੁੰਡਾ ਕੱਢ ਲਿਆਉਣਾ, ਹੁਣ 106 ਘੰਟੇ 5 ਦਿਨ ਬਣਦੇ ਆ। ਉਹਨੂੰ ਫਿਰ ਉੱਥੇ NDRF ਵਾਲੇ ਵੀ ਆ ਗਏ, SDRF ਵਾਲੇ ਵੀ ਆ ਗਏ, ਫੌਜ ਵਾਲੇ ਵੀ ਆ ਗਏ, ਪੁਲਿਸ ਵਾਲੇ ਵੀ ਆ ਗਏ, ਸਾਰੇ ਲੱਗੇ ਰਹੇ ਛੱਤੀਸਗੜ੍ਹ ਦੇ ਵਿੱਚ ਕਿ ਭਾਈ ਮੁੰਡਾ ਕੱਢਣਾ ਹੈ, ਸਧਾਰਨ ਪਰਿਵਾਰ ਦਾ ਬੱਚਾ। ਉਹਨੂੰ ਕਦੇ ਉੱਥੋਂ ਪਾਣੀ, ਆਕਸੀਜਨ ਉੱਪਰਲੇ ਪਾਸਿਓਂ ਪਾਈਪ ਦੇ ਰਾਹੀਂ, ਕਦੇ ਕੇਲੇ। ਪਹਿਲੇ 1.5 ਦਿਨ ਤਾਂ ਉਹ ਖਾਂਦਾ ਰਿਹਾ, ਉਹਦੀ ਆਵਾਜ਼ ਵੀ ਆਉਂਦੀ ਰਹੀ, ਫਿਰ ਹੌਲੀ ਹੌਲੀ ਉਹਦੀ ਸਰਗਰਮੀ ਘਟੀ ਜਾਂਦੀ ਸੀ। ਤੁਸੀਂ ਇਹ ਦੇਖੋ ਕਿ 106 ਘੰਟੇ ਸੰਧਾਲੀਆ ਸਾਹਿਬ ਬਹੁਤ ਹੁੰਦੇ ਆ। ਜੇ ਬੱਚਾ ਬਹੁਤ ਛੋਟਾ ਹੋਵੇ ਉਹਨੂੰ ਪਤਾ ਨਹੀਂ ਹੁੰਦਾ, 10 ਸਾਲਾਂ ਦੇ ਬੱਚੇ ਨੂੰ ਤਾਂ ਕੁਛ ਨਾ ਕੁਛ ਪਤਾ ਵੀ ਹੋਣਾ। ਮੈਂ ਕਹਿੰਦਾ ਕਿ ਉਹ ਵੀ ਹਿੰਮਤੀ ਰਿਹਾ। ਬਾਕੀ ਜਿਹੜੇ ਵੀ ਭਾਵੇਂ ਭਾਰਤੀ ਫੌਜ ਵਾਲੇ ਸੀ, ਭਾਵੇਂ ਸਥਾਨਕ ਪੁਲਿਸ ਵਾਲੇ ਸੀ, ਭਾਵੇਂ ਬਾਕੀ ਏਜੰਸੀਆਂ ਜਿਹੜੀਆਂ ਸਾਡੀਆਂ ਆਫਤ ਰੋਕੂ ਜਿਹੀਆਂ ਹੁੰਦੀਆਂ, ਉਹ ਸਾਰੀਆਂ ਏਜੰਸੀਆਂ ਵਾਲਿਆਂ ਨੇ, ਕਿਉਂਕਿ ਜਦੋਂ ਇਹ ਨੇੜੇ ਚਲੇ ਗਿਆ ਸੀ ਉਹਦੇ, ਕਿਉਂਕਿ ਪਹਿਲਾਂ ਮੰਨ ਲਓ ਕਿ ਬੱਚਾ ਇੱਧਰ ਪਾਈਪ ਦੇ ਵਿੱਚ ਡਿੱਗਿਆ, ਇੱਧਰਲੇ ਪਾਸੇ ਨਾਲ ਦੀ ਟੋਆ ਕੱਢਿਆ, ਤੇ ਉਹਦੇ ਵਿੱਚ ਦੀ ਜਦੋਂ ਇਹਦਾ ਸੁਰੰਗ ਬਣਾਉਣੀ ਸੀ, ਰਸਤੇ ਚਟਾਨ ਆ ਗਈ, ਐਨ ਪੱਥਰ ਪੂਰਾ। ਹੁਣ ਜੇ ਤਾਂ ਚਟਾਨ ਨੂੰ ਮਸ਼ੀਨਾਂ ਦੇ ਨਾਲ ਕਰਦੇ ਸੀ ਤਾਂ ਕਿਉਂਕਿ ਬੱਚੇ ਦੇ ਉੱਤੇ ਮਿੱਟੀ ਕੁਛ ਹੋਰ ਡਿੱਗ ਸਕਦਾ ਸੀ, ਉਹਨੂੰ ਹੌਲੀ ਹੌਲੀ ਕਰਕੇ ਹੱਥਾਂ ਦੇ ਨਾਲ ਭੰਨ ਕੇ ਤੇ ਕੁਝ ਘੰਟੇ ਪਹਿਲਾਂ ਬੱਚਾ ਜਿਹੜਾ ਉਹਨਾਂ ਨੇ ਬਾਹਰ ਕੱਢ ਲਿਆ। ਸੋ 10 ਸਾਲਾਂ ਦਾ ਬੱਚਾ ਜਿਹੜਾ ਰਾਹੁਲ, ਉਹਨਾਂ ਹਸਪਤਾਲ ਦੇ ਵਿੱਚ, ਅਪੋਲੋ ਹਸਪੀਟਲ ਰਾਏਪੁਰ ਦੇ ਵਿੱਚ, ਤੇ ਉਮੀਦ ਹੈ ਕਿ ਐਨ ਚੰਗੀ ਤਰ੍ਹਾਂ ਸਿਹਤਯਾਬ ਹੋ ਕੇ ਉੱਥੋਂ ਆ ਜਾਊਗਾ ਘਰੇ।
ਚਲੋ ਬਚ ਗਿਆ, ਮੈਂ ਨਾ ਵੀ ਸ਼ੁਕਰ ਆ। ਪਹਿਲੀ ਗੱਲ ਤੇ ਇਹ ਵੀ ਦੇਖੋ ਜਿੰਨਾ ਲੰਮਾ ਉਹਨੇ ਸਫ਼ਰ ਉਹਦੇ ਚ ਕੱਟਿਆ, ਤੁਸੀਂ ਆਪ ਸੋਚ ਕੇ ਦੇਖਿਓ, ਆਪਾਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਸਿੱਧੇ ਵੀ ਪੈ ਰਹੀ ਹੈ ਨਾ, ਕਿਤੇ ਹੋਰ ਕੁਝ ਨਹੀਂ ਵੀ ਬਹੁਤੀ ਨੀਂਦ ਆਈ ਹੋਵੇ ਤੇ ਸਰਾਣਾ ਹੀ ਥੋੜਾ ਜਿਹਾ ਪੁੱਠਾ ਜਿਹਾ ਲਿਆ ਜਾਵੇ ਤੇ ਸਵੇਰ ਨੂੰ ਮੈਂ ਧੌਣ ਫੜ ਕੇ ਬੈਠਾ ਦਾ ਵੀ ਉਹ ਪਤਾ ਨਹੀਂ ਯਾਰ ਰਾਤੀ ਇਦਾਂ ਹੋ ਗਿਆ। 106 ਘੰਟੇ ਉਹ ਕਿਤੇ ਉਹਦੇ ਵਿੱਚ ਕਿਤੇ ਗਰਾਊਂਡ ਥੋੜਾ ਸੀ ਜਿੱਥੇ ਫਸਿਆ ਰਿਹਾ ਬਸ, ਹੈ ਨਾ। ਫਿਰ ਵੀ ਚਲੋ ਉਹਨੇ ਹੌਸਲਾ ਰੱਖਿਆ। ਇੱਕ ਆਪਾਂ ਬੇਨਤੀ ਜ਼ਰੂਰ ਕਰੀਏ ਵੀ ਦੇਖੋ, ਇਹ ਹਰੇਕ ਮੇਰੇ ਖਿਆਲ ਨਾਲ 15 20 ਦਿਨੀ ਮਹੀਨੇ ਬਾਅਦ ਇਹ ਖਬਰ ਇਹੋ ਜਿਹੀ ਆ ਜਾਂਦੀ ਹੈ ਵੀ ਇੱਥੇ ਇਦਾਂ ਹੋ ਗਿਆ ਜੀ, ਇੱਥੇ ਇਦਾਂ ਹੋ ਗਿਆ, ਇੱਥੇ ਇਦਾਂ ਹੋ ਗਿਆ। ਮੈਂ ਨਾ ਵੀ ਜੇ ਤੁਹਾਡੇ ਲਾਗੇ ਬਨੇ ਕਿਤੇ ਵੀ ਹੈ, ਕਿਸੇ ਵੇਲੇ ਹੁੰਦਾ ਵੀ ਹਾਂ ਫਲਾਨਿਆਂ ਦਾ ਬੋਰ ਆ, ਸਾਨੂੰ ਕੀ ਬੋਰ ਫਲਾਨਿਆਂ ਦਾ, ਪਰ ਜਵਾਕ ਫਲਾਨਿਆਂ ਦਾ ਨਹੀਂ, ਜਵਾਕ ਤੁਹਾਡਾ ਆਪਣਾ ਵੀ ਹੋ ਸਕਦਾ। ਸੋ ਮੈਨੂੰ ਲੱਗਦਾ ਵੀ ਜਿੱਥੇ ਕਿਤੇ ਵੀ ਇਹੋ ਜਿਹਾ ਕੋਈ ਖੁੱਲ੍ਹਾ ਬੋਰਵੈਲ ਹੈ, ਚਾਹੇ ਕੋਈ ਸੀਵਰ ਆ ਜਿਹਨੂੰ ਆਪਾਂ ਮੈਨ ਹੋਲ ਜਿਹਾ ਕਹਿ ਦਿੰਦੇ ਹਾਂ, ਕੁਛ ਵੀ ਹੈਗਾ ਇਹੋ ਜਿਹਾ, ਉਹਨੂੰ ਜ਼ਰੂਰ ਢੱਕਣ ਦਾ ਕੰਮ ਆਪ ਕਰ ਲਿਆ ਜਾਵੇ ਜਾਂ ਰਲ ਮਿਲ ਕੇ ਕਰ ਲਿਆ ਜਾਵੇ, ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹ ਕਰ ਲੈਣ। ਕਿਉਂਕਿ ਹਰੇਕ ਕੰਮ ਜਦੋਂ ਆਪਾਂ ਸਰਕਾਰ ਵੱਲ ਦੇਖਦੇ ਨਾ, ਸਰਕਾਰ ਨੂੰ ਤਾਂ ਉਦੋਂ ਚੇਤਾ ਆਉਂਦਾ ਜਦੋਂ ਕੋਈ ਭਾਣਾ ਵਾਪਰ ਜਾਂਦਾ ਜੀ। ਸੋ ਮੇਰੇ ਖਿਆਲ ਨਾਲ ਇਹ ਵਾਲੀਆਂ ਡਿਊਟੀਆਂ, ਹਾਲਾਂਕਿ ਲੱਗਦਾ ਹੁੰਦਾ ਵੀ ਯਾਰ ਸਾਨੂੰ ਕੀ ਲੋੜ ਹੈ, ਪਰ ਜਦੋਂ ਇਹੋ ਜਿਹਾ ਕੁਝ ਵਾਪਰ ਜਾਂਦਾ ਫਿਰ ਜਾਪਦਾ ਵੀ ਨਹੀਂ ਯਾਰ ਸੱਚੀ ਲੋੜ ਹੈ। ਤੇ ਮੈਨੂੰ ਇਹ ਵੀ ਲੱਗਦਾ ਸੰਧਾਲੀਆ ਸਾਹਿਬ ਕਿ ਉੱਥੇ ਕਈ ਵਾਰੀ ਹੁੰਦਾ ਕਿ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਇਕੱਲੇ ਨੁਕਸ ਕੱਢਣ ਲੱਗ ਪਏ ਨੇ, ਸੂਬਾ ਭਾਵੇਂ ਕੋਈ ਹੋਵੇ। ਆ ਦੇਖੋ ਜੀ ਖੁੱਲਾ, ਸਭ ਤੋਂ ਪਹਿਲਾਂ ਤਾਂ ਇਹ ਨਾ ਹੋਵੇ ਕਿ ਫੇਸਬੁੱਕ ਦੇ ਉੱਤੇ ਵੀਡੀਓ ਬਣਾ ਕੇ ਪਾ ਕੇ ਘਰ ਨੂੰ ਤੁਰ ਜਾਓ। ਜਦੋਂ ਤੱਕ ਕੋਈ ਉਹਦਾ ਅਗਾਊਂ ਪ੍ਰਬੰਧ ਨਹੀਂ ਹੁੰਦਾ, ਟੈਲੀਫੋਨ ਕਰਕੇ ਪੰਚਾਇਤ ਸੱਦ ਦਿਓ, ਕੌਂਸਲਰ ਸੱਦ ਲਓ, ਘੱਟੋ ਘੱਟ ਉਹਦੇ ਵਿੱਚ ਕੋਈ ਹੋਰ ਬੰਦਾ ਡਿੱਗ ਨਾ ਪਵੇ। ਇੱਟਾਂ ਰੱਖਣੀਆਂ, ਕੱਪੜਾ ਬੰਨਣਾ ਹੈ, ਆਲੇ ਦੁਆਲੇ ਖਤਰਾ ਦੱਸਣਾ ਹੈ, ਕੁਝ ਵੀ ਕਰਨਾ ਜੋ ਵੀ ਪੋਸੀਬਲ ਹੋਵੇ, ਜਿਹਦੇ ਨਾਲ ਕਿ ਦੂਰੋਂ ਹੀ ਬੰਦੇ ਨੂੰ ਪਤਾ ਲੱਗ ਜਾਏ ਕਿ ਭਾਈ ਇੱਥੇ ਖਤਰਾ ਹੈ, ਉਹ ਕਰਕੇ ਤੇ ਉਹਦੇ ਤੋਂ ਬਾਅਦ ਅਗਲੇ ਪਾਸੇ ਜਾਓ ਤੇ ਉੱਥੇ ਸਾਰਿਆਂ ਨੂੰ ਕੰਪਲੇਂਟਾਂ ਕਰਨੀਆਂ ਚਾਹੀਦੀਆਂ ਕਿ ਭਾਈ ਇੱਥੇ ਇਹ ਚੀਜ਼ ਹੈ ਨਹੀਂ ਗੀ, ਤੁਰੰਤ ਕਰਨੀ ਚਾਹੀਦੀ। ਅਸੀਂ ਕਿਹੜੇ ਕਾਲੇ ਛੁਨੇ, ਆਮ ਤੌਰ ਤੇ ਬੰਦਾ ਸਕੂਟਰ ਤੇ ਜਾਂਦਾ ਹੁੰਦਾ, ਮੰਨ ਲਓ ਕਿ ਤੁਸੀਂ ਸੀਵਰੇਜ ਦਾ ਢੱਕਣਾ ਹੈ ਨਹੀਂ, ਉਹ ਆਪ ਬੰਦਾ ਬਚ ਗਿਆ 2 ਮਿੰਟ, ਆਹ ਦੇਖੋ ਨਾ ਢੱਕਣ ਲਾਇਆ ਨਹੀਂ ਐ ਕਰਕੇ ਨਾਲ ਹੀ ਗਿਰ ਪਾਇਆ ਕੜਕ ਗਾਨ। ਯਾਨੀ ਇਹਦਾ ਮਤਲਬ ਹੁੰਦਾ ਕਿ ਮੈਂ ਬਚ ਗਿਆ, ਕੋਈ ਹੋਰ ਭਾਵੇਂ ਹੁਣ ਡਿੱਗ ਪਏ। ਉੱਥੇ ਸਾਨੂੰ ਥੋੜਾ ਜਿਹਾ ਧਿਆਨ ਰੱਖਣਾ ਪਊਗਾ। ਇਹ ਬੜਾ ਜ਼ਰੂਰੀ ਆ। ਇਹ ਉਹ ਕੰਮ ਨੇ ਜੀ ਜਿਹੜੇ ਆਪਾਂ ਹਰੇਕ ਨੂੰ, ਸਰਕਾਰ ਨੂੰ ਦੋਸ਼ੀ ਨਹੀਂ ਕਹਿ ਸਕਦੇ, ਕਿਉਂਕਿ ਆਲ ਓਵਰ ਇੰਡੀਆ ਇਹ ਸਾਰਾ ਕੁਝ ਆਪਾਂ ਦੇਖਦੇ ਹਾਂ ਘਟਨਾਵਾਂ। ਸੋ ਜਿੱਥੇ ਕਿਤੇ ਵੀ ਆਪਾਂ ਇਹੋ ਜਿਹੀ ਕੋਈ ਚੀਜ਼ ਦੇਖੀ ਆਪਣੇ ਆਸੇ-ਪਾਸੇ, ਜ਼ਰੂਰ ਜਿਹੜੀਆਂ ਵੀ ਆਮ ਤੌਰ 'ਤੇ ਜਥੇਬੰਦੀਆਂ ਬਣੀਆਂ ਹੁੰਦੀਆਂ, ਕੋਈ ਸਮਾਜ ਸੇਵੀ ਜਥੇਬੰਦੀ ਆ, ਕੋਈ ਧਾਰਮਿਕ ਜਥੇਬੰਦੀ ਆ, ਕੋਈ ਵੈਸੇ ਪਿੰਡ ਦੀ ਕੋਈ ਕਮੇਟੀ ਆ, ਜਾਂ ਵੈਸੇ ਹੀ ਕਿਸੇ ਬੰਦੇ ਨੂੰ ਸ਼ੌਕ ਹੁੰਦਾ ਵੀ ਯਾਰ ਮੈਂ ਕੋਈ ਨਾ ਕੋਈ ਭਲਾਈ ਦਾ ਕੰਮ ਕਰਨਾ, ਉਹਨਾਂ ਭਲਾਈ ਦੇ ਕੰਮਾਂ 'ਚ ਇੱਕ ਕੰਮ ਆਪਾਂ ਇਹ ਵੀ ਲਿਖ ਲਈਏ ਵੀ ਜੇ ਇਹੋ ਜਿਹਾ ਕੁਝ ਵੀ ਆਪਣੇ ਆਲੇ ਦੁਆਲੇ ਆਪਣੇ ਏਰੀਏ 'ਚ ਕਿਤੇ ਕੋਈ ਹੈਗਾ ਤੇ ਆਪਾਂ ਉਹਦਾ ਵੀ ਹੱਲ ਕਰਨਾ। ਦੂਜੀ ਗੱਲ ਵਾਟ ਸਾਹਿਬ ਇਹ ਆ ਕਿ ਵੀ ਬੜਾ ਕੱਲ੍ਹ ਦਾ ਦਿਨ ਪੂਰੇ ਰੌਲਾ ਪੈਂਦਾ ਰਿਹਾ ਨਾ ਵੀ ਹਾਂ ਜੀ ਪੰਜਾਬ ਪੁਲਿਸ ਦੀ ਟੀਮ ਗਈ ਹੈ ਜੀ, ਪੰਜਾਬ ਪੁਲਿਸ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆਉਣਾ ਜੀ। ਉਹ ਤਾਂ ਜੀ ਉੱਥੇ ਉਹਨਾਂ ਦੇ ਵਕੀਲ ਸਾਹਿਬ ਨੇ ਤਾਂ ਕਹਿਤਾ ਜੀ ਵੀ ਇੱਦਾਂ ਕਿੱਦਾਂ ਜਾਣ ਨਹੀਂ ਦਿਆਂਗੇ। ਹਾਲਾਂਕਿ ਉਹਨਾਂ ਦੇ ਵਕੀਲ ਸਾਹਿਬ ਵੀ ਮੀਡੀਆ ਦੇ ਸਾਹਮਣੇ ਆਏ, ਉਹਨਾਂ ਨੇ ਜਿਹੜੀ ਆਪਣੇ ਵੱਲੋਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਵੀ ਹਾਂਜੀ ਆਹ ਦੇਖੋ ਜੀ ਮੇਰੇ ਕਲਾਇੰਟ ਨੂੰ ਆਹ ਖਤਰਾ ਹੈ, ਮੇਰੇ ਕਲਾਇੰਟ ਨਾਲ ਆਹ ਹੋ ਸਕਦਾ, ਮੇਰੇ ਕਲਾਇੰਟ ਨਾਲ ਆਹ ਹੋ ਸਕਦਾ। ਬਹੁਤੀ ਗੱਲ ਇਹਨਾਂ ਨੇ ਪੁੱਛ ਪੜਤਾਲ ਕਰਨੀ, ਇੱਥੇ ਕਰ ਲਓ, ਪੁੱਛਣਾ ਹੀ ਆ ਵੀ ਇਹਦੇ ਤੋਂ ਕਿਹੜਾ ਕੋਈ ਬਰਾਮਦਗੀ ਕਰਨੀ ਆ ਵੀ ਬੰਦਾ ਤਾਂ ਜੇਲ੍ਹ 'ਚ ਸੀਗਾ। ਉਦੋਂ ਬਾਅਦ ਕਹਿੰਦੇ ਆ ਵੀ ਹਾਂ ਠੀਕ ਹੈ ਜੀ, ਅਦਾਲਤ ਨੇ ਉਹ ਸ਼ਰਤਾਂ ਦੇ ਨਾਲ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਹੋਰਾਂ ਨੂੰ ਸੌਂਪ ਦਿੱਤਾ। ਹਨੇਰੇ ਤੱਕ ਆਪਾਂ ਦੇਖਦੇ ਰਹੇ, ਵਿੱਚ ਮੀਡੀਆ ਵੀ ਨਾਲ ਸੀਗਾ ਵੀ ਇੱਥੇ ਰੁਕੇ ਜੀ, ਇੱਧਰ ਨੂੰ ਗੱਡੀ ਚੱਲ ਗਈ ਜੀ, ਆਹ ਬਖਤਰਬੰਦ ਗੱਡੀ ਹੈ ਜੀ, ਹੁਣ ਉਹਨਾਂ ਨੂੰ ਲੈ ਕੇ ਜਾ ਰਿਹਾ ਜੀ ਪੰਜਾਬ ਪੁਲਿਸ। ਪੰਜਾਬ ਲੈ ਆਈ ਹੈ ਤੇ ਅੱਜ ਮਾਨਸਾ ਦੀ ਅਦਾਲਤ ਨੇ ਮੇਰੇ ਖਿਆਲ ਨਾਲ ਰਿਮਾਂਡ ਦੀ ਗੱਲ ਵੀ ਕਰ ਲੈਣੀ ਆ ਤੇ ਉਹਦੇ ਤੋਂ ਬਾਅਦ ਫਿਰ ਅਗਲੀ ਕਾਰਵਾਈ ਸ਼ੁਰੂ ਹੋਊਗੀ ਕਿ ਲਾਰੈਂਸ ਬਿਸ਼ਨੋਈ ਸਾਹਿਬ ਦੇ ਪੰਜਾਬ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਜਿਹੜਾ ਕਤਲ ਕੇਸ ਹੈ ਉਹਦੇ ਨਾਲ ਕਿਹੜੀ ਤਾਰ ਕਿੱਥੋਂ ਕਿੱਦਾਂ ਜੁੜਦੀ ਹੈ। ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਚਿਰਾਂ ਤੋਂ ਉਡੀਕਿਆ ਜਾ ਰਿਹਾ ਸੀ, ਜਦੋਂ ਦਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਪੰਜਾਬ ਪੁਲਿਸ ਦਾ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਸੀ ਕਿ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀ ਲਈ ਹੈ ਕਿ ਬੰਦਾ ਅਸੀਂ ਮਾਰਿਆ, ਕਿ ਉਹਨੂੰ ਲਿਆਵਾਂਗੇ ਤਾਂ ਫਿਰ ਸਭ ਕੁਝ ਕਲੀਅਰ ਹੋ ਜੂ। ਦਿੱਲੀ ਪੁਲਿਸ ਨੇ ਵੀ ਕਿਹਾ ਜੀ ਮੁੱਖ ਸਾਜ਼ਿਸ਼ ਕਰਤਾ ਇਹ ਹੈ, ਕਈ ਬੰਦੇ ਜਿਹੜੇ ਫੜ ਹੋਏ ਉਂਗਲਾਂ ਉਧਰਲੇ ਪਾਸੇ ਨੂੰ ਗਈਆਂ, ਹੁਣ ਉਹਨੂੰ ਲਿਆਉਣਾ ਸੀ। ਪੰਜਾਬ ਪੁਲਿਸ ਜਾ ਕੇ ਬੇਨਤੀ ਕਰਨ ਲੱਗਦੇ, ਦਿੱਲੀ ਪੁਲਿਸ ਪਹਿਲਾਂ ਰਿਮਾਂਡ ਤੇ ਲੈ ਗਈ। ਫਿਰ ਇੱਕ ਵਾਰੀ ਹੋਇਆ ਕਿ ਦਿੱਲੀ ਪੁਲਿਸ ਦਾ ਰਿਮਾਂਡ ਖਤਮ ਹੋ ਚੱਲਾ, ਪੰਜਾਬ ਪੁਲਿਸ ਨੂੰ ਐਤਕੀ ਮਿਲ ਜੂ, ਉਹ ਫਿਰ ਰਿਮਾਂਡ ਤੇ ਲੈ ਗਏ। ਐਤਕੀ ਉਹ ਫਿਰ ਮੰਗਦੇ ਸੀ ਰਿਮਾਂਡ, ਅਦਾਲਤ ਨੇ ਰਿਮਾਂਡ ਨਹੀਂ ਦਿੱਤਾ, ਪੰਜਾਬ ਪੁਲਿਸ ਵਾਲਿਆਂ ਨੇ ਮੰਗਿਆ। ਮੂਹਰੇ ਲਾਰੈਂਸ ਬਿਸ਼ਨੋਈ ਦਾ ਵਕੀਲ ਕਹਿੰਦਾ ਕਿ ਦੇਖੋ ਕਿਉਂਕਿ NIA ਕੋਰਟ 'ਚ, ਦਿੱਲੀ ਦੀ ਅਦਾਲਤ 'ਚ, ਪੰਜਾਬ ਹਾਈ ਕੋਰਟ 'ਚ, ਤਿੰਨੇ ਹੀ ਜਗ੍ਹਾ ਲਾਰੈਂਸ ਬਿਸ਼ਨੋਈ ਨੇ ਆਪਣੇ ਵਕੀਲ ਦੇ ਰਾਹੀਂ ਪਹਿਲਾਂ ਹੀ ਪਟੀਸ਼ਨਾਂ ਪਾਈਆਂ ਸੀ ਕਿ ਮੈਂ ਪੰਜਾਬ ਨਹੀਂ ਆਉਣਾ ਚਾਹੁੰਦਾ ਕਿਉਂਕਿ ਮੈਨੂੰ ਖਤਰਾ, ਇਹਨਾਂ ਨੇ ਫੇਕ ਐਨਕਾਊਂਟਰ ਕਰਕੇ ਮੈਨੂੰ ਮਾਰ ਦੇਣਾ ਹੈ, ਮੇਰੀ ਸਿਕਿਉਰਿਟੀ ਇਹਨਾਂ ਤੋਂ ਕਰਨੀ ਹੋਣੀ, ਨਾ ਹੀ ਕਰਨਾ ਚਾਹੁੰਦੇ ਆ। ਬੜਾ ਕੁਛ ਕਿਹਾ, ਤਿੰਨਾਂ ਹੀ ਅਦਾਲਤਾਂ ਨੂੰ ਰਾਹਤ ਨਹੀਂ ਸੀ ਦਿੱਤੀ ਕਿ ਤੇਰਾ ਤਾਂ ਇਹ ਰਿਮਾਂਡ ਮੰਗਦੇ ਹੀ ਨਹੀਂ ਉਹ। ਚਲੋ ਹੁਣ ਲਾਰੈਂਸ ਬਿਸ਼ਨੋਈ ਦਾ ਵਕੀਲ ਅੜ ਗਿਆ ਉੱਥੇ, ਉਹਨੇ ਆਪਣੇ ਬੰਦੇ ਦੀ ਉਹ ਗੱਲ ਕਰਨੀ ਹੈ ਕਿ ਇਹਨੂੰ ਖਤਰਾ ਹੈ ਭਾਈ, ਇੱਦਾਂ ਨਾ ਕਰੋ, ਤੁਸੀਂ ਸਾਰੀ ਚੀਜ਼ ਦੱਸੀ। ਪੰਜਾਬ ਪੁਲਿਸ ਵਾਲੇ ਕਹਿੰਦੇ ਜੀ ਬਿਲਕੁਲ ਠੀਕ ਗੱਲ ਹੈ, ਖਤਰਾ ਹੋ ਸਕਦਾ। ਐਡਵੋਕੇਟ ਜਨਰਲ ਹੋਈ ਉਹ ਕਹਿੰਦੇ ਜੀ ਆਹ ਦੇਖੋ 50 ਅਫਸਰਾਂ ਦੀ ਲਿਸਟ ਦਿੱਤੀ, ਕਹਿੰਦੇ ਜੀ ਬਾਹਰ ਖੜੇ ਆ,
ਪੰਜਾਬ ਪੁਲਿਸ ਦੇ ਅਫਸਰ ਇਹ ਬਾਹਰ ਖੜੇ ਆ, ਉਹਨਾਂ ਦੇ ਨਾਮ ਆ ਉਹਨਾਂ ਦੇ ਅਹੁਦੇ ਆ, ਇੱਥੇ ਉਹ ਤਾਇਨਾਤ ਆ ਉਹਨਾਂ ਦਾ ਪਿਛਲਾ ਰਿਕਾਰਡ ਹੈ। ਉਹ ਜ਼ਿੰਮੇਵਾਰੀ ਲੈਂਦੇ ਆ ਕਿ ਭਾਈ ਬੰਦਾ ਅਸੀਂ ਲੈ ਕੇ ਜਾਵਾਂਗੇ, ਅਦਾਲਤ ਦੇ ਹੁਕਮਾਂ ਦੇ ਮੁਤਾਬਕ ਜਾਂਚ ਪੜਤਾਲ ਕਰਕੇ ਬੰਦਾ ਛੱਡ ਕੇ ਜਾਵਾਂਗੇ ਤਿਹਾੜ ਜੇਲ੍ਹ 'ਚ। ਫਿਰ ਗੱਡੀਆਂ ਦੇ ਨੰਬਰ ਦਿੱਤੇ ਸਰਕਾਰੀ, ਕਹਿੰਦੇ 2 ਬੁਲਟ ਪ੍ਰੂਫ ਗੱਡੀਆਂ, ਗੋਲੀ ਲੰਘ ਕਿੱਦਾਂ ਜਾਊ ਵਿੱਚ ਦੀ, ਕਿ ਆ 2 ਬੁਲਟ ਪ੍ਰੂਫ ਗੱਡੀਆਂ ਇਸੇ ਕਰਕੇ ਲੈ ਕੇ ਆ ਕਿ ਅਸੀਂ ਬੰਦੇ ਨੂੰ ਸੁਰੱਖਿਅਤ ਵਾਪਸ ਛੱਡਾਂਗੇ, ਨੰਬਰ ਦਿੱਤੇ ਗੱਡੀਆਂ ਦੇ। ਫਿਰ ਵੀਡੀਓਗ੍ਰਾਫੀ, ਉਹ ਕਹਿੰਦੇ ਜੀ ਵੀਡੀਓਗ੍ਰਾਫੀ ਦਾ ਪ੍ਰਬੰਧ ਹੈ ਪੰਜਾਬ ਪਹੁੰਚਣ ਤੱਕ, ਪੰਜਾਬ ਤੋਂ ਵਾਪਸ ਦਿੱਲੀ ਲਿਆਉਣ ਤੱਕ ਅਸੀਂ ਬਕਾਇਦਾ 1-1 ਸਕਿੰਟ ਦੀ ਵੀਡੀਓਗ੍ਰਾਫੀ ਕਰਾਵਾਂਗੇ, ਤਾਂ ਜੋ ਅਦਾਲਤ ਜੇ ਕੱਲ ਨੂੰ ਸਾਨੂੰ ਪੁੱਛੇ ਤਾਂ ਸਾਡੇ ਕੋਲੇ ਦੱਸਣ ਨੂੰ ਹੋਵੇ ਕਿ ਭਾਈ ਅਸੀਂ ਐਵੇਂ ਹੀ ਹਵਾ 'ਚ ਗੱਲਾਂ ਨਹੀਂ ਮਾਰਦੇ। ਚਲੋ ਸਾਰਾ ਕੁਝ ਦੱਸਿਆ ਪੁੱਛਿਆ ਗਿਆ। ਫਿਰ ਉਹ ਕਹਿੰਦੇ ਆਧੁਨਿਕ ਹਥਿਆਰ ਵੀ ਆ ਸਾਡੇ ਕੋਲ। ਪੰਜਾਬ ਪੁਲਿਸ ਵਾਲੇ ਨੇ ਕਿਹਾ ਕਿ ਇਦਾਂ ਦੀ ਗੱਲ ਕੋਈ ਨਹੀਂ, ਜੇ ਕੋ ਆਊਗਾ ਹੀ ਬਸ ਸੁੱਕਾ ਥੋੜੀ ਜਾਣ ਦੇਣਾ। ਠੀਕ ਹੈ ਜੀ। ਅਦਾਲਤ ਨੇ ਰਿਮਾਂਡ ਦਿੱਤਾ, ਟ੍ਰਾਂਜ਼ਿਟ ਰਿਮਾਂਡ, ਪ੍ਰੋਡਕਸ਼ਨ ਵਾਰੰਟ ਦੇ, ਤਾਂ ਕਿ ਤੁਸੀਂ ਪਹਿਲਾਂ ਇਹ ਸੀ ਕਿ ਪੰਜਾਬ ਪੁਲਿਸ ਨੂੰ ਸੌਂਪ ਦੇਣਗੇ, ਹੋ ਸਕਦਾ ਕਹਿਣ ਦਿੱਲੀ ਪੁੱਛਗਿੱਛ ਕਰੋ, ਬੰਦਾ ਤੁਹਾਡਾ ਪੰਜਾਬ ਨਹੀਂ ਜਾ ਸਕਦੇ। ਪਰ ਦੋਨਾਂ ਤਰ੍ਹਾਂ ਦੀ ਰਾਹਤ ਮਿਲ ਗਈ। ਹੁਣ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਹੈ, ਆਪਾਂ ਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਮੋਹਾਲੀ 'ਚ ਪੰਜਾਬ ਪੁਲਿਸ ਦੇ ਇੱਕ ਸਰਕਾਰੀ ਦਫ਼ਤਰ ਦੇ ਉੱਤੇ ਹਮਲਾ ਹੋਇਆ ਸੀ। ਉਹਦੇ ਤੋਂ ਬਾਅਦ ਜਿਸ ਤਰੀਕੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਜਾਂ ਫਿਰ ਕਬੱਡੀ ਖਿਡਾਰੀ ਜਿਹੜਾ ਸੰਦੀਪ ਨੰਗਲੰਬੀਆਂ ਦਾ ਕਤਲ ਹੋਇਆ, ਹੋਰ ਵੀ ਕਈ, ਐਸੀ ਗੱਲ ਨਹੀਂ ਕਿ ਪੰਜਾਬ ਦੇ ਵਿੱਚ ਖਤਰਾ ਨਹੀਂ। ਇਹ ਮੈਨੂੰ ਲੱਗਦਾ ਕਿ ਸਰਕਾਰ ਦੇ ਲਈ ਬਹੁਤ ਵੱਡੀ ਚੁਣੌਤੀ ਹੈ, 2 ਤਰ੍ਹਾਂ ਦੀ। ਇੱਕ ਕਿ ਜਦੋਂ ਉਹ ਰਿਮਾਂਡ ਖਤਮ ਹੋਵੇ, ਜਦੋਂ ਉਹਨੂੰ ਤਿਹਾੜ ਜੇਲ੍ਹ 'ਚ ਵਾਪਸ ਭੇਜਣਾ ਤੇ ਉਹ ਸੁਰੱਖਿਅਤ ਵਾਪਸ ਜਾਵੇ। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਹਬੀ ਨਬੀ ਹੁੰਦੀ ਹੈ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ, ਤਾਂ ਪੰਜਾਬ ਨੂੰ ਅਗਲੇ ਪਹਿਲੇ ਹੀ ਛਿੱਲੀ ਜਾਂਦੇ ਆ ਸਰਕਾਰ ਨੂੰ ਕਿ ਭਾਈ ਤੁਹਾਡੇ ਕੋਲ ਸੂਬਾ ਸਾਂਭ ਨਹੀਂ ਹੁੰਦਾ। ਦੂਸਰਾ, ਇਹ ਜਿਹੜਾ ਲਾਰੈਂਸ ਬਿਸ਼ਨੋਈ ਆ, ਇਹਦੇ ਉੱਤੇ ਪਹਿਲਾਂ ਵੀ ਕਈ ਪਰਚੇ ਆ। ਮੈਨੂੰ ਲੱਗਦਾ ਕਿ ਹੁਣ ਜੇ ਰਿਮਾਂਡ ਦੇ ਉੱਤੇ ਲਿਆ ਤਾਂ ਪੁੱਛਗਿੱਛ ਚੰਗੀ ਤਰ੍ਹਾਂ ਤਸੱਲੀ ਨਾਲ ਕੀਤੀ ਜਾਵੇ, ਅੱਧੀ ਅਧੂਰੀ ਨਾ ਕੀਤੀ ਜਾਵੇ। ਕਿਸ ਤਰ੍ਹਾਂ ਅੱਗੇ ਵਧਿਆ, ਕਿਹੜੇ ਬੰਦਿਆਂ ਨੇ ਸਾਥ ਦਿੱਤਾ, ਹੋਰ, ਕਿਉਂਕਿ ਜਦੋਂ ਇਹ ਚੱਲਦਾ ਨਾ 100 ਬੰਦਾ ਜੀ, ਉਹਦੇ ਕੋਈ ਸ਼ਾਰਪ ਸ਼ੂਟਰ ਕਿੱਥੇ ਆ ਜੀ, ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਦਿੱਲੀ, ਯੂਪੀ, ਉਹ ਬੰਦਿਆਂ ਦੀ ਖੋਜ ਪੜਤਾਲ ਕੀਤੀ ਜਾਵੇ। ਅੱਜ ਹੋ ਸਕਦਾ ਕਿ ਬਾਕੀ ਬੰਦੇ ਫੜੇ ਜਾਣ, 4 ਦਿਨਾਂ ਨੂੰ ਫੜੇ ਜਾਣ, ਅਗਲੇ ਮਸਲੇ ਲਈ ਕਿਸੇ ਹੋਰ ਨੂੰ ਵਰਤ ਲੈਣਗੇ ਅਗਲੇ। ਸਾਰੇ ਦਾ ਸਾਰਾ ਇੰਕਸ਼ਾਫ ਹੋਣਾ ਚਾਹੀਦਾ ਕਿ ਭਾਈ ਜੇਲ੍ਹ ਦੇ ਵਿੱਚੋਂ ਇਹ ਕੰਮ ਕਿੱਦਾਂ ਚਲਾਈ ਜਾਂਦੇ ਆ, ਟੈਲੀਫੋਨ ਕੌਣ ਦੇ ਕੇ ਜਾਂਦਾ, ਕਿੱਦਾਂ ਦੇ ਕੇ ਜਾਂਦਾ, ਕਿਹੜਾ ਬੰਦਾ ਇਹਨਾਂ ਦੇ ਨਾਲ ਰਲਿਆ, ਫਿਰ ਬਾਹਰ ਇੱਕ ਇਹਨੂੰ ਕਨੈਕਸ਼ਨ ਜੋੜਦੇ ਆ, ਵਿਦੇਸ਼ਾਂ ਦੇ ਵਿੱਚ ਕੌਣ ਬੈਠਾ। ਇਹ ਪੰਜਾਬ ਪੁਲਿਸ ਦੇ ਕੋਲੇ ਇੱਕ ਮੌਕਾ ਆ, ਪਿੱਛੇ ਜਿੰਨੇ ਕਤਲ ਹੋਏ ਆ ਉਹਦੇ ਕਰਕੇ ਬਦਨਾਮੀ ਹੋਈ ਆ, ਰਡਾਰ ਦੇ ਉੱਤੇ ਆਈ ਆ ਸਰਕਾਰ ਵੀ ਤੇ ਪੁਲਿਸ ਵੀ। ਹੁਣ ਜੇ ਬੰਦਾ ਲੈ ਆਂਦਾ ਤੇ ਉਹਦੇ ਤੋਂ ਕਾਨੂੰਨੀ ਆਧਾਰ ਦੇ ਉੱਤੇ ਪੁੱਛਗਿੱਛ ਕਰਕੇ ਮਾਮਲੇ ਸਾਰੇ ਦਾ ਪਰਦਾਫਾਸ਼ ਕਰਨਾ ਇਹ ਬੜਾ ਜ਼ਰੂਰੀ ਹੈ, ਕਿਉਂਕਿ ਦੇਖੋ ਇਹਦੇ ਨਾਲ 2-3 ਚੀਜ਼ਾਂ ਹੱਲ ਹੋ ਜਾਣੀਆਂ। ਪਹਿਲੀ ਗੱਲ ਤੇ ਇਹ ਵੀ ਜਿਹੜਾ ਬੜੇ ਲੰਮੇ ਸਮੇਂ ਤੋਂ ਇਹ ਚਰਚਾ ਚੱਲਦਾ ਸੀ ਵੀ ਜੇਲ੍ਹ ਦੇ ਵਿੱਚੋਂ ਜੀ ਆਹ ਕੁਝ ਕਰਵਾਇਆ ਜਾਂਦਾ, ਫਿਰ ਇਹ ਕਿਹਾ ਜਾਂਦਾ ਵੀ ਉਹ ਤਾਂ ਪੰਜਾਬ ਦੀ ਜੇਲ੍ਹ ਤੋਂ ਬਾਹਰ ਨੇ ਬੰਦੇ, ਦਾ ਮਤਲਬ ਸਾਰੀਆਂ ਜੇਲ੍ਹਾਂ 'ਚ ਇੱਦਾਂ। ਚਲੋ ਜਿੱਥੇ ਜਿਵੇਂ ਵੀ ਆ, ਐਟਲੀਸਟ ਇਸ ਗੱਲ ਦੀ ਤਾਂ ਪੁਸ਼ਟੀ ਹੋ ਜੂਗੀ ਨਾ ਵੀ ਜੇ ਜੇਲ੍ਹ 'ਚੋਂ ਇਹ ਕਰਵਾਇਆ ਜਾਂਦਾ ਤੇ ਉਹਦੇ ਲਈ ਤਾਰ ਕਿੱਥੋਂ ਕਿੱਥੇ ਜੁੜਦੀ ਸੀ ਜਾ ਕੇ। ਦੂਸਰੀ ਗੱਲ ਇਹ ਕਿ ਵੀ ਜਿਹੜਾ ਬੰਦਾ ਜਿੱਥੇ ਜਿੰਨਾ ਵੀ ਦੋਸ਼ੀ ਹੈ, ਕਿਉਂਕਿ ਫਿਲਹਾਲ ਤੇ ਅਗਲਾ ਦੋਸ਼ੀ ਹੈ ਨਹੀਂ, ਕਿਉਂਕਿ ਜਦ ਤੱਕ ਅਦਾਲਤ ਉਹਨੂੰ ਦੋਸ਼ੀ ਨਹੀਂ ਠਹਿਰਾਉਂਦੀ ਉਨੀ ਦੇਰ ਤੱਕ ਤੁਸੀਂ ਦੋਸ਼ੀ ਕਹਿ ਨਹੀਂ ਸਕਦੇ, ਕਾਨੂੰਨ ਇਹੀ ਕਹਿੰਦਾ। ਪਰ ਜੇ ਉਹਦੇ 'ਚ ਜਾਂਚ ਪੜਤਾਲ ਠੀਕ ਢੰਗ ਨਾਲ ਕੀਤੀ ਜਾਵੇ ਤੇ ਹੋ ਸਕਦਾ ਇਹ ਇਸ ਇੱਕ ਗੁੱਥੀ ਦੇ ਨਾਲ ਨਾਲ ਹੋਰ ਕਈ ਪੁਰਾਣੇ ਕੇਸ ਸੁਲਝ ਜਾਣ, ਜਾਂ ਗਾਂਹ ਦੀ ਜੇ ਕੋਈ ਪਲੈਨਿੰਗ ਹੈ ਤੇ ਉਹਦਾ ਕੁਛ ਨਾ ਕੁਛ ਪਤਾ ਲੱਗ ਜਾਵੇ। ਤੇ ਸਭ ਤੋਂ ਵੱਡੀ ਗੱਲ ਇਹ ਵੀ ਜੇ ਕੋਈ ਇਹੋ ਜਿਹੀ ਪ੍ਰਾਪਤੀ ਪੰਜਾਬ ਪੁਲਿਸ ਕਰ ਲੈਂਦੀ ਆ ਤੇ ਮੇਰੇ ਖਿਆਲ ਨਾਲ ਪੰਜਾਬ ਸਰਕਾਰ ਵੀ ਆਪਣੇ ਆਪ ਨੂੰ ਕੱਲ੍ਹ ਨੂੰ ਕਹਿ ਸਕਦੀ ਹੈ ਵੀ ਆਹ ਦੇਖੋ ਜੀ ਇੰਨੇ ਸਾਲਾਂ ਤੋਂ ਆਹ ਚੀਜ਼ਾਂ ਹੌਲੀ ਹੌਲੀ ਪਨਪਦੀਆਂ ਪਈਆਂ ਸੀ, ਇਸ ਮੋੜ ਤੇ ਆ ਕੇ ਜਿਹੜੀ ਉਹ ਹੱਦ ਹੋ ਗਈ ਤੇ ਉਸ ਤੋਂ ਬਾਅਦ ਅਸੀਂ ਮੋੜਾ ਪਾ ਲਿਆ। ਕੁੱਲ ਮਿਲਾ ਕੇ ਹਰੇਕ ਬੰਦਾ ਸ਼ਾਂਤੀ ਚਾਹੁੰਦਾ, ਭਲਾਈ ਚਾਹੁੰਦਾ, ਹੋ ਜਵੇ ਤੇ ਚੰਗੀ ਗੱਲ ਆ। ਪਰ ਦੂਜੇ ਪਾਸੇ ਜਿਹੜੀਆਂ ਗ੍ਰਿਫਤਾਰੀਆਂ ਵਾਲੀਆਂ ਗੱਲਾਂ ਉਹ ਵੀ ਚੱਲੀ ਜਾਂਦੀਆਂ। ਮੇਰੇ ਖਿਆਲ 2 ਬੰਦੇ ਹੋਰ ਫੜੇ ਉਹਨਾਂ ਨੇ ਤੇ ਕਹਿੰਦੇ ਉਹ ਵੀ ਇਸੇ ਗਰੁੱਪ ਦੇ ਸੀਗੇ, ਉਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਇਆ। ਹੁਣ ਜੇ ਗ੍ਰਿਫਤਾਰੀਆਂ ਦੀ ਗੱਲ ਕਰੀਏ ਤੇ ਪੰਜਾਬ ਤੇ ਪੰਜਾਬੋਂ ਬਾਹਰ ਬਹੁਤ ਸਾਰੀਆਂ ਗ੍ਰਿਫਤਾਰੀਆਂ, ਖਾਸ ਕਰਕੇ ਇਸ ਕੇਸ ਨਾਲ, ਫਿਰ ਉਹਨਾਂ ਦਾ ਗਾਂ ਕਈ ਕੇਸਾਂ ਨਾਲ ਲਿੰਕ ਜੁੜਦਾ, ਉਹ ਲਗਾਤਾਰ ਹੋ ਰਹੀਆਂ। ਦੇਖੋ ਬੰਦੇ ਉਹ ਵੀ ਹਰਿਆਣੇ 'ਚੋਂ ਫੜੇ ਆ। ਮੈਂ ਸੋਚਦਾ ਸੀ ਸੰਧਾਲੀਆ ਸਾਹਿਬ, ਪੰਜਾਬ ਦਾ ਜਿਹੜਾ ਹਾਲ ਬੁਰਾ ਉਹ ਤਾਂ ਹੈਗਾ, ਹਰਿਆਣੇ ਨੂੰ ਆਪਾਂ ਮੁਕਾਬਲਤਨ ਪੰਜਾਬ ਤੋਂ ਚੰਗਾ ਮੰਨਦੇ ਹਾਂ ਕਿ ਜੀ ਖੇਡਾਂ 'ਚ ਚੰਗਾ, ਸਿੱਖਿਆ 'ਚ ਚੰਗਾ, ਨੌਕਰੀਆਂ 'ਚ ਚੰਗਾ, ਭਾਵੰਤਰ ਸਕੀਮ ਦੇ ਤਹਿਤ ਖੇਤੀਬਾੜੀ 'ਚ ਚੰਗਾ, ਆਪਾਂ ਇਹੀ ਮੰਨਦੇ ਹਾਂ ਨਾ ਕਿ ਆਪਣੇ ਜਦੋਂ ਸਾਰੇ ਜਣੇ ਸੋਚਦੇ ਸੀ ਕਿ ਭਾਈ ਪੰਜਾਬ ਦੇ ਵਿੱਚ ਕੰਮ ਕਰ ਹੈ ਨਹੀਂ, ਬਾਹਰ ਚੱਲਦੇ ਆ, ਵਿਦੇਸ਼ ਚੱਲਦੇ ਆ। ਹਰਿਆਣੇ 'ਚ ਉਦੋਂ ਇਦਾਂ ਦੀ ਜਾਗ ਨਹੀਂ ਸੀ ਆਈ, ਹੁਣ ਤਾਂ ਉਹਨਾਂ ਨੂੰ ਵੀ ਜਾਗ ਆ ਗਈ ਹੈ। ਹੁਣ ਉਹ ਵੀ ਭੱਜੇ ਫਿਰਦੇ ਨੇ ਕਿ ਭਾਈ ਚੱਲੀਏ, ਹੈ ਨਹੀਂ ਕੁਝ ਵੀ ਰੱਖਿਆ, ਇੱਦਾਂ ਦੀ ਚਰਚਾ ਚੱਲਦੀ ਹੈ। ਪਰ ਉਹ ਹਰਿਆਣੇ ਦੇ ਵਿੱਚੋਂ ਕਿੰਨੇ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ? ਕੋਈ ਜੀ ਆ ਸ਼ਾਰਪ ਸ਼ੂਟਰ ਹੈ, ਕੋਈ ਜੀ ਐਸ ਗੈਂਗ ਨਾਲ ਸੰਬੰਧ ਰੱਖਦਾ, ਉਹ ਐਸ ਗੈਂਗ ਨਾਲ ਸੰਬੰਧ ਰੱਖਦਾ, ਯਾਨੀ ਘਟਨਾ ਭਾਵੇਂ ਪੰਜਾਬ 'ਚ ਹੋਈ ਹੈ, ਪਰ ਸਭ ਤੋਂ ਵੱਧ ਜੇ ਕਿਤੇ ਸੇਕ ਲੱਗਾ ਤਾਂ ਉਹ ਹਰਿਆਣੇ ਦੇ ਵੱਖ-ਵੱਖ ਇਲਾਕਿਆਂ ਨੂੰ ਲੱਗਾ। ਕਿੱਥੋਂ ਆਏ ਜੀ? ਇਹ ਬੰਦੇ ਹਰਿਆਣੇ ਦੇ ਹਥਿਆਰ ਸਪਲਾਈ ਕਰਦੇ ਆ, ਇਹ ਜੀ ਉਹਨਾਂ ਨੂੰ ਗੱਡੀਆਂ ਦਿੰਦੇ ਆ, ਇਹ ਜੀ ਉਹਨਾਂ ਨੂੰ ਠਾਰ ਦਿੰਦੇ ਆ, ਇਹ ਜੀ ਉੱਥੇ ਦੇ ਨੇ। ਸੋ ਕਿਤੇ ਨਾ ਕਿਤੇ ਹਰਿਆਣੇ ਦੀ ਸਰਕਾਰ ਨੂੰ ਇਧਰਲੇ ਪਾਸੇ ਥੋੜ੍ਹਾ ਜਿਹਾ ਚਿੰਤਤ ਹੋਣਾ ਚਾਹੀਦਾ ਕਿ ਅੱਜ ਭਾਵੇਂ ਘਟਨਾ ਪੰਜਾਬ 'ਚ ਵਾਪਰੀ ਹੈ,
ਪਰ ਜਿਹੜੇ ਬੰਦੇ ਨੂੰ ਆਦਤ ਪੈ ਜਾਣੀ ਹੈ, ਕੱਲ ਨੂੰ ਅਗਰ ਇਹ ਹਰਿਆਣੇ ਦੇ ਵਿੱਚ ਸੇਕਾ ਲਾਉਣਗੇ, ਜੇ ਹਰਿਆਣੇ ਦੇ ਵਿੱਚ ਲਾਉਣਗੇ ਤਾਂ ਚੰਗਾ, ਨਹੀਂ ਕਿ ਆਪਾਂ ਪਹਿਲਾਂ ਹੀ ਸਾਰੀਆਂ ਸਰਕਾਰਾਂ ਰਲ ਮਿਲ ਕੇ ਉਹ ਸਾਰੇ ਮਸਲੇ ਨੂੰ ਨੱਥ ਪਾ ਲਈਏ ਤਾਂ ਚੰਗਾ। ਹੁਣ ਤੁਸੀਂ ਦੇਖੋ, ਪੰਜਾਬ 'ਚੋਂ 2 ਬੰਦੇ ਹੋਰ ਕਾਬੂ ਕੀਤੇ ਆ। ਉਹਨਾਂ ਦਾ ਕੰਮ ਕੀ ਸੀ? ਟੈਲੀਫੋਨ ਕਰਦੇ ਸੀ ਕਿ 2 ਲੱਖ ਰੁਪਈਆ ਦੇ ਦਿਓ, ਰੇਟ ਵੀ ਥੋੜਾ ਹੀ ਰੱਖਿਆ ਕਿ 2 ਲੱਖ ਰੁਪਈਆ ਦੇ ਦਿਓ। ਕਹਿੰਦੇ ਕਾਹਤੋਂ? ਕਹਿੰਦੇ ਨਹੀਂ ਤਾਂ ਸਿੱਧੂ ਮੂਸੇ ਵਾਲਾ ਹਾਲ ਹੋ। ਯਾਨੀ ਕਿ ਜਦੋਂ ਇੱਕ ਘਟਨਾ ਘਟਦੀ ਹੈ, ਉਸ ਘਟਨਾ ਦੇ ਆਧਾਰ ਦੇ ਉੱਤੇ ਕਿੰਨੇ ਹੀ ਹੋਰ ਬੰਦੇ ਨੇ ਜਿਹੜੇ ਕਿ ਅੱਗੇ ਜਾ ਕੇ ਰਾਜਸੀ ਨਹੀਂ, ਵਿੱਤੀ ਤੌਰ ਦੇ ਉੱਤੇ ਫਾਇਦਾ ਲੈਣ ਲੱਗ ਪੈਂਦੇ। ਅੱਜ ਤੱਕ ਤੇ ਇਹੀ ਸੀ ਨਾ ਆਪਾਂ ਕਿ ਯਾਰ ਸਿਆਸੀ ਲਾਭ ਲੈਣ ਲੱਗ ਪੈਣਾ, ਇਦਾਂ ਹੋਣ ਲੱਗ ਪੈਣੀ ਹੈ। ਹੁਣ ਉੱਥੇ ਪਤਾ ਨਹੀਂ ਕਿਹੜਾ ਬੰਦਾ, ਹੁਣ ਇਹ ਤਾਂ ਕੇਸ ਸਾਹਮਣੇ ਆ ਗਿਆ। ਮੈਨੂੰ ਲੱਗਦਾ ਨਾ ਵਰਤ ਕੇ ਕਿੰਨੇ ਬੰਦੇ ਪੈਸੇ ਲੈ ਵੀ ਗਏ ਹੋਣੇ ਆ। ਬਿਲਕੁਲ ਸੀ। ਉਹ ਇੱਕ ਵਾਰ ਸ਼ੁਰੂਆਤ ਹੋ ਜਾਂਦੀ ਹੈ ਨਾ, ਫਿਰ ਉਧਰ ਨੂੰ ਕੰਮ ਤੁਰ ਪੈਂਦਾ। ਚਲੋ ਹੁਣ ਪੁਲਿਸ ਲੈ ਆਈ ਅੱਜ ਮਾਨਸਾ ਅਦਾਲਤ ਦੇ ਵਿੱਚ, ਉਸ ਤੋਂ ਬਾਅਦ ਕਿੰਨੇ ਚਿਰ ਦਾ ਰਿਮਾਂਡ ਮਿਲਦਾ, ਅੱਗੋਂ ਅਦਾਲਤ ਕੀ ਕਹਿੰਦੀ ਹੈ ਉਹਦੇ ਹਿਸਾਬ ਨਾਲ ਫਿਰ ਆਪਾਂ ਉਦਾਂ ਦੀ ਗੱਲ ਵੀ ਕਰ ਲਾਂਗੇ। ਇੱਕ ਗੱਲ ਇਹ ਸੀ, ਮੈਨੂੰ ਲੱਗਦਾ ਕਿ ਸਾਨੂੰ ਮੀਡੀਆ ਵਾਲਿਆਂ ਨੂੰ, ਸਾਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਠੀਕ ਹੈ, ਸਾਰੀ ਪਲ ਪਲ ਦੀ ਜਾਣਕਾਰੀ ਤਾਂ ਆਪਾਂ ਪਹੁੰਚਾਉਣੀ ਹੁੰਦੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਤਾਜ ਹੋਟਲ ਦੇ ਉੱਤੇ ਹਮਲਾ ਹੋਇਆ ਸੀ ਮੁੰਬਈ ਦੇ ਵਿੱਚ, ਉਹਦੇ ਤੋਂ ਬਾਅਦ ਕਿੰਨੀ ਵਾਰੀ ਪਤਾ ਲੱਗਾ ਸੀਗਾ ਕਿ ਉਹਨਾਂ ਨੂੰ ਅੰਦਰ ਉਹ ਦੱਸੀ ਜਾਂਦੇ ਸੀ ਕਿ ਭਾਈ ਹੁਣ ਪੁਲਿਸ ਉੱਪਰੋਂ ਹੈਲੀਕਾਪਟਰ ਤੋਂ ਆਉਣ ਲੱਗੀ ਹੈ, ਹੁਣ ਇੱਧਰੋਂ ਆਉਣ ਲੱਗੀ ਹੈ, ਹੁਣ ਇਸ ਤਰੀਕੇ ਦੇ ਨਾਲ ਕੰਮ ਚੱਲਣ ਲੱਗਾ। ਤੇ ਉਹ ਟੀਵੀ ਤੋਂ ਦੇਖ ਕੇ ਉਹਨਾਂ ਦੇ ਬਾਹਰ ਬੈਠੇ ਬੰਦੇ ਨੂੰ ਦੱਸੀ ਜਾਂਦੇ ਸੀ ਕਿ ਭਾਈ ਇੱਧਰਲੇ ਪਾਸੇ ਵੜ ਜਾ, ਟਿਕਾਣਾ ਰੱਖਿਓ, ਨੁਕਸਾਨ ਹੋਇਆ ਸੀ। ਇਦਾਂ ਹੀ ਆਪਾਂ ਨੂੰ ਇਹ ਤਾਂ ਪਤਾ ਹੈ ਕਿ ਭਾਈ ਜੇ ਬਦਲਾਖੋਰੀ ਦਾ ਕੰਮ ਵੀ ਚੱਲਦਾ ਤਾਂ ਵੀ ਉੱਤੇ ਹਮਲਾ ਹੋ ਸਕਦਾ, ਕੋਈ ਬੰਦਾ ਹਿੰਮਤ ਕਰ ਹੀ ਸਕਦਾ। ਹੁਣ ਜੇ ਆਪਾਂ ਕੱਲੀ ਗੱਲ ਦੱਸਾਂਗੇ, ਜਿਹਨੂੰ ਇਸ ਗੱਡੀ 'ਚ ਬਿਠਾਇਆ ਉਹਦਾ ਆਹ ਨੰਬਰ ਆ, ਉਹ ਇੱਥੇ ਕਾ ਗਿਆ, ਇੱਥੇ ਮੈਡੀਕਲ ਹੁੰਦਾ, ਉਹਨੇ ਇਸ ਰੰਗ ਦੇ ਕੱਪੜੇ ਪਾਏ ਆ, ਹੁਣ ਇੰਨੀਆਂ ਗੱਡੀਆਂ ਉਹਦੇ ਅੱਗੇ ਨੇ ਤੇ ਇੰਨੀਆਂ ਪਿੱਛੇ ਨੇ, ਇੰਨੇ ਬੰਦੇ ਉਹਦੇ ਨਾਲ ਬੈਠੇ ਆ ਤੇ ਇੰਨੇ ਪਿਛਲੀ ਗੱਡੀ 'ਚ ਨੇ, ਹੁਣ ਇੱਥੇ ਬੈਠ ਕੇ ਉਹਨਾਂ ਰੋਟੀ ਖਾਣੀ ਆ। ਠੀਕ ਹੈ, ਕਾਨੂੰਨੀ ਤੌਰ ਤੇ ਗਲਤ ਨਹੀਂ ਹੈ, ਪਰ ਕਿਤੇ ਨਾ ਕਿਤੇ ਭਵਿੱਖੀ ਨੁਕਸਾਨ ਤੋਂ ਬਚਣ ਦੇ ਲਈ ਸਾਨੂੰ ਥੋੜੀਆਂ ਜਿਹੀਆਂ ਚੀਜ਼ਾਂ ਸੰਕੋਚ ਲੈਣੀਆਂ ਚਾਹੀਦੀਆਂ ਜਿਹਦੇ ਸੁਰੱਖਿਆ ਦਾ ਖਤਰਾ। ਨਹੀਂ, ਬੜਾ ਜ਼ਰੂਰੀ ਆ ਇਹ ਤਾਂ। ਮੇਰੇ ਖਿਆਲ ਵੀਡੀਓਜ਼ ਆਪਾਂ ਕਈ ਵੀ ਦੇਖ ਲਏ ਵੀ ਅੱਧੀ ਰਾਤ ਨੂੰ, ਯਾਦ ਦੇਖੋ ਜੀ ਹੁਣ ਕਾਫਲਾ ਰੁਕ ਗਿਆ ਹੈ ਜੀ, ਰੋਟੀ ਖਾਣ ਲੱਗੇ ਨੇ ਜੀ, ਆਹ ਦੇਖੋ ਜੀ ਇਸ ਗੱਡੀ ਜਾਈ, ਉਹਨਾਂ ਨੂੰ ਸੂਹ ਲੈਣ ਦੀ ਲੋੜ ਹੀ ਨਹੀਂ। ਹਾਂ, ਮਤਲਬ ਇਹ ਆਪਣੇ ਭਾਈਚਾਰੇ ਵਾਲਿਆਂ ਨੂੰ ਬੇਨਤੀ ਕਰਦੇ ਆ, ਦੇਖੋ ਜਿੰਨੇ ਵੀ ਆਪਣੇ ਕੋਈ ਵੱਡੇ ਵੀਰ ਨੇ, ਕੋਈ ਵੱਡੇ ਭਰਾ ਨੇ, ਸਾਰੇ ਸਤਿਕਾਰ ਨੇ, ਸਾਰੇ ਸਤਿਕਾਰਯੋਗ ਹੋ ਤੁਸੀਂ। ਕੰਮ ਆਪਣੀ ਥਾਂ ਤੇ ਆ, ਡਿਊਟੀ ਆਪਣੀ ਥਾਂ ਤੇ ਆ, ਪਰ ਥੋੜੀ ਜਿਹੀ ਸਮਝਦਾਰੀ ਆਪਾਂ ਜ਼ਰੂਰ ਵਰਤ ਲਿਆ ਕਰੀਏ ਵੀ ਜਿਹੜੀ ਰਿਪੋਰਟਿੰਗ ਆਪਾਂ ਕਰ ਰਹੇ ਹਾਂ, ਉਸ ਰਿਪੋਰਟਿੰਗ ਦਾ ਹੋ ਸਕਦਾ ਚੈਨਲ ਨੂੰ ਫਾਇਦਾ ਹੋਵੇ, ਹੋ ਸਕਦਾ ਇੰਡੀਵਿਜੂਅਲੀ ਤੁਹਾਨੂੰ ਫਾਇਦਾ ਹੋਵੇ, ਪਰ ਉਹਦਾ ਕੋਈ ਹੋਰ ਫਾਇਦਾ ਵੀ ਤੇ ਲੈ ਹੀ ਸਕਦਾ ਨਾ। ਐਟਲੀਸਟ ਆਪਾਂ ਨੂੰ ਇੰਨਾ ਖਿਆਲ ਜ਼ਰੂਰ ਰੱਖਿਆ ਜਾਣਾ ਚਾਹੀਦਾ। ਬਾਕੀ ਚਲੋ ਆਪਣਾ ਕੰਮ ਤੇ ਇੱਥੇ ਗੱਲਾਂ ਕਰਨੀਆਂ, ਟਿੱਪਣੀ ਵਾਲਿਆਂ ਨੇ ਆਪਣੇ ਨਾਲ ਸਹਿਮਤੀ ਪ੍ਰਗਟਾ ਦੇਣੀ। ਉਧਰ ਥੋੜਾ ਜਿਹਾ ਸੰਗਰੂਰ ਵਾਲੇ ਪਾਸੇ ਨੂੰ ਸੰਧਾਲੀਆ ਸਾਹਿਬ ਚਲੀਏ ਤਾਂ ਸੰਗਰੂਰ ਦੇ ਵਿੱਚ ਕਿਉਂਕਿ ਪ੍ਰਚਾਰ 'ਚ ਹਫ਼ਤਾ ਹੀ ਬਾਕੀ ਰਹਿ ਗਿਆ, ਹਫ਼ਤੇ ਬਾਅਦ ਪ੍ਰਚਾਰ ਵਾਲਾ ਕੰਮ ਖਤਮ ਹੈ। ਹਲੇ ਲੱਗਿਓ ਲੀਡਰ ਪਸੀਨੋ ਪਸੀਨੀ, ਮੁੜ ਕੇ ਸੋਸ਼ਲ ਮੀਡੀਆ ਤੇ ਰੌਣਕਾਂ, ਗੀਤ ਗੂਤ ਆਉਣ ਲੱਗ ਪਏ। ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੇ ਬੇਨਤੀ ਕਰ ਦਿੱਤੀ ਹੈ, ਉਹ ਕਹਿੰਦੇ ਜੀ ਸ਼ੁਭਦੀਪ ਸਿੰਘ ਜਾਣੀ ਕਿ ਸਿੱਧੂ ਮੂਸੇ ਵਾਲੇ ਦਾ ਨਾਂ ਕੋਈ ਵੀ ਵਿਅਕਤੀ ਜਾਂ ਕੋਈ ਵੀ ਸਿਆਸੀ ਪਾਰਟੀ ਨਾ ਵਰਤੇ। ਅਸੀਂ ਬੇਨਤੀ ਕੀਤੀ, ਇਹ ਨਹੀਂ ਕਿ ਅਸੀਂ ਕਾਰਵਾਈ ਕਰਾਂਗੇ ਨਾ। ਉਹ ਕਹਿੰਦੇ ਜੀ ਅਸੀਂ ਪਰਿਵਾਰ ਵੱਲੋਂ ਬੇਨਤੀ ਕਰਦੇ ਹਾਂ ਕਿ ਉਹਦਾ ਨਾਮ ਨਾ ਵਰਤੋ, ਕਿਉਂਕਿ ਕਾਂਗਰਸ ਪਾਰਟੀ ਦਾ ਇਲੈਕਸ਼ਨ ਸੌਂਗ ਆਇਆ ਸੀ, ਉਹਦੇ ਵਿੱਚ ਵੀ ਉਹਨਾਂ ਨੇ ਉਹ ਸਾਰੀ ਚੀਜ਼ ਪੇਸ਼ ਕੀਤੀ ਸੀ। ਹਾਲਾਂਕਿ ਸਿੱਧੂ ਮੂਸੇ ਵਾਲੇ ਦੇ ਨਾਂ 'ਤੇ ਉਹਨਾਂ ਨੇ ਵੋਟਾਂ ਨਹੀਂ ਮੰਗੀਆਂ, ਪਰ ਉਧਰਲੇ ਪਾਸੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਰੀ ਵੀ ਕਹਿੰਦੇ ਹੁੰਦੇ ਆ ਕਿ ਉਹ ਮੇਰੇ ਲਈ ਗੱਲ ਕਰਦੇ ਸੀ। ਸਾਰੀਆਂ ਰਾਜਸੀ ਪਾਰਟੀਆਂ ਲੱਗੀਆਂ। ਹੁਣ ਜਦੋਂ ਪਰਿਵਾਰ ਨੇ ਬੇਨਤੀ ਕਰਦੇ ਆ ਤੇ ਸਾਨੂੰ ਸਾਰੀ ਦੀ ਸਾਰੀ ਪੂਰੀ ਉਮੀਦ ਹੈ ਕਿ ਪਰਿਵਾਰ ਦੀਆਂ ਭਾਵਨਾਵਾਂ ਦਾ ਖਿਆਲ ਜਿਹੜਾ ਉਹ ਰੱਖਿਆ ਜ਼ਰੂਰ ਜਾਊਗਾ। ਸੁਖਬੀਰ ਸਿੰਘ ਬਾਦਲ ਸਾਹਿਬ ਇੱਕ ਜਗ੍ਹਾ ਦੇ ਉੱਤੇ ਸੰਬੋਧਨ ਕਰਦੇ ਸੀ, ਅਕਾਲੀ ਦਲ ਦੇ ਪ੍ਰਧਾਨ ਸਾਹਿਬ। ਉਹ ਕਹਿੰਦੇ ਜੀ ਮਾਨ ਸਾਹਿਬ ਨੂੰ ਬੇਨਤੀ ਕੀਤੀ ਸੀ, ਮੰਨੇ ਨਹੀਂ, ਠੀਕ ਹੈ, ਬਾਰ-ਬਾਰ ਕਹਿੰਦੇ ਆ। ਦੂਸਰਾ ਉਹ ਕਹਿੰਦੇ ਜੀ ਬੀਬੀਆਂ ਬੈਠੀਆਂ ਬੰਡਾਲ 'ਚ, ਆ ਤੁਹਾਨੂੰ ਜਿਹੜਾ 1000 ਰੁਪਈਏ ਦਾ ਵਾਅਦਾ ਜਾਂ ਕਰਕੇ ਵੋਟਾਂ ਲੈ ਲਈਆਂ ਆਮ ਆਦਮੀ ਪਾਰਟੀ ਦਾ, ਇਹ ਮਿਲਣਾ ਨਹੀਂ, ਇਹ 5 ਸਾਲ ਲੰਘ ਜਾਣੇ ਆ, ਨਾ ਇਹ ਪੈਸੇ ਮਿਲਣੇ 1000 ਰੁਪਈਆ, ਨਾ ਮਿਲਣੀ ਸ਼ਗਨ ਸਕੀਮ, ਨਾ ਮਿਲਣਾ ਆਸ਼ੀਰਵਾਦ, ਕੋਈ ਰੁਪਈਆ ਨਹੀਂ ਕਹਿੰਦੇ ਮਿਲਣਾ। ਇੱਕੋ ਇੱਕ ਪਾਰਟੀ ਜਿਹੜੀ ਕਿ ਪੰਜਾਬ ਦੇ ਲੋਕਾਂ ਦਾ ਦਰਦ ਸਮਝਦੇ ਹੋਏ ਸ਼੍ਰੋਮਣੀ ਅਕਾਲੀ ਦਲ ਹੈ। ਉਹਨਾਂ ਨੇ ਵੀ ਕਿਹਾ ਭਾਜਪਾ ਦਿੱਲੀੋਂ, ਆਮ ਆਦਮੀ ਪਾਰਟੀ ਦਿੱਲੀੋਂ, ਕਾਂਗਰਸ ਦਿੱਲੀੋਂ, ਕਹਿੰਦੇ ਸਾਰੇ ਹੀ ਦਿੱਲੀੋਂ ਚੱਲਦੇ ਆ, ਤੇ ਜਿਹੜੇ ਦਿੱਲੀੋਂ ਚੱਲਦੇ ਉਹਨਾਂ ਨੂੰ ਪੰਜਾਬ ਦੀ ਸਮਝ ਕੀ ਹੈ ਤੇ ਪੰਜਾਬ ਦੇ ਉਹਨਾਂ ਨੇ ਫੈਸਲੇ ਕੀ ਲੈਣੇ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਹ ਗੱਲ ਆਖੀ, ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਜੀ ਆਮ ਆਦਮੀ ਪਾਰਟੀ ਦਾ ਕੋਈ ਦਫ਼ਤਰ ਨਹੀਂ ਖੁੱਲ੍ਹਣ ਦਿੰਦਾ। ਇੱਥੇ ਜਿੱਥੇ ਵੀ ਕਿਤੇ ਦਫ਼ਤਰ ਖੋਲ੍ਹਣ ਲੱਗਦੇ ਆ ਸੰਗਰੂਰ 'ਚ ਇਲੈਕਸ਼ਨ ਆਫਿਸ, ਉੱਥੇ ਕਹਿੰਦੇ ਜੀ ਲੋਕ ਹੁਣ ਵਿਰੋਧ ਕਰਦੇ ਆ ਤੇ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਦੇ ਹਾਂ, ਉਮੀਦਵਾਰ ਸਾਡੇ ਬੀਬੀ ਕਮਲਦੀਪ ਕੌਰ ਨੇ ਜਿੱਤ ਜਾਣਾ। ਹਾਂਜੀ, ਉਹ ਇਹ ਗੱਲ ਤਾਂ ਹੈਗੀ ਆ ਵੀ ਇਸ ਵਾਰ ਕਿਉਂਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਉਹਨਾਂ ਨੇ ਮੁੱਦਾ ਚੁੱਕਿਆ। ਉਹ ਗੱਲ ਵੀ ਉਹੀ ਕਰ ਦੋ, ਕਹਿੰਦੇ ਵੀ ਯਾਰ ਅਸੀਂ ਕਿਹੜਾ ਵੀ 5 ਸਾਲਾਂ ਲਈ ਕਹਿੰਦੇ ਆ ਸਾਨੂੰ ਵੀ 24 'ਚ ਫਿਰ ਇਲੈਕਸ਼ਨ ਆ ਜਾਣੇ ਆ, ਵੀ ਆਹ ਸਾਲ ਡੇਢ ਸਾਲ ਦੀ ਗੱਲ ਹੈ। ਸਾਲ ਡੇਢ ਸਾਲ ਆਪਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ
ਤੇ ਬੰਦੀ ਸਿੰਘਾਂ ਦੇ ਲਈ ਜਿਹਨਾਂ ਨੂੰ ਦਹਾਕੇ ਹੋ ਗਏ ਨੇ, ਕਈ ਦਹਾਕੇ ਹੋ ਗਏ ਨੇ ਵੀ ਉਹ ਜੇਲ੍ਹਾਂ 'ਚ ਨੇ, ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਪਰ ਫਿਰ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ, ਉਹਨਾਂ ਦੇ ਪਰਿਵਾਰ ਤੰਗ ਨੇ, ਉਹਨਾਂ ਦੇ ਪਰਿਵਾਰਾਂ ਦੇ ਨਾਂ ਦੇ ਉੱਪਰ ਇੱਕ ਵਾਰ ਖੜਨ ਦੇ ਲਈ ਜਿਹੜੀਆਂ ਵੋਟਾਂ ਨੇ ਉਹ ਕਮਲਦੀਪ ਕੌਰ ਜੀ ਨੂੰ ਪਾਈਆਂ ਜਾਣ, ਕਿਉਂਕਿ ਉਹ ਉੱਧਰੋਂ ਉਮੀਦਵਾਰ ਨੇ। ਪਰ ਗੱਲ ਆ ਵੀ ਮੈਨੂੰ ਲੱਗਦਾ ਵੀ ਬਾਕੀ ਪਾਰਟੀਆਂ ਤੇ ਹੋ ਸਕਦਾ ਵੀ ਇੱਧਰ ਉੱਧਰ ਬਿਆਨਬਾਜ਼ੀ ਕਰਦੀਆਂ ਹੋਣ। ਅਕਾਲੀ ਦਲ ਦੇ ਇਸ ਮੁੱਦੇ ਦਾ ਵਿਰੋਧ ਚੰਦ ਦਿਨ ਪਹਿਲਾਂ ਤੱਕ ਜਿਹੜੇ ਉਹਨਾਂ ਦੇ ਨਾਲ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ ਉਹ ਕਰਦੇ ਨੇ। ਉਹ ਵਾਰ-ਵਾਰ ਕਹਿੰਦੇ ਵੀ ਇਹ ਜਿਹੜਾ ਮੁੱਦਾ ਉਹ ਸਿਰਫ ਤੇ ਸਿਰਫ ਵੋਟਾਂ ਲੈਣ ਦੇ ਲਈ ਇਹਨਾਂ ਨੇ ਖੜਾ ਕੀਤਾ, ਹੋਰ ਗੱਲ ਕੋਈ ਨਹੀਂ ਹੈਗੀ। ਜੇ ਫਿਰ ਉਹ ਜ਼ਿਕਰ ਕਰਦੇ ਨੇ, ਉਹ ਕਹਿੰਦੇ ਵੀ ਪਹਿਲਾਂ ਵੀ ਅਕਾਲੀ ਦਲ ਸਰਕਾਰਾਂ 'ਚ ਰਿਹਾ, ਜੇ ਕੀਤਾ ਗਿਆ ਹੁੰਦਾ ਤੇ ਪਹਿਲਾਂ ਕਰ ਦੇਣਾ ਸੀ, ਉਹਦੇ ਨਾਲ ਨੇ ਕੀਤਾ ਕੁਛ ਨਹੀਂ। ਫਿਰ ਉਹ ਜਿਹੜੀ ਗੱਲ ਮੇਰੇ ਖਿਆਲ ਹੁਣ ਤਾਂ ਲਗਾਤਾਰ ਹਰੇਕ ਥਾਂ ਤੇ ਦੁਹਰਾਉਂਦੇ ਨੇ, ਸ਼ੁਰੂ ਉੱਥੋਂ ਕਰਦੇ ਆ ਵੀ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਵਾਕਿਆ ਹੀ ਹੇਜ ਹੈ ਕਿ ਵੀ ਉਹ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਲਈ ਇੰਨੇ ਸੁਹਿਰਦ ਨੇ, ਤੇ ਇੱਕ ਤਾਂ ਅਕਾਲੀ ਦਲ ਦੀ ਪ੍ਰਧਾਨਗੀ, ਫਿਰ SGPC ਦੀ ਪ੍ਰਧਾਨਗੀ, ਤੇ ਫਿਰ ਦਮਦਮੀ ਟਕਸਾਲ ਦੀ ਪ੍ਰਧਾਨਗੀ, ਤੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ, ਇਹ ਇਹਨਾਂ ਪਰਿਵਾਰਾਂ ਨੂੰ ਦਿੱਤੀ ਜਾਵੇ ਜਾਂ ਉਹਨਾਂ ਦੇ ਵਿੱਚੋਂ ਜਿਹੜੇ ਨੁਮਾਇੰਦੇ ਨੇ ਉਹ ਬਣਾਏ ਜਾਣ। ਨਾਲ ਬੰਦੇ ਦੱਸਦੇ ਹੋ ਵੀ ਕਿਹਨਾਂ ਨੂੰ ਦੇਣੀ ਆ, ਯਾਨੀ ਤੁਹਾਨੂੰ ਕਹਿੰਦੇ ਹੋਮਵਰਕ ਕਰਨ ਦੀ ਲੋੜ ਨਹੀਂ। ਹਾਂ, ਸੋ ਇਹ ਮੁੱਦਾ ਮਤਲਬ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਚੱਲਿਆ ਸੀ। ਮੇਰਾ ਖਿਆਲ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ, ਕਿਉਂਕਿ BJP ਹੋ ਗਈ, ਕਾਂਗਰਸ ਨੇ ਤਾਂ ਖੈਰ ਗੱਲ ਕਰਨੀ ਕੀ ਆ, ਆਮ ਆਦਮੀ ਪਾਰਟੀ ਵੀ, ਉਹ ਅਜੇ ਇਸ ਮੁੱਦੇ 'ਤੇ ਗੱਲ ਨਹੀਂ ਕਰਦੀਆਂ। ਜਿਹੜੇ ਅਜੇ ਕੱਲ ਤੱਕ ਬੰਦੇ ਨਾਲ ਸੀ ਉਹੀ ਇਸ ਮੁੱਦੇ 'ਤੇ ਗੱਲ ਕਰਨ ਲੱਗ ਪਏ। ਮੈਨੂੰ ਇੱਕ ਸੰਧਾਲੀਆ ਸਾਹਿਬ ਹੋਰ ਵੀ ਦੇਖੋ, ਪਹਿਲੀ ਗੱਲ ਹੈ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਰਿਹਾਈ ਜ਼ਰੂਰੀ ਹੈ। ਰਿਹਾ ਹੋਣੇ ਚਾਹੀਦੇ ਬੰਦੇ, ਅੰਦਰ ਨਹੀਂ ਕਿਸੇ ਨੂੰ ਰੱਖਿਆ ਜਾਣਾ ਚਾਹੀਦਾ ਜੇ ਉਹ ਸਜ਼ਾ ਭੁਗਤ ਚੁੱਕੇ ਆ ਤਾਂ। ਹੁਣ ਤੁਸੀਂ ਦੇਖੋ ਕਿ ਹਾਲਾਤ ਕੀ ਬਣਦੇ ਆ। ਮਾਰਚ ਅਪ੍ਰੈਲ ਤੇ ਮਈ ਜੂਨ 4 ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੀ। ਇਹਨਾਂ ਦਿਨਾਂ ਦੇ ਵਿੱਚ 4 ਮਹੀਨੇ ਪਹਿਲਾਂ ਪ੍ਰਚਾਰ ਚੱਲਦਾ ਸੀ, ਲਾ ਲਓ 5 ਮਹੀਨੇ ਪਹਿਲਾਂ ਲਾ ਲਓ। ਮੈਨੂੰ ਨਹੀਂ ਲੱਗਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕੋਈ ਵੱਡਾ ਮੁੱਦਾ ਉਦੋਂ ਬਣ ਸਕਿਆ ਸੀ। ਉਦੋਂ ਤਾਂ ਕੁਛ ਹੋਰ ਹੀ ਚੱਲਦਾ, ਸਾਡੀ ਸਰਕਾਰ ਬਣ ਜਾਣੀ ਆ ਜੀ, ਸਾਡੀ ਐ ਹੋ ਜਾਣੀ, ਉਹ ਹੋ ਜਾਣੀ ਆ, ਸਾਰੀਆਂ ਹੀ ਦਿਨਾਂ ਇੱਕਦਮ 5 ਮਹੀਨਿਆਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸਭ ਤੋਂ ਵੱਡਾ ਮੁੱਦਾ। ਜਾਨੀ ਬੰਦੇ ਤਾਂ ਸਾਰੇ ਪਹਿਲਾਂ ਦੇ ਫੜੇ ਆ, ਉਹਨਾਂ ਦੇ ਸਟੇਟਸ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਇਹਨਾਂ 5 ਮਹੀਨਿਆਂ ਦੇ ਵਿੱਚ। ਇਹਦੇ ਬਾਵਜੂਦ ਵੀ ਜਦੋਂ ਇੱਕਦਮ ਇਸ ਮੁੱਦੇ ਦੇ ਵੱਲ ਜ਼ਿਆਦਾ ਧਿਆਨ ਹੁੰਦਾ ਤੇ ਫਿਰ ਲੋਕ ਵੀ ਸੋਚਣ ਸਮਝਣ ਦੀ ਕੋਸ਼ਿਸ਼ ਕਰਨ ਲੱਗਦੇ, ਯਾਰ ਗੱਲ ਕੀ ਹੋ ਗਈ ਵੀ ਜਾਨੀ ਕੋਈ ਚੇਂਜ ਤਾਂ ਆਈ ਨਹੀਂ, ਕੋਈ ਤਬਦੀਲੀ ਤਾਂ ਆਈ ਨਹੀਂ, ਕੋਈ ਫੈਸਲਾ ਤਾਂ ਨਵਾਂ ਆਇਆ ਨਹੀਂ, ਬੰਦੇ ਨਵੇਂ ਤਾਂ ਫੜੇ ਨਹੀਂ ਗਏ। ਜੇ ਮੁੱਦਾ ਇੰਨਾ ਇੰਪੋਰਟੈਂਟ ਹੈ ਤੇ ਉਦੋਂ ਵੀ ਇਹਨਾਂ ਨੂੰ ਚੱਕ ਲੈਣਾ ਚਾਹੀਦਾ ਸੀ। ਹੋਰ ਤੁਸੀਂ ਦੇਖੋ, ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਨੇ, ਕਿਉਂਕਿ ਉਹਨਾਂ ਦੀਆਂ ਡਿਊਟੀਆਂ ਲੱਗੀਆਂ 16 ਪਿੰਡ ਮੇਰੇ ਖਿਆਲ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਦਿੱਤੇ ਆ ਕਿ ਤੁਸੀਂ ਆਹ ਪਿੰਡ ਸਾਂਭਣੇ ਆ। ਹਰਜੋਤ ਸਿੰਘ ਬੈਂਸ ਸਾਹਿਬ ਦੀ ਡਿਊਟੀ ਲੱਗੀ ਆ, ਉਹਨੂੰ ਕਹਿੰਦੇ ਜੀ ਤੁਸੀਂ ਵੀ ਵੋਟਾਂ ਮੰਗਣ ਆਏ ਹੋ, ਵੀ ਅਕਾਲੀ ਦਲ ਨੂੰ ਕਿਹਾ ਜਾ ਰਿਹਾ ਕਿ ਤੁਹਾਡੇ ਦਫ਼ਤਰ ਨਹੀਂ ਖੁੱਲ੍ਹਣ ਦਿੱਤੇ ਜਾ ਰਹੇ। ਉਹ ਕਹਿੰਦੇ ਦਫ਼ਤਰ, ਉਹ ਕਹਿੰਦੇ ਮੈਂ ਤਾਂ ਜਿੱਥੇ ਜਾਂਦਾ ਮੈਨੂੰ ਤਾਂ ਕਿਸੇ ਹੋਰ ਪਾਰਟੀ ਦਾ ਕੋਈ ਬੰਦਾ ਅਜੇ ਤੱਕ ਲੱਭਾ ਹੀ ਨਹੀਂ, ਲੋਕ ਸਾਡੇ ਤੋਂ ਖੁਸ਼ ਬੜੇ ਨੇ। ਉਹ ਪੁੱਛਿਆ ਦੱਸੋ ਜੀ ਕਿੱਦਾਂ ਖੁਸ਼ ਆ, ਮਾਈਨਿੰਗ ਮੰਤਰੀ ਹੋ ਤੁਸੀਂ, ਖਜ਼ਾਨਾ ਦਾ ਕੰਮ ਜਿਹੜਾ ਤੁਹਾਡੇ ਕੋਲ ਹੈ। ਉਹ ਕਹਿੰਦੇ ਜੀ ਮੈਂ ਬਹੁਤੀਆਂ ਦਲੀਲਾਂ ਨਹੀਂ ਦੇਣੀਆਂ, ਮੈਂ ਤੁਹਾਨੂੰ ਇੱਕੋ ਗੱਲ ਦੱਸਦਾ ਕਿ ਜਦੋਂ ਤੱਕ ਤਾਂ ਸਾਡੀ ਸਰਕਾਰ ਨਹੀਂ ਸੀ, ਇਸ ਮਹਿਕਮੇ ਦੇ ਵਿੱਚ ਵੱਡੇ ਅਧਿਕਾਰੀ ਲੱਗਣ ਦੇ ਲਈ ਸਿਫਾਰਿਸ਼ਾਂ ਚੱਲਦੀਆਂ ਸੀ, ਰੁਪਈਏ ਚੱਲਦੇ ਸੀ, ਇੱਕ ਦੂਜੇ ਦੇ ਪੈਰ ਮਿੱਧ ਕੇ ਅਧਿਕਾਰੀ ਅੱਗੇ ਆਉਂਦੇ ਸੀ ਕਿਉਂਕਿ ਖਾਂਦੇ ਤੇ ਖਿਲਾਉਂਦੇ ਸੀ। ਹੁਣ ਕਹਿੰਦੇ ਕੋਈ ਅਧਿਕਾਰੀ ਲੱਗਣ ਨੂੰ ਤਿਆਰ ਨਹੀਂ ਕਿਉਂਕਿ ਅਸੀਂ ਕੰਮ ਹੀ ਬੰਦ ਕਰ ਦਿੱਤਾ। ਹੁਣ ਇਹ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਨਤੀਜਾ ਤੈਅ ਕਰੂਗਾ ਕਿ ਬੈਂਸ ਸਾਹਿਬ ਦੀਆਂ ਗੱਲਾਂ ਸੱਚ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਗੱਲਾਂ ਸੱਚ ਨੇ, ਜਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਹੁਕਮਾਂ ਤੇ ਲੋਕ ਫੁੱਲ ਚੜਾਉਂਦੇ ਆ। ਨਹੀਂ, ਪਰ ਦੋ ਬੰਦੇ ਤੁਸੀਂ ਭੁੱਲ ਹੀ ਗਏ, ਉਹਨਾਂ ਚੋਂ ਬੰਦਾ ਇੱਕ ਚਲੋ ਕਾਂਗਰਸ 'ਚ ਸੀਗਾ, ਨਹੀਂ ਦੋਨੇ ਹੀ ਉਹ ਜਾਣੀ ਵੀ ਅੱਜ ਕੱਲ੍ਹ BJP 'ਚ ਇਕੱਠੇ ਹੁੰਦੇ, ਪਹਿਲਾਂ ਇਕੱਠੇ ਸੀਗੇ, ਪਰ ਖੈਰ ਹੁਣ ਕਾਂਗਰਸ ਪਾਰਟੀ ਵਾਲੇ ਪਾਸਿਓਂ ਦਲਵੀਰ ਸਿੰਘ ਗੋਲਡੀ ਹੋਰੀ, ਉਹਨਾਂ ਦੇ ਜਿਹੜੇ ਪਤਨੀ ਨੇ ਸਿਮਰਤ ਕੌਰ ਹੋਰੀ, ਉਹ ਵੀ ਕਾਫੀ ਸਰਗਰਮ ਨੇ, ਤੇ ਮੇਰੇ ਖਿਆਲ ਨਾਲ ਜਿੱਥੇ ਕਿਤੇ ਵੀ ਜਾਂਦੇ ਨੇ ਉਹ ਉਸੇ ਗੱਲ ਨੂੰ ਦੁਬਾਰਾ ਲੈ ਲੈਂਦੇ ਆ। ਖਾਸ ਕਰਕੇ ਉਹਨਾਂ ਨੇ ਜਿਹੜੀ ਪ੍ਰਚਾਰ ਦੀ ਸੂਈ ਰੱਖੀ ਉਹ ਧੂਰੀ ਤੇ ਰੱਖੀ। ਉਹ ਕਹਿੰਦੇ ਦੇਖੋ ਜੀ ਦਲਵੀਰ ਗੋਲਡੀ ਹੋਰਾਂ ਨੇ ਧੂਰੀ 'ਚ ਕੰਮ ਕੀਤਾ, ਧੂਰੀ ਵਾਲਿਆਂ ਨੇ ਪਤਾ ਨਹੀਂ ਕਹਿੰਦੇ ਉਦੋਂ ਹਵਾ ਦੇ ਵਿੱਚ ਆ ਕੇ ਤੇ ਦਲਵੀਰ ਗੋਲਡੀ ਨੂੰ ਹਰਾਤਾ ਉੱਥੋਂ ਦੇ, ਕਿਉਂਕਿ ਮੁੱਖ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਦੇ ਨੇ ਪਰ MLA ਤਾਂ ਧੂਰੀ ਤੋਂ ਹੀ ਨੇ ਨਾ। ਉਹ ਉਸੇ ਗੱਲ ਨੂੰ ਵਾਰ-ਵਾਰ ਕਰਦੇ ਵੀ ਦੇਖੋ ਜੀ ਧੂਰੀ ਦੇ ਵਿੱਚ ਕਿੰਨਾ ਕੰਮ ਹੋ ਗਿਆ ਜੀ, ਤੁਸੀਂ ਦੇਖ। ਹੁਣ ਗੱਲ ਇਹ ਆ ਵੀ ਇਹ ਤੇ ਲੋਕ ਜਾਣਨ ਨਾ ਵੀ 2 ਮਹੀਨਿਆਂ ਦੇ ਵਿੱਚ ਬਾਕੀ ਪੰਜਾਬ 'ਚ ਕਿੰਨਾ ਕੁ ਹੋ ਗਿਆ ਤੇ ਧੂਰੀ ਕਿੰਨਾ ਕੁ ਪਛੜ ਗਿਆ। ਪਰ ਕਾਰਨ ਇਹ ਆ ਵੀ ਸਿਆਸਤ ਤਾਂ ਉਹ ਆ ਨਾ ਵੀ ਜਿਹੜੇ ਪਾਸਿਓਂ ਉਧੜਦੀ ਹੋਵੇ ਬੋਰੀ ਉਹ ਵਾਲਾ ਧਾਗਾ ਖਿੱਚਣਾ। ਸੋ ਉਹਨਾਂ ਨੂੰ ਜਾਪਦਾ ਵੀ ਧੂਰੀ ਵਾਲਾ ਐਂਗਲ ਥੋੜ੍ਹਾ ਜਿਹਾ ਇਸ ਹਿਸਾਬ ਨਾਲ ਆਪਾਂ ਗੱਲ ਕਰ ਸਕਦੇ ਹਾਂ। ਉਹ ਹੁਣ ਉਸ ਪਾਸਿਓਂ ਉਹਨਾਂ ਨੇ ਪ੍ਰਚਾਰ ਵਾਲਾ ਕੰਮ ਫੜ ਲਿਆ ਕਿ ਆਹ ਦੇਖੋ ਮਹਾਰਾਜ, ਅਸੀਂ ਤਾਂ ਤੁਹਾਨੂੰ ਪਹਿਲਾਂ ਕਹਿੰਦੇ ਸੀ ਵੀ ਤੁਹਾਡੇ MLA ਵਿਧਾਇਕ ਨੇ ਨਹੀਂ ਲੱਭਣਾ, ਤੇ ਹੁਣ ਤਾਂ ਤੁਸੀਂ ਇਹ ਨਾ ਹੋਵੇ ਵੀ ਬਾਅਦ 'ਚ MP ਵੀ ਗਵਾ ਕੇ ਬਹਿ ਜਾਓ। ਇਹ ਹੁਣ ਤੁਹਾਡੇ ਤੇ ਆ ਵੀ ਤੁਸੀਂ MLA ਗਵਾ ਲਿਆ, ਪਹਿਲਾਂ MP ਗਵਾ ਲਿਆ, ਤੇ ਹੁਣ ਜੇ ਤੁਹਾਨੂੰ ਮਿਲ ਰਿਹਾ ਤੇ ਤੁਸੀਂ ਬਣਾਉਣਾ ਕਿ ਨਹੀਂ ਬਣਾਉਣਾ। ਰਾਜਾ ਵੜਿੰਗ ਹੋਰਾਂ ਨੂੰ ਜਦੋਂ ਪੱਤਰਕਾਰ ਪੁੱਛਦਾ ਤੁਹਾਡੇ ਨਾਲ ਕਿੰਨੇ ਕੁ, ਗੱਡੀ 'ਚ ਬਹਿ ਜਾਓ, ਲਾਓ ਇੱਕ ਦਿਨ ਨਾਲ ਸਾਡੇ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ। ਲੋਕ ਗੱਡੀ ਰੋਕ ਕੇ ਕਹਿੰਦੇ ਆ ਕਿ ਅਸੀਂ ਵੋਟਾਂ ਤੁਹਾਨੂੰ ਪਾਉਣੀਆਂ। ਇਹ ਡੱਬਾ ਦੱਸੂਗਾ ਜੀ
ਕਿ ਕਿਹਦੇ ਹੱਕ ਦੇ ਵਿੱਚ ਕੌਣ ਕਿੰਨਾ ਕੁ ਭੁਗਤਦਾ। ਪਰ ਸੰਗਰੂਰ ਵਾਲੇ ਲੋਕਾਂ ਨੇ ਝੋਨਾ ਵੀ ਲਾਉਣਾ ਹੈ, ਸੰਗਰੂਰ ਵਾਲੇ ਲੋਕਾਂ ਨੇ ਸਬਜ਼ੀ ਵੀ ਲਾਉਣੀ ਹੈ। ਕਹਿੰਦੇ ਆ ਕਿ ਸਾਰੀਆਂ ਹੀ ਧਿਰਾਂ ਨੂੰ ਵਾਹਵਾ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਬੰਦੇ ਇਕੱਠੇ ਕਰਨ ਨੂੰ। ਅੱਗੇ ਲੀਡਰ ਹੁੰਦੇ ਜੀ ਟਾਈਮ ਨਹੀਂ, ਅੱਗੇ ਵੀ ਮੀਟਿੰਗ ਰੱਖੀ ਹੈ, ਹੁਣ ਪਹਿਲਾਂ ਪੁੱਛਦੇ ਯਾਰ ਇੱਥੇ 4 ਬੰਦੇ ਵੀ ਆ ਗਏ ਆ। ਪਤਾ ਕਰ ਲਈ। ਚਲੋ ਕੇਵਲ ਸਿੰਘ ਢਿੱਲੋਂ ਨੇ ਆਪਣੀ ਥਾਂ ਤੇ ਲੱਗੇ ਜਾਂਦੇ ਨੇ। ਬੀਜੇਪੀ ਨੂੰ ਪੂਰੀ ਆਸ ਹੈ ਵੀ ਕਿਉਂਕਿ ਕੇਂਦਰ 'ਚ ਸਾਡੀ ਸਰਕਾਰ ਆ, ਉਹ ਇਸ ਨੁਕਤੇ ਨੂੰ ਫੜਦੇ ਨੇ। ਉਹ ਕਹਿੰਦੇ ਵੀ ਬੰਦਾ ਤੇ ਤੁਸੀਂ ਕੇਂਦਰ ਲਈ ਚੁਣਨਾ, ਲੋਕ ਸਭਾ ਦੇ ਵਿੱਚ ਬਿਠਾਉਣਾ ਬੰਦਾ, ਤੇ ਲੋਕ ਸਭਾ ਦੇ ਵਿੱਚ ਜਿਹਨਾਂ ਦੀ ਸਰਕਾਰ ਆ ਯਾਰ ਉਹਨਾਂ ਦਾ ਬੰਦਾ ਤੁਸੀਂ ਜਿਤਾਓ। ਜੇ ਕੱਲ ਨੂੰ ਮੋਦੀ ਸਾਹਿਬ ਉੱਥੋਂ ਜਿਹੜੀ ਵੀ ਸਕੀਮ ਰੱਖਣਗੇ ਉਹ ਇੱਥੇ ਪੂਰੀ ਹੋ ਜਾਣੀ ਹੈ। ਹੁਣ ਇਹ ਤਾਂ ਹੁਣ ਸੰਗਰੂਰ ਵਾਲਿਆਂ ਦੇ ਆ ਨਾ, ਆਪਾਂ ਕਈ ਵੀਡੀਓਜ਼ ਦੇਖਦੇ ਹੋਏ ਪੁਰਾਣੇ ਬਜ਼ੁਰਗ, ਉਹ ਵੀ ਕੀ ਪਤਾ ਹੋਰ ਮਤਲਬ ਪੱਗ ਦੇ ਐ ਖੁਰ ਕੇ ਜੇ ਥੋੜਾ ਆਖਣਾ ਯਾਰ ਅਸੀਂ ਕਿਤੇ ਕੱਲ ਥੋੜਾ ਜੰਮਿਆ ਜੀ, ਹੈ ਨਾ, ਵੀ ਮਤਲਬ ਜਾਂ ਸਰਕਾਰ ਹੋਣੇ ਬਣੀ ਜਾਂ ਢਿੱਲੋਂ ਸਾਹਿਬ ਕਿਤੇ ਹੁਣੇ ਆਏ ਨੇ ਸਿਆਸਤ ਦੇ ਵਿੱਚ। ਪਰ ਚਲੋ ਹਰੇਕ ਨੂੰ ਹੱਕ ਹੈ ਵੀ ਢਿੱਲੋਂ ਸਾਹਿਬ ਆਪਣੀ ਥਾਂ ਤੇ ਗੱਲ ਕਰਨ, ਗੋਲਡੀ ਸਾਹਿਬ ਆਪਣੀ ਥਾਂ ਤੇ ਕਰਦੇ ਆ, ਉਧਰ ਸਰਪੰਚ ਘਰਾਚੋਂ ਹੋਰੀ ਗੁਰਮੇਲ ਸਿੰਘ ਹੋਰੀ ਉਹ ਆਪਣੀ ਗੱਲ ਕਰਦੇ ਆ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜਾ ਆਪਣਾ ਮੁੱਦਾ ਚੁੱਕ ਲਿਆ, ਉਹਨਾਂ ਦੇ ਉਸੇ ਮੁੱਦੇ ਦੇ ਉੱਪਰ ਜਿਹੜਾ ਸਿਮਰਨਜੀਤ ਸਿੰਘ ਮਾਨ ਹੋਰੀ ਸਿਆਸਤ ਕਰੀ ਜਾਂਦੇ। ਸੋ 5 ਕੋਨਾ ਮੁਕਾਬਲਾ ਬਣ ਗਿਆ ਇੱਕ ਤਰ੍ਹਾਂ ਨਾ। ਬਿਲਕੁਲ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕੀਤਾ, ਕੇਂਦਰ ਦੇ ਵਿੱਚ ਸਰਕਾਰ ਉਹਨਾਂ ਦੀ ਆ ਤੇ ਰਾਜਨਾਥ ਸਿੰਘ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਨੇ। ਉਹਨਾਂ ਨੇ ਹੁਣ ਐਲਾਨ ਕੀਤਾ, ਉਹ ਕਹਿੰਦੇ ਜੀ ਭਾਰਤੀ ਫੌਜ ਦੇ ਵਿੱਚ ਥਲ, ਜਲ ਤੇ ਹਵਾਈ ਸੈਨਾ, ਵਾਯੂ, ਮੈਂ ਕੱਲ ਸੈਨਾ ਨਾ ਕਰ ਨਹੀਂ ਜਲ ਥਲ ਤੇ ਕੱਲ ਸੈਨਾ। ਹੁਣ ਉਹ ਤਿੰਨੋਂ ਸੈਨਾਵਾਂ ਦੇ ਵਿੱਚ ਕਹਿੰਦੇ ਜੀ ਭਰਤੀ ਹੋਊਗੀ, ਪਰ ਬਿਲਕੁਲ ਪੈਟਰਨ ਬਦਲ ਗਿਆ। ਹਰ ਸਾਲ ਭਰਤੀ ਹੋਣੀ ਆ, ਪਹਿਲੇ 6 ਮਹੀਨੇ ਦੀ ਟ੍ਰੇਨਿੰਗ ਉਦਾਂ ਹੀ ਹੋਊਗੀ ਜਿੱਦਾਂ ਬਾਕੀ ਫੌਜ ਦੀ ਹੁੰਦੀ ਆ, ਪਰ ਇਹਨਾਂ ਦਾ ਕਾਰਜਕਾਲ ਤਕਰੀਬਨ 4 ਸਾਲ ਦਾ ਹੀ ਹੋਊਗਾ। ਮੰਨ ਲਓ ਕਿ ਇੱਕ ਨੌਜਵਾਨ ਅੱਜ ਭਰਤੀ ਹੋ ਗਿਆ, 4 ਸਾਲ ਬਾਅਦ ਤਕਰੀਬਨ ਉਹ ਫਿਰ ਭਾਰਤੀ ਫੌਜ ਦੇ ਵਿੱਚੋਂ ਸੇਵਾ ਮੁਕਤ, ਯਾਨੀ ਕਿ 4 ਸਾਲ ਦੇ ਲਈ ਕੰਮ ਚੱਲਣਾ। ਹੁਣ ਉਹਦੇ ਵਿੱਚ ਪੈਕੇਜ ਵੈਸੇ ਚੰਗਾ ਦਿੱਤਾ, ਮੈਨੂੰ ਲੱਗਦਾ ਕਿ 25-30 ਹਜ਼ਾਰ ਤੋਂ ਤਨਖਾਹ ਸ਼ੁਰੂ ਹੋਊਗੀ, 4 ਸਾਲਾਂ ਦੇ ਵਿੱਚ 40-45-50 ਹਜ਼ਾਰ ਤੱਕ ਵੀ ਚਲੇ ਜੋ, ਉੱਪਰ ਵੀ ਹੋ ਸਕਦੀ ਹੈ। ਤੇ ਜਦੋਂ ਪੈਨਸ਼ਨ ਕੋਈ ਨਹੀਂ, ਜਦੋਂ ਬੰਦਾ ਸੇਵਾ ਮੁਕਤ ਹੋਊਗਾ ਤੇ 10-12 ਲੱਖ ਰੁਪਈਆ ਵੀ ਮੈਨੂੰ ਲੱਗਦਾ ਉਹਨੂੰ ਮਿਲੂਗਾ, ਤੇ ਉਹਦੀ ਪਹਿਲੀ ਤਨਖਾਹ ਦੇ ਵਿੱਚੋਂ ਜਿੱਦਾਂ ਮੈਚਿੰਗ ਜਿਹਾ ਕੰਮ ਹੁੰਦਾ ਉਹਦੀ ਚੱਲੂ। ਜਦੋਂ ਰਾਜਨਾਥ ਸਿੰਘ ਹੋਰਾਂ ਦੇ ਉਹ ਸੰਬੋਧਨ ਕਰ ਰਿਹਾ ਸੀ ਇਸ ਯੋਜਨਾ ਦਾ, ਉਹ ਕਹਿੰਦੇ ਜੀ ਪਹਿਲੀ ਗੱਲ ਕਿ 3-4 ਚੀਜ਼ਾਂ ਨੇ। ਇੱਕ ਤਾਂ ਅਸੀਂ ਭਾਰਤੀ ਫੌਜ ਦਾ ਨੌਜਵਾਨੀਕਰਨ ਚਾਹੁੰਦੇ ਹਾਂ, ਕਿਉਂਕਿ ਇਹਦੇ ਵਿੱਚ ਮੇਰੇ ਖਿਆਲ 17.5 ਸਾਲ ਤੋਂ ਸ਼ੁਰੂ ਹੋ ਜਾਣੀ ਭਰਤੀ, 17.5 ਤੋਂ 21 ਤੱਕ। ਉਹ ਕਹਿੰਦੇ ਜੀ ਜਿੰਨੇ ਵੱਧ ਨੌਜਵਾਨ ਹੋਣਗੇ ਅਸੀਂ ਉਹਨਾਂ ਨੂੰ ਆਧੁਨਿਕ ਹਥਿਆਰਾਂ ਦੀ ਵੀ ਟ੍ਰੇਨਿੰਗ ਦੇਵਾਂਗੇ, ਉਹਨਾਂ ਦੇ ਵਿੱਚ ਤਕਨੀਕ ਸਿੱਖਣ ਦੀ ਸਮਰੱਥਾ ਵੀ ਵੱਧ ਹੁੰਦੀ ਹੈ। ਦੂਸਰਾ ਉਹ ਕਹਿੰਦੇ ਜੀ ਇਹਦਾ ਰੁਜ਼ਗਾਰ ਦੇ ਨਾਲ ਬਹੁਤ ਵੱਡਾ ਸੰਬੰਧ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੁੰਦਾ, ਮੁੜ ਕੇ 4 ਪੈਸੇ ਵੀ ਉਹਨਾਂ ਦੇ ਕੋਲੇ ਹੋਣਗੇ। ਇੱਕ ਤਾਂ ਉਹ ਦੇਸ਼ ਦੀ ਰੱਖਿਆ ਕਰਨਗੇ, ਦੇਸ਼ ਦੀ ਭਾਵਨਾ ਉਹਨਾਂ ਦੇ ਮਨ ਦੇ ਵਿੱਚ ਭਰੂਗੀ, ਤੇ ਦੂਸਰਾ ਮੁੜ ਕੇ ਜੋ ਕਾਰੋਬਾਰ ਉਹਨਾਂ ਨੇ ਕਰਨਾ ਉਹ ਕਰ ਲੈ। ਸੰਧਾ ਜੀ ਇਹ ਸਭ ਵੈਸੇ ਇਹ ਸਕੀਮ ਭਾਰਤ ਦੇ ਵਿੱਚ ਨਵੀਂ ਹੈ, ਬਹੁਤ ਸਾਰੇ ਲੋਕ ਇਹਨੂੰ ਚੰਗਾ ਕਹਿਣਗੇ, ਕਈਆਂ ਨੂੰ ਲੱਗੂ ਯਾਰ 4 ਸਾਲ ਦੀ ਕਾਹਦੀ ਨੌਕਰੀ, 4 ਸਾਲ ਬਾਅਦ ਬੰਦਾ ਫਿਰ ਕੀ ਕਰੂਗਾ। ਦੁਨੀਆ ਦੇ ਕਈ ਮੁਲਕ ਐਸੇ ਆ ਜਿੱਥੇ ਕੰਪਲਸਰੀ ਆ ਕਿ ਤੁਸੀਂ ਸਾਲ 2 ਸਾਲ 3 ਸਾਲ 4 ਸਾਲ ਫੌਜ ਦੇ ਵਿੱਚ ਨੌਕਰੀ ਕਰਨੀ ਹੈ, ਤੁਹਾਨੂੰ ਜਾਣਾ ਪਊਗਾ। ਉਹਦੇ ਪਿੱਛੇ ਕਈ ਦੇਸ਼ਾਂ ਦੀ ਮਨਸ਼ਾ ਇਹ ਹੁੰਦੀ ਹੈ ਕਿ ਭਾਈ ਇਹ ਬੰਦੇ ਰਿਸ਼ਟ ਪੁੱਛੋ ਨੇ ਸਰੀਰਕ ਤੌਰ ਦੇ ਉੱਤੇ, ਕਿਉਂਕਿ ਜਿਹੜਾ ਬੰਦਾ ਫੌਜ 'ਚ ਚਲ ਗਿਆ 2-3-4 ਸਾਲ ਵੇਲੇ ਸਿਰ ਉੱਠੂਗਾ, ਵੇਲੇ ਸਿਰ ਸੌਂਗਾ, ਉਹਨੇ ਪਰੇਡ ਵੀ ਕਰਨੀ ਹੈ, ਉਹਨੇ ਨਾਕੇ ਤੇ ਵੀ ਖੜਨਾ ਹੈ, ਜਾਣੀ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ। ਦੂਸਰਾ ਹੁੰਦਾ ਕਿ ਭਾਈ ਦੇਸ਼ ਭਗਤੀ ਦੀ ਭਾਵਨਾ ਉਹਦੇ ਵਿੱਚ ਭਰ ਜੂ, ਮੈਂ ਉਹ ਦੇਸ਼ਾਂ ਦੀ ਗੱਲ ਕਰਦਾ। ਤੀਸਰਾ ਇਹ ਹੁੰਦਾ ਕਿ ਲੋੜ ਪੈਣ ਦੇ ਉੱਤੇ ਉਹ ਬੰਦਾ ਕਿਤੇ ਨਾ ਕਿਤੇ ਤਿਆਰ ਹੀ ਹੁੰਦਾ ਹੈ। ਕੱਲ ਨੂੰ ਕੋਈ ਕੁਦਰਤੀ ਆਫਤ ਆ ਜਾਂਦੀ ਹੈ, ਕੱਲ ਨੂੰ ਦੇਸ਼ ਦੇ ਉੱਤੇ ਕੋਈ ਭੀੜ ਆ ਜਾਂਦੀ ਹੈ। ਹੁਣ ਇਹਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੈ, ਨੀਤੀ ਕੀ ਹੈ, ਕਿਹੜੇ-ਕਿਹੜੇ ਬਿੰਦੂਆਂ ਨੂੰ ਉਹ ਮੋਹਰੇ ਰੱਖ ਕੇ ਚੱਲਦੇ ਨੇ, ਉਹ ਬਾਅਦ ਦੀ ਗੱਲ ਹੈ। ਪਰ ਬਿਲਕੁਲ ਨਵੀਂ ਯੋਜਨਾ ਜਿਹੜੀ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਗਈ ਹੈ। ਨਹੀਂ ਇਹ ਤਾਂ ਗੱਲ ਹੈਗੀ। ਦੇਖੋ ਕਾਰਨ ਇਹ ਆ ਵੀ ਜੇ ਤੇ ਇਹਦਾ ਕੋਈ ਪੋਜ਼ਿਟਿਵ ਪੱਖ ਦੇਖੇ ਤੇ ਬਥੇਰੇ ਆ ਜੀ। ਹੁਣ ਤੁਸੀਂ ਦੇਖੋ ਜੇ 17-17.5 ਸਾਲਾਂ ਦਾ ਮੁੰਡਾ, ਈਵਨ ਉਹ ਕਹਿੰਦੇ ਕੁੜੀਆਂ ਵੀ ਅਸੀਂ ਲੋੜ ਅਨੁਸਾਰ ਭਰਤੀ ਕਰਾਂਗੇ, ਵੀ ਉਹ ਤੋਂ ਬਾਅਦ 21-22 ਤੋਂ ਉਹਨੇ ਰਿਟਾਇਰ ਹੋ ਜਾਣਾ, ਤੇ 21 ਸਾਲ ਉਮਰ ਵਿਆਹ ਦੀ ਹੈ ਜੀ। ਸੁੱਖ ਨਾ ਉਦੋਂ ਤੇ ਕਿਹਾ ਜਾਂਦਾ ਵੀ ਹਾਂ ਵੀ ਮੁੰਡਾ ਨੌਕਰੀ 'ਚ ਹੈ, ਵੀ ਜੇ ਨੌਕਰੀ ਤੋਂ ਬਾਅਦ 22 ਦਾ ਹੋ ਕੇ ਰਿਟਾਇਰ ਵੀ ਹੋ ਗਿਆ, ਜਾਂ ਜੇ ਕੋਈ 21 ਦਾ ਲੱਗਾ ਸੀ ਉਹ 25 ਦਾ ਰਿਟਾਇਰ ਹੋ ਕੇ ਆ ਜਾਊਗਾ, ਵੀ ਉਸ ਉਮਰ ਦੇ ਵਿੱਚ ਜਿੱਥੇ ਕਿ ਉਹਨੂੰ ਹੁੰਦਾ ਵੀ ਹਾਂ ਵੀ ਹੁਣ ਧੀ ਪੁੱਤ ਨੂੰ ਵਿਆਹੁਣਾ, ਉਦੋਂ ਕਿਉਂ ਉਹ ਕੰਮ ਤੇ ਹੋਊਗਾ, 4 ਪੈਸੇ ਵੀ ਕੋਲ ਹੋਣਗੇ। ਤੇ ਸਭ ਤੋਂ ਵੱਡੀ ਗੱਲ ਇਹ ਵੀ ਉਸ ਕਮੋਡ ਦੇ ਵਿੱਚ ਜਿੱਥੋਂ ਜਾਪਦਾ ਵੀ ਯਾਰ ਇਹ ਹੁਣ ਕੋਈ ਸੱਜੇ ਖੱਬੇ ਰਾਹ ਤੇ ਨਾ ਜਾਵੇ, ਉਦੋਂ ਸਿੱਧੇ ਰਾਹ ਤੇ ਹੋ ਜਾਊਗਾ। ਤੇ ਜੇ ਇੱਕ ਨਾ ਉਹ 3-4 ਸਾਲ ਦੇ ਵਿੱਚ ਡਿਸਪਲਿਨ 'ਚ ਆ ਗਿਆ ਤੇ ਫਿਰ ਤੇ ਜ਼ਿੰਦਗੀ ਡਿਸਪਲਿਨ 'ਚ ਰਹੂਗੀ। ਪਰ ਹਾਂ ਇੱਕ ਇਹਦੇ 'ਚ ਉਜਰ ਕਰਨ ਵਾਲੇ ਕੁਝ ਕਰਦੇ ਨੇ, ਉਹ ਕਹਿੰਦੇ ਨੇ ਵੀ ਜਿੱਦਾਂ ਪਹਿਲਾਂ ਕੁਝ ਰੈਜੀਮੈਂਟਾਂ ਸੀਗੀਆਂ, ਜਿੱਦਾਂ ਕੋਈ ਸਿੱਖ ਰੈਜੀਮੈਂਟ ਹੈ, ਜਾਟ ਰੈਜੀਮੈਂਟ ਹੈ, ਮਰਾਠਾ ਰੈਜੀਮੈਂਟ ਹੈ, ਰਾਜਪੂਤਾਨਾ ਰੈਜੀਮੈਂਟ ਹੈ, ਉਹਦੇ ਵਿੱਚ ਪਾਰਟੀਕੂਲਰ ਏਰੀਏ ਤੋਂ ਪਾਰਟੀਕੂਲਰ ਕਾਸਟ ਨਾਲ ਸੰਬੰਧਿਤ ਜਿਹੜੇ ਲੋਕ ਸੀਗੇ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਸੀ। ਪਰ ਇਹਦੇ 'ਚ ਇਹੋ ਜਿਹਾ ਕੁਛ ਨਹੀਂਗਾ, ਆਲ ਓਵਰ ਇੰਡੀਆ ਹੀ ਭਰਤੀ ਕੀਤੀ ਜਾਣੀ ਆ। ਕੁਛ ਲੋਕ ਇਹ ਕਹਿੰਦੇ ਨੇ ਵੀ ਇਹਦੇ ਨਾਲ ਮਹਾਰਾਜ ਫਿਰ ਉਹਨਾਂ ਜਿਹੜੀਆਂ ਰੈਜੀਮੈਂਟਸ ਨੇ ਉਹਨਾਂ ਦੇ ਵਿੱਚ ਫਰਕ ਪਊਗਾ। ਤਾਂ ਉਹ ਕਹਿੰਦੇ ਵੀ ਦੇਖੋ ਇਹ 150-200 ਸਾਲ ਪੁਰਾਣਾ ਸਿਸਟਮ ਤੁਰਿਆ ਆਉਂਦਾ,
ਜੇ ਅਜੇ ਵੀ ਆਪਾਂ ਉਸੇ ਹਿਸਾਬ ਨਾਲ ਚੱਲਦੇ ਰਹੇ ਤੇ ਫਿਰ ਭਾਰਤ ਨੂੰ ਇੱਕ ਕਿੱਦਾਂ ਕਰਾਂਗੇ ਤੇ ਬਰਾਬਰ ਮੌਕੇ ਕਿੱਦਾਂ ਹੋਣਗੇ। ਸਰਕਾਰ ਦਾ ਆਪਣਾ ਪੱਖ ਆ, ਮੇਰੇ ਖਿਆਲ ਨਾਲ ਜਦੋਂ ਉਹ ਚੀਜ਼ ਸਾਹਮਣੇ ਆਊਗੀ ਉਦੋਂ ਫਾਇਦੇ ਨੁਕਸਾਨ ਦੁਬਾਰਾ ਦੇਖ ਲਵਾਂਗੇ। ਨਹੀਂ ਦੇਖੋ ਤਬਦੀਲੀ ਤਾਂ ਆਉਂਦੀ ਹੈ ਜੀ, ਬਾਕੀ ਸਮੇਂ ਦੇ ਨਾਲ ਨਾਲ ਰਿਜ਼ਲਟਾਂ ਦਾ ਜਿਹੜਾ ਉਹ ਪਤਾ ਲੱਗ ਜੂਗਾ। ਹਾਂ ਰੁਜ਼ਗਾਰ ਵੰਡ ਕੇ ਮਿਲਣ ਲੱਗ ਪਊਗਾ, ਇੰਨੀ ਕੁ ਗੱਲ ਜਿਹੜੀ ਉਹ ਹੈਗੀ ਆ, ਪਰ ਉਹ ਕਿਉਂਕਿ ਪੱਕਾ ਰੁਜ਼ਗਾਰ ਨਹੀਂ, ਉਹਦੇ ਤੋਂ ਬਾਅਦ ਨੌਜਵਾਨਾਂ ਨੇ ਕੀ ਕਰਨਾ ਉਹ ਵੱਡਾ ਸਵਾਲ ਹੈ। ਹੁਣ ਅੱਗੇ ਵੀ ਤਾਂ ਹੁੰਦਾ ਸੀ ਮੇਰਾ ਖਿਆਲ 15 ਸਾਲਾਂ ਜੇ ਕੋਈ ਰਿਟਾਇਰ ਹੋ ਗਿਆ ਨਾ ਤੇ ਉਹ ਜਿਹੜੇ ਉਹਦੇ ਨਾਲ ਉਦੋਂ ਕਿਤੇ ਅਜੇ ਸਕੂਲੋਂ ਨਿਕਲੇ ਹੁੰਦੇ ਸੀ ਮੁੰਡੇ, ਉਹ ਫਲਾਨਾ ਦੇ ਭਰਤੀ ਹੋ ਗਿਆ ਤੇ ਉਧਰੋਂ ਅਜੇ ਵਿਆਹ ਵੀ ਹੋ ਕੇ ਤੇ ਉਹਨਾਂ ਨਿਆਣੇ ਨੂੰ ਖਿਡਾਉਂਦੇ ਫਿਰਨਾ ਤੇ ਫਲਾਨਾ ਤੂੰ ਹੁਣ ਕਹਿੰਦਾ ਵੀ ਹੁਣ ਰਿਟਾਇਰ ਹੋ ਗਿਆ, ਰਿਟਾਇਰਮੈਂਟ ਲੈ ਸੇਵਾ ਮੁਕਤੀ ਮਿਲ ਗਈ ਹੈ ਨਾ। 에ਅਰਫੋਰਸ ਵਾਲੇ ਟਾਈਮ ਨਾਲ ਆ ਜਾਂਦੇ ਹੁੰਦੇ ਬਹੁਤ। ਉਸ ਵੀ ਅੱਗੇ ਵੀ ਆਪਾਂ ਇਹ ਚੀਜ਼ ਦੇਖਦੇ ਆ ਵੀ ਹੁਣ ਇਹ ਆ ਵੀ ਥੋੜਾ ਜਿਹਾ ਹੋਰ ਪੀਰੀਅਡ ਛੋਟਾ ਹੋ ਗਿਆ ਤੇ ਵੱਡੀ ਮਾਤਰਾ 'ਚ ਲੋਕ ਆਪਾਂ ਨੂੰ ਨਜ਼ਰ ਆਉਣਗੇ। ਬਾਕੀ ਸੰਧਾਲੀਆ ਸਾਹਿਬ ਜਿਹੜੇ ਡਿਫੈਂਸ ਦੇ ਐਕਸਪਰਟ ਨੇ ਜਿਹੜੇ ਉਹਨਾਂ ਚੀਜ਼ਾਂ ਦੇ ਨਾਲ ਨੇੜਿਓਂ ਜੁੜੇ, ਕਿਉਂਕਿ ਆਪਾਂ ਤਾਂ ਉੱਪਰਲੀ ਜਿਹੜੀ ਪਰਤ ਫੋਲ ਰਹੇ ਆ ਨਾ ਉਹ ਵੱਧ ਚੰਗੇ ਤਰੀਕੇ ਦੱਸ ਸਕਦੇ ਆ। ਚਲੋ ਇਹਦੇ ਤੋਂ ਇਲਾਵਾ ਹੁਣ ਆਪਾਂ ਰਾਹੁਲ ਗਾਂਧੀ ਹੋਰਾਂ ਵੱਲ ਵਧਣਾ ਬਹੁਤ ਜ਼ਰੂਰੀ ਹੈ, ਕਿਉਂਕਿ ਲਗਾਤਾਰ ਨਹੀਂ ਅੱਗੇ ਜਿਹੜੇ ਵਧਣ ਡਿਆ 2-3 ਦਿਨਾਂ ਤੋਂ ਘਟਿਆ ਤੇ ਤੁਹਾਡੀ ਕਸਰ ਸੀ ਹੁਣ ਅੱਗੇ ਨਹੀਂ ਨਾ ਵਧ ਰਿਹਾ। ਸੰਧਾਲੀਆ ਸਾਹਿਬ ਮੰਨ ਲਓ ਕਿ ਤੁਸੀਂ ਅੱਜ ਪੌੜੀ ਚੜ੍ਹਦੇ ਆ, ਚੌਥੇ ਡੰਡੇ ਤੇ ਜਾ ਕੇ ਨਿਆਣਾ ਹੁੰਦਾ ਨਾ ਮੈਂ ਨਹੀਂ ਹਾਂ ਵੀ ਉੱਥੋਂ ਲਾ ਲਓ, ਚਲੋ ਲੱਥ ਗਿਆ ਜੀ। ਫਿਰ ਤੁਸੀਂ ਥੱਲੇ ਜਿਹੜੇ ਚੌਥੇ ਡੰਡੇ ਤੋਂ ਫਿਰ ਮੈਨੂੰ ਲਾ ਲਓ, ਫਿਰ ਅੱਗੇ ਵਧੇ ਨਹੀਂ ਨਾ ਹੋ ਸਕੇ, ਤੁਸੀਂ ਉੱਥੇ ਹੀ ਹੋ ਗਏ। ਹੁਣ ਪਰਸੋਂ ਰਾਹੁਲ ਗਾਂਧੀ ਹੋਰਾਂ ਨੂੰ ਸੱਦਿਆ ਈਡੀ ਵਾਲਿਆਂ ਨੇ, ਕਾਂਗਰਸੀ ਨਾਗ ਜਿੰਦਾਬਾਦ, ਰਾਹੁਲ ਗਾਂਧੀ ਤੇਰੀ ਸੋਚ ਤੇ ਪਹਿਰਾ ਦਿਆਂਗੇ, ਠੋਕ ਕੇ ਗੱਲਾਂ ਚੱਲੀਆਂ। ਪੁਲਿਸ ਰਾਹ 'ਚ ਰੋਕ ਕੇ ਥੋੜ੍ਹੀ ਜਿਹਾ ਘੜੀਸੇ ਘੜੂਸੇ ਵੀ, ਥਾਣੇ ਵੀ ਬੰਦ ਕੀਤੇ, ਬੀਬੀ ਪ੍ਰਿयंका ਗਾਂਧੀ ਦੇਖਣ ਗਏ, ਰਾਹੁਲ ਗਾਂਧੀ ਹੋਰਾਂ ਤੋਂ ਸਵਾਲ ਪੁੱਛੇ, ਫਿਰ ਕਹਿੰਦੇ ਜੀ ਲੰਚ ਟਾਈਮ। ਰਾਹੁਲ ਗਾਂਧੀ ਹੋਰੀ ਬੀਬੀ ਜੀ ਨੂੰ ਮਿਲਣ ਚਲਾ ਗਿਆ ਕਿਉਂਕਿ ਉਹ ਹਸਪਤਾਲ ਦੇ ਵਿੱਚ ਦਾਖਲ ਨੇ, ਉੱਥੋਂ ਸਿੱਧੇ ਫੇਰ ਪੇਸ਼ੀ ਤੇ ਆ ਗਏ। ਉਹਦੇ ਤੋਂ ਬਾਅਦ ਕਹਿੰਦੇ ਜੀ ਠੀਕ ਹੈ ਰਾਹੁਲ ਗਾਂਧੀ ਜੀ ਅੱਜ ਤਾਂ ਸਮਾਂ ਹੋ ਗਿਆ, ਕੱਲ੍ਹ ਨੂੰ ਵੇ ਆਇਓ। ਫਿਰ ਕਾਂਗਰਸੀ ਨਾਲ ਐਂ ਕਰ ਦਿਆਂਗੇ, ਰਣਦੀਪ ਸੂਰਜਾ ਹੋਰਾਂ ਦੀ ਕਹਿੰਦੇ ਧੂਕੜੀਸ ਵੀ ਹੋਈ, ਉਹਨਾਂ ਨੇ ਫੇਰ ਜਾ ਕੇ ਥਾਣੇ ਬੰਦ ਕਰਤੇ ਬੰਦੇ ਕਾਂਗਰਸ ਜਿਹੜੇ ਨਾਲ ਤੁਰੇ ਫਿਰਦੇ ਸੀ। ਰਾਹੁਲ ਗਾਂਧੀ ਨੂੰ 4 ਘੰਟੇ ਪਹਿਲਾਂ ਪੁੱਛਗਿੱਛ ਕੀਤੀ ਕੱਲ, ਉਹਦੇ ਤੋਂ ਬਾਅਦ ਲੰਚ ਟਾਈਮ ਹੋਇਆ, ਕਹਿੰਦੇ ਚਲ ਜਾਓ। ਉਹ ਫਿਰ ਆਪਣੇ ਦਫ਼ਤਰ ਆ ਗਏ, ਘੰਟੇ ਬਾਅਦ ਫਿਰ ਗਏ, 6 ਘੰਟੇ ਕਹਿੰਦੇ ਜੀ ਫੇਰ ਬਿਠਾਲੀ ਰੱਖਿਆ, ਫਿਰ ਸਵਾਲ ਜਵਾਬ ਕੀਤੇ। ਕਹਿੰਦੇ ਜੀ ਫਿਰ ਇੱਦਾਂ ਕਰੋ ਸਵੇਰੇ ਫੇਰ ਆ ਜਿਓ, ਹੁਣ ਅੱਜ ਸਵੇਰਾ ਹੋ ਜਾਣਾ। ਤੇ ਰਾਹੁਲ ਗਾਂਧੀ ਨੇ ਪਤਾ ਲੱਗਾ ਇਹ ਵੀ ਕਿਹਾ ਕਿ ਜੋ ਪੁੱਛਣਾ ਪੁੱਛ ਲਓ, ਹੁਣ 2 ਘੰਟੇ ਹੋਰ ਲੱਗ ਜਾਣ, ਕਿਹੜੀ ਗੱਲ ਹੈ। ਪਰ ਰੋਜ਼ ਤੁਸੀਂ ਬਾਹਰ ਦੇਖੋ, ਮੈਂ ਵੀ ਤੰਗ ਹੁੰਨਾ, ਮੇਰੇ ਨਾਲ ਦੇ ਬੰਦੇ ਵੀ ਜਿਹੜੇ ਬਾਹਰ ਆਉਂਦੇ ਵਰਕਰ ਤੰਗ ਹੁੰਦੇ ਆ। ਮੈਨੂੰ ਨਹੀਂ ਪਤਾ ਰਾਹੁਲ ਗਾਂਧੀ ਹੋਰੀ ਤੰਗ ਹੁੰਦੇ, ਕਹਿੰਦੇ ਬਾਹਰਲੇ ਬੰਦੇ ਤੰਗ ਹੋਣੇ। ਯਾਰ ਆ ਕੰਮ ਹਟਦੇ ਨਹੀਂ, ਸਾਨੂੰ ਰੋਜ਼ ਹੀ ਆਉਣਾ ਪੈਂਦਾ, ਰੋਜ਼ ਹੀ ਆਪ ਤਾਂ ਅੰਦਰ ਜਾ ਕੇ ਪਾਣੀ ਪੂਣੀ ਪੀ ਕੇ ਬਹਿ ਜਾਂਦੇ ਮਾਸਕ ਲਾ ਕੇ, ਸਾਡਾ ਬਾਹਰ ਔਖਾ। ਨਹੀਂ ਪਰ ਮੈਨੂੰ ਲੱਗਦਾ ਵੀ ਰਾਹੁਲ ਗਾਂਧੀ ਸਾਹਿਬ ਤਕੜੇ ਨੇ, ਕਿਉਂਕਿ ਏਡੀ ਪੁਰਾਣੀ ਮੇਰੇ ਖਿਆਲ 135-36 ਸਾਲ ਪੁਰਾਣੀ ਕਾਂਗਰਸ ਪਾਰਟੀ ਦੇ ਮੁਖੀ ਨੇ ਜੀ। ਉਹਨਾਂ ਨੂੰ ਲੱਗਦਾ ਵੀ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਪ੍ਰਧਾਨ ਮੰਤਰੀ ਬਣਨਾ, ਜਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਲੱਗਦਾ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਬਣਨਾ। ਇਸ ਕਰਕੇ ਉਹ ਛੋਟੇ-ਮੋਟੇ ਬੰਦੇ ਦੇ ਖਿਲਾਫ ਬਿਆਨ ਨਹੀਂ ਦਿੰਦੇ ਜੀ। ਕਿਉਂਕਿ ਮੋਦੀ ਸਾਹਿਬ ਨੇ ਵੀ ਹੁਣ ਇੱਕ ਹੋਰ ਗੱਲ ਕੀਤੀ ਕਿ ਵੱਖ-ਵੱਖ ਮਹਿਕਮਿਆਂ ਨੂੰ, ਡਿਪਾਰਟਮੈਂਟਾਂ ਨੂੰ ਕਿਹਾ ਵੀ ਆ ਜਿਹੜਾ 1.5 ਸਾਲ ਰਹਿ ਗਿਆ 10 ਲੱਖ ਦੇ ਕਰੀਬ ਨੌਕਰੀਆਂ ਦੇਣੀਆਂ, ਨਿਆਣਿਆਂ ਨੂੰ ਹੋਰ ਭਰਤੀ ਕਰੋ ਵੀ ਜਿਹੜੇ ਮਹਿਕਮੇ 'ਚ ਵੀ ਜੋ ਵੀ ਲੋੜ ਹੈਗੀ ਵੀ ਯਾਰ ਬੰਦੇ ਆਪਾਂ ਨੂੰ ਲੋੜ ਹੈ, ਭਰਤੀ ਕਰਨ ਦੀ ਲੋੜ ਹੈ। ਹੁਣ ਉਹਨਾਂ ਨੇ ਤੇ ਆਪਣੇ ਵੱਲੋਂ ਆਪਣੀ ਪਿੱਠ ਥਾਪੜੀ, ਕਿਉਂਕਿ 8 ਸਾਲ ਹੋ ਗਏ ਪ੍ਰਧਾਨ ਮੰਤਰੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਿਆ। ਰਾਹੁਲ ਗਾਂਧੀ ਸਾਹਿਬ ਭਾਵੇਂ ਇੱਧਰ ਰੁੱਝੇ ਨੇ, ਬਿਆਨ ਦੇਣੋਂ ਨਹੀਂ ਟਲਦੇ। ਉਹ ਕਹਿੰਦੇ ਤੁਸੀਂ ਤਾਂ ਉਦੋਂ ਕਹਿੰਦੇ 1 ਸਾਲ 'ਚ 2 ਕਰੋੜ ਨੌਕਰੀ ਦੇਣੀ ਆ, ਹੁਣ ਤੁਸੀਂ 1.5 ਸਾਲ 'ਚ 10 ਲੱਖ ਹੀ ਦੇਣਾ। ਹੁਣ ਮੈਨੂੰ ਇਹ ਤੋਂ ਜਾਪਦਾ ਵੀ ਜੇ ਤੁਸੀਂ ਕਹਿੰਦੇ ਵੀ ਅੱਜ ਨੂੰ ਫਿਰ ਸੱਦ ਲਿਆ, ਹੋ ਸਕਦਾ ਸ਼ਾਮ ਨੂੰ ਵੀ ਕੱਲ ਨੂੰ ਫਿਰ ਆ ਜਾਓ ਨਾ, ਵੀ ਥੋੜਾ ਜਿਹਾ ਕੰਮ ਰਹਿ ਗਿਆ, ਇੰਨਾ ਕਿ ਵੀ 9 ਤੇ ਪਹੁੰਚ ਜਾਊਗਾ, ਪਰ ਟਾਈਮ ਹੋ ਗਿਆ ਰਾਹੁਲ ਗਾਂਧੀ ਜੀ। ਭਾਈ ਈਡੀ ਵਾਲੇ ਜਿੰਨਾ ਵਿਸਥਾਰ 'ਚ ਜਾਣ ਡਿਆ, ਮੈਨੂੰ ਲੱਗਦਾ ਨਹੀਂ ਕਿ ਜਾਨ ਛੇਤੀ ਛੱਡਣਗੇ। ਅਜੇ ਤਾਂ ਸੁਖਨਾ ਬੀਬੀ ਜੀ ਹੋਰਾਂ ਨੇ ਵੀ ਆਉਣਾ। ਦੇਖੋ ਜੇ ਤਾਂ 55 ਕਰੋੜ ਕੀ 5500 ਦਾ ਵੀ ਘਪਲਾ ਕੀਤਾ ਤਾਂ ਕਾਰਵਾਈ ਠੋਕ ਕੇ ਹੋਣੀ ਚਾਹੀਦੀ ਹੈ। ਪਰ ਜਿੱਦਾਂ ਕਾਂਗਰਸੀ ਕਹਿੰਦੇ ਹੁੰਦੇ ਆ ਕਿ ਈਡੀ ਦਾ ਨਾਂ ਲੈ ਕੇ ਸਾਡੇ ਬੰਦਿਆਂ ਨੂੰ ਡਰਾਉਂਦੇ ਆ, ਸਾਡੀ ਪਾਰਟੀ ਨੂੰ ਤੋੜਨ ਦਾ, ਖਦੇੜਨ ਦਾ, ਖਿਲਾਰਨ ਦਾ ਯਤਨ ਕੀਤਾ ਜਾ ਰਿਹਾ, ਜੇ ਉੱਦਾਂ ਦੀ ਮਾੜੀ ਮੋਟੀ ਮਨਸ਼ਾ ਤਾਂ ਫਿਰ ਗਲਤ ਹੈ। ਹੁਣ ਪੰਜਾਬ ਸਰਕਾਰ ਦੀ ਗੱਲ, ਪੰਜਾਬ ਸਰਕਾਰ ਦੀ ਕਾਹਦੀ ਗੱਲ? ਪੰਜਾਬ ਸਰਕਾਰ ਤੇ ਬੱਸਾਂ ਤੇ ਆ ਗਈ। ਕਿੱਦਾਂ? ਮੁੱਖ ਮੰਤਰੀ 2, ਇੱਕ ਦਿੱਲੀ ਵਾਲੇ ਮੁੱਖ ਮੰਤਰੀ ਸਾਹਿਬ, ਇੱਕ ਪੰਜਾਬ ਵਾਲੇ ਮੁੱਖ ਮੰਤਰੀ ਸਾਹਿਬ ਅੱਜ ਜਲੰਧਰ 'ਚ ਕਹਿੰਦੇ ਇਕੱਠੇ ਬੱਸਾਂ, ਕਹਿੰਦੇ ਵੀ ਸਵਾਰੀਆਂ ਚੜ੍ਹਾ ਕੇ ਤੇ ਨਵੀਆਂ ਨਕੂਰ ਪਨ ਬੱਸ ਉੱਤੇ ਲਿਖਿਆ ਪੰਜਾਬ ਰੋਡਵੇਜ਼ ਵਾਲੀਆਂ ਤੇ PRTC ਵਾਲੀਆਂ ਵਿੱਚ ਹੀ ਵੱਖ-ਵੱਖ ਥਾਵਾਂ ਤੋਂ ਇੱਧਰੋਂ ਜਿਹੜੀ ਹਰੀ ਝੰਡੀ ਜਲੰਧਰੋਂ ਇਹਨਾਂ 2 ਮੁੱਖ ਮੰਤਰੀ ਸਾਹਿਬਾਨਾਂ ਨੇ ਵਿਖਾਉਣੀ ਹੈ। ਤੇ ਉਹ ਕਹਿੰਦੇ ਵੀ ਬੱਸ ਤੁਸੀਂ ਦੇਖੋਗੇ ਵੀ ਘੱਟ ਕਿਰਾਇਆ ਤੇ ਪੋਲੀਆਂ ਸੀਟਾਂ, ਗਾਉਂਦੇ ਜਾਣਾ ਤੁਸੀਂ ਏਅਰਪੋਰਟ ਨੂੰ। TV ਲੱਗਾ, ਪੀਣ ਵਾਲਾ ਪਾਣੀ, ਜਾਨੀ ਬਾਹਰ ਲਿਖਿਆ ਹੁੰਦਾ ਨਾ ਵੀਡੀਓ ਕੋਚ, ਪੀਣ ਵਾਲਾ ਪਾਣੀ, ਆਮ ਕਿਰਾਇਆ। ਹੁਣ ਉਹਦੇ ਵਿੱਚ ਦੇਖੋ ਅੱਧਿਓਂ ਘੱਟ ਕਿਰਾਇਆ ਲੱਗਣਾ ਜੇ ਤਾਂ ਬੱਸਾਂ ਦੇ ਟਾਈਮ ਟੇਬਲ ਕਰ ਗਿਆ ਸੂਟ, ਫਿਰ ਤਾਂ ਸੰਧਾਲੀਆ ਸਾਹਿਬ ਵਧੀਆ। ਨਾਲ ਇਹ ਬੱਸਾਂ ਕਿਹੜਾ ਕੱਚੇ ਰਾਹਾਂ ਰਾਹੀਂ ਆਉਣੀਆਂ, ਪਰਮਿਟ ਤੇ ਜਾਣੀਆਂ, ਸਿੱਧੀਆਂ ਆਉਣੀਆਂ ਸ਼ੂਕ ਦੀਆਂ। ਹੁਣ ਇਹਦੇ ਨਾਲ ਤੁਸੀਂ ਇਹ ਦੇਖੋ ਕਿ ਟਰਾਂਸਪੋਰਟ ਮੰਤਰੀ ਸਾਹਿਬ ਵੀ ਉੱਥੇ ਹੋਣਗੇ, ਲਾਲਜੀਤ ਸਿੰਘ ਭੁੱਲਰ। ਜਦੋਂ ਉੱਥੋਂ ਹਰੀ ਝੰਡੀ ਦੇਤੀ ਜਾਣੀ ਹੈ, ਆਨਲਾਈਨ ਬੱਸਾਂ ਦੀ ਬੁਕਿੰਗ ਹੁੰਦੀ ਹੈ, ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਜਾਣਾ ਕਿ 11 ਵਜੇ ਚੱਲਦੀ ਹੈ ਕਿ 2 ਵਜੇ ਚੱਲਦੀ ਹੈ, ਦਿੱਲੀੋਂ ਕਿੰਨੇ ਵਜੇ ਚੱਲਦੀ ਹੈ।
ਇੱਕ ਦੋ ਵਾਰੀਆਂ ਚ ਰੌਲਾ ਰੱਪਾ ਪੈਣਾ ਆ ਕਿ ਦੇਖੋ ਜੀ ਉਹ ਸਮਾਨ ਫਿਰ ਕਿੱਥੇ ਜਾ ਕੇ ਬੱਸ ਰੁਕਦੀ ਹੈ, ਗਾਹਾਂ ਜਾਣ ਦਾ ਕੀ ਪ੍ਰਬੰਧ ਹੈ, 2 ਵਾਰੀ ਰੌਲਾ ਰੱਪਾ ਪੈਣਾ। ਜਦੋਂ ਵੈਸੇ ਵੀ ਮੰਨ ਲਓ ਕਿ ਬੱਸ 'ਚ ਸਵਾਰੀ ਚੜ੍ਹਦੀ ਆ ਨਾ, ਬਹੁਤ ਔਖੇ ਕੋ ਟੇਢਾ ਹੋ ਕੇ ਖੜਾ ਹੁੰਦਾ, 2 ਖੋਹੇ ਲੱਗਦੇ, ਫਿਰ ਸੈੱਟ ਜਾ ਹੋ ਜਾਂਦੇ ਹੁੰਦੇ, ਸਾਰੇ ਆਪੋ ਆਪਣੀ ਥਾਂ ਜੀ ਬਣਾ ਲੈਣੀ, ਭੈਣ ਜੀ ਮੜ ਜਾ ਬੱਚਾ ਗੋਦੀ 'ਚ ਲੈ ਲਓ ਤੁਸੀਂ, ਦੂਜੀ ਭੈਣ ਜੀ ਨੇ ਨਾਲ ਹੋ ਜਾਣਾ, ਇੱਕ ਉਧਰਲੇ ਪਾਸੇ ਉਹਨਾਂ ਨੇ ਮੜ ਜਾ ਜਿਹੜਾ ਮੇਰੇ ਵਰਗਾ ਪਤਲਾ ਉਹਨੂੰ ਖੂੰਜੇ ਜਿਹਾ ਲਾ ਦੇਣਾ, ਤੁਹਾਡੇ ਵਰਗੇ ਮਾੜੇ ਝੋੜੇ ਉਹ ਖੜੇ ਹੋ ਜਾਣਾ। ਇਹ ਐਡਜਸਟਮੈਂਟ ਜੀ ਹੋ ਜਾਣੀ ਹੈ, ਚੰਗੀ ਗੱਲ ਹੈ। ਕੋਈ ਵੀ ਰੁਪਈਆ ਜਿਹੜਾ ਸਰਕਾਰ ਦੇ ਖਜ਼ਾਨੇ 'ਚ ਆਊਗਾ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਖਰਚ ਹੋਵੇ, ਅਸੀਂ ਇਸ ਗੱਲ ਦੀ ਜਿਹੜੀ ਆਸ ਉਮੀਦ ਕਰਦੇ ਹਾਂ। ਚੰਗੀ ਗੱਲ ਆ। ਵੈਸੇ ਇੱਕ ਗੱਲ ਆ ਵੀ ਇਹਦੇ ਵਿੱਚ ਜਿਹੜਾ ਪਹਿਲੇ ਸਮੇਂ 'ਚ ਆਪਾਂ ਦੇਖਦੇ ਰਹੇ, ਇਹ ਤਾਂ ਹੋ ਗਿਆ ਜਿਹੜੀਆਂ 에ਅਰਪੋਰਟ ਨੂੰ ਜਾਣੀਆਂ, ਪਹਿਲੀਆਂ ਸਰਕਾਰਾਂ ਵਿੱਚ ਚਲਾਉਂਦੀਆਂ ਰਹੀਆਂ ਬੱਸਾਂ, ਉਹ ਚਲਾਉਂਦੀਆਂ ਸੀ ਲੋਕਲ, ਜਿਹਾ ਖਾਸ ਕਰਕੇ ਚੰਡੀਗੜ੍ਹ ਨੂੰ ਆਪਾਂ ਆਮ ਦੇਖਿਆ ਵੀ ਹਾਂਜੀ ਫਲਾਨੇ ਥਾਂ ਤੋਂ ਜੀ ਸਿੱਧੀ ਵੀਡੀਓ ਕੋਚ ਬੱਸ ਜਾਂਦੀ ਹੈ। ਹੁਣ ਪਤਾ ਨਹੀਂ ਅੱਗੇ ਵੀ ਸਵਾਲ ਸਮਝੋਂ ਬਾਹਰ ਹੁੰਦਾ ਵੀ ਜਿਹੜੀ ਤੇ ਆ ਕਿਸੇ ਪ੍ਰਾਈਵੇਟ ਕੰਪਨੀ ਦੀ ਬੱਸ, ਉਹ ਤੇ ਭਾਵੇਂ ਅੱਜ ਪਈ ਆ ਤੇ ਭਾਵੇਂ 5 ਸਾਲ ਬਾਅਦ ਵੇਖ ਲਓ ਉਦਾਂ ਹੀ ਚਮਕਦੀ ਆ, ਰੰਗ ਰੋਗਨ, ਟਾਇਰ ਨਵੇਂ, ਪਾਂਪੂ ਸਾਰਾ ਕੁਝ ਲਿਖਿਆ ਮਿਲੇਗਾ ਮੁਕੱਦਰ ਟਾਇਰਾਂ ਤੇ, ਹੈ ਨਾ। ਇਹ ਪਤਾ ਨਹੀਂ ਵੀ ਕੀ ਗੱਲ, ਜਾਂ ਤਾਂ ਸਰਕਾਰੀ ਲੋਹਾ ਹੀ ਉਦਾਂ ਦਾ ਵੀ 6 ਮਹੀਨਿਆਂ ਬਾਅਦ ਉਹੀ ਚੰਗੀ ਭਲੀ। ਵੋਲਵੋ ਵਾਲਿਆਂ ਨੂੰ ਮੇਰੇ ਖਿਆਲ ਸ਼ਰਮ ਆ ਜਾਂਦੇ ਹੋਣੇ ਵੀ ਯਾਰ ਇਹ ਸਾਡੇ ਵਾਲੇ ਲਈ ਫਿਰਦੇ। ਮਰਸਡੀਜ਼ ਬੈਂਜ਼ ਲਿਖਿਆ ਜ਼ਰੂਰ ਹੁੰਦਾ, ਪਰ ਮਰਸਡੀਜ਼ ਬੈਂਜ਼ ਦਾ ਜਿਸ ਹਿਸਾਬ ਨਾਲ ਉਹ ਕਮਾਨੀਆਂ ਜਾਂ ਟੇਢੀਆਂ ਕੀਤੀਆਂ ਹੁੰਦੀਆਂ ਤੇ ਧੂਆਂ ਉਹ ਟਰੱਕ ਨਾਲੋਂ ਜ਼ਿਆਦਾ ਕਾਲਾ ਮਾਰਦੀ ਹੁੰਦੀ, ਉਹ ਥੋੜ੍ਹਾ ਜਿਹਾ ਜ਼ਰੂਰ ਵਿਖਾ ਲੈਣ ਵੀ ਭਾਈ ਐਸਾ ਕਿਹੜਾ ਨਾੜੂ ਦਾ ਢਿੱਲਾ ਇੱਥੇ ਆ ਕੇ ਹੋ ਜਾਂਦਾ, ਜਾਂ ਫਿਰ ਉਹ ਕਰ ਹੀ ਦਿੱਤਾ ਜਾਂਦਾ ਵੀ ਜਾਂ ਕੋਈ ਨਹੀਂ ਯਾਰ ਇਹ ਠੀਕ ਜੇ ਚੱਲਣੀ ਚਾਹੀਦੀ, ਬਹੁਤੀ ਵੀ ਨਾ ਚੱਲੇ। ਜਿਹੜੀ ਨਾ 2 ਸਾਲਾਂ ਦੇ ਵਿੱਚ 2 ਕਿਸ਼ਤਾਂ ਨਹੀਂ ਦਿੱਤੀਆਂ ਹੁੰਦੀਆਂ, ਜਿਹੜੇ ਫੱਟੀ ਦੇ ਉੱਤੇ ਲਿਖਿਆ ਹੁੰਦਾ ਇਹ ਇਸ ਬੈਂਕ ਦੇ ਕਰਜ਼ ਦੇ ਸਹਿਯੋਗ ਦੇ ਨਾਲ ਬੱਸ ਪਾਈ ਗਈ ਹੈ, ਉਹ ਵੀ ਉਖੜ ਜਾਂਦੀ ਹੈ। ਆਹੋ, ਇਹ ਵੀ ਨਹੀਂ ਪਤਾ ਲੱਗਦਾ ਕਿ ਮੈਨੇਜਰ ਸਾਹਿਬ ਨੂੰ ਸ਼ਰਮ ਆਉਂਦੀ ਵੀ ਯਾਰ ਇਹ ਸਾਡੀ ਬੈਂਕ ਨਹੀਂ ਇਹਨਾਂ ਨੂੰ ਕਰਜ਼ਾ ਦਿੱਤਾ। ਮਤਲਬ ਇਹ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਹੁਣ ਜੇ ਨਵੀਂ ਸਰਕਾਰ ਆਈ, ਉਹ ਕਹਿੰਦੇ ਅਸੀਂ ਬਦਲਾਅ ਲਿਆਉਣਾ, ਤੇ ਘੱਟੋ ਘੱਟ ਇਸ ਚੀਜ਼ 'ਚ ਵੀ ਬਦਲਾਅ ਲੈ ਆਓ ਵੀ ਜੇ ਬਾਕੀ ਦੇ ਹੱਥ 'ਚ ਚਲੇ ਜਾਣ, ਕਹਿੰਦਾ ਵੀ ਜਵਾਕ ਯਾਰ ਸਾਡੇ ਵਾਲਾ 15 ਮਿੰਟਾਂ 'ਚ ਤੋੜ ਦਿੰਦਾ, ਜਿਹੜਾ ਮਰਜ਼ੀ ਇਹਨੂੰ ਦੇ ਦਿਓ ਤੁਸੀਂ ਖਿਡੌਣਾ ਲੈ ਕੇ। ਆਹ ਦੇਖ ਲਾ ਫਲਾਨਿਆਂ ਦਾ 2 ਸਾਲ ਹੋ ਗਏ ਅਜੇ ਤੱਕ ਉਹ ਗੋਲ ਗੁੱਲੂ ਜਿਹਾ ਲੈ ਕੇ ਦਿੱਤਾ, ਉਹਦੇ ਨਾਲ ਖੇਡੀ ਜਾਂਦਾ ਨਹੀਂ ਦਾ, ਉਹਦੇ ਕਦੀ ਉਹ ਚੁੰਡੀਆਂ ਜਿਹੀਆਂ ਕਰ ਲਈਆਂ, ਕਦੀ ਉਹਨੂੰ ਵਾਹ ਲਿਆ, ਕਦੀ ਨਵਾ ਲਿਆ, ਤੇ ਸਾਡੇ ਵਾਲੇ ਨੂੰ ਤੁਸੀਂ ਆ ਕਹਿੰਦੇ ਆ ਰੈਬਟ ਜਿਹਾ ਦੇ ਹੁਣੇ ਦੀ ਅੱਖ ਕੱਢ ਦੂਗੇ। ਉਹ ਜਿਹੜਾ ਕੰਮ ਹੈ ਉਹ ਜ਼ਰੂਰ ਚੈੱਕ ਕਰ ਲਿਆ ਜਾਵੇ। ਆਪਣੇ ਨਿਆਣੇ ਤਾਂ ਕਹਿੰਦੇ ਹੁੰਦੇ ਕਿ ਖਿਡੌਣੇ ਤਾਂ ਖੋਲ ਕੇ ਦੇਖਣਾ, ਸਭ ਤੋਂ ਪਹਿਲਾਂ ਖੋਲ ਕੇ ਦੇਖਣਾ, ਚਲਾ ਕੇ ਨਹੀਂ ਦੇਖਣਾ ਵੀ ਇਹਦੇ ਅੰਦਰ ਕੀ ਆ, ਅੰਦਰ ਐਸੀ ਕੀ ਸ਼ੈ ਆ ਵੀ ਇਹ ਤੁਰਦਾ ਕਿੱਦਾਂ। ਇਹਦੇ ਤੋਂ ਇਲਾਵਾ ਸੰਧਾਲੀਆ ਸਾਹਿਬ ਬੜੀ ਇੱਕ ਚਰਚਾ ਰਹੀ ਆ, ਮੈਨੂੰ ਲੱਗਦਾ ਕਿ ਪਿਛਲੇ 25-30 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਪਲੈਨਿੰਗ ਬੋਰਡ, ਯੋਜਨਾ ਬੋਰਡ ਬਣੇ ਆ ਸੂਬਾ ਪੱਧਰ ਤੇ, ਇੱਕ ਤਾਂ ਹੁੰਦੇ ਜ਼ਿਲ੍ਹਿਆਂ ਦੇ ਪਲੈਨਿੰਗ ਬੋਰਡ ਦੇ, ਇਹ ਕੌਣ ਜੀ, ਇਹ ਪਲੈਨਿੰਗ ਬੋਰਡ ਦੇ ਮੁਖੀ ਨੇ ਜ਼ਿਲ੍ਹੇ ਦੇ, ਬੜੀ ਟੌਰ ਹੁੰਦੀ ਉਹਨਾਂ ਦੀ, ਕਹਿੰਦੇ ਹਾਂਜੀ ਸਤਿ ਸ਼੍ਰੀ ਅਕਾਲ। ਇੱਕ ਵਾਰ ਸੂਬੇ ਦਾ ਪਲੈਨਿੰਗ ਬੋਰਡ ਹੁੰਦਾ ਜਿਹਦੇ ਵਿੱਚੋਂ ਕੈਬਨਿਟ ਰੈਂਕ ਵੀ ਦੇ ਦਿੱਤਾ ਜਾਂਦਾ। ਬੀਬੀ ਰਜਿੰਦਰ ਕੌਰ ਭੱਠਲ ਇਲੈਕਸ਼ਨ ਹਰ ਗਿਆ ਸੀ ਲਹਿਰਾ ਗਾਗਾ ਤੋਂ, ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੇ ਹਰਾਏ, ਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਐਡਜਸਟ ਕਰਨਾ ਸੀ, ਘਰ ਵੀ ਦੇ ਕੇ ਰੱਖਣਾ ਸੀ, ਤੇ ਉਹਨਾਂ ਨੂੰ ਫਿਰ ਪਲੈਨਿੰਗ ਬੋਰਡ ਦਾ ਉਪ ਚੇਅਰਪਰਸਨ ਬਣਾਤਾ, ਸਰਕਾਰੀ ਘਰ ਦੇ ਦਿੱਤਾ, ਕੈਬਨਿਟ ਰੈਂਕ ਦੇ ਦਿੱਤਾ। ਮੈਂ ਕਹਿੰਦਾ ਕਿ ਬੀਬੀ ਜੀ ਡਿਜ਼ਰਵ ਕਰਦੇ ਸੀ, ਮੁੱਖ ਮੰਤਰੀ ਰਹੇ, ਉਪ ਮੁੱਖ ਮੰਤਰੀ ਰਹੇ, ਕੈਬਨਿਟ ਮੰਤਰੀ ਰਹੇ, ਕਾਂਗਰਸ ਪਾਰਟੀ ਦੇ ਵਿੱਚ ਕਿਹੜਾ ਅਹੁਦਾ ਜਿਹੜਾ ਉਹਨਾਂ ਨੇ ਸਾਂਭਿਆ ਨਹੀਂ, ਸਾਰੇ ਅਹੁਦਿਆਂ ਤੇ ਰਹੇ। ਉਹ ਰਹੇ ਤਾਂ ਫਿਰ ਜੇ ਉਹਨਾਂ ਨੂੰ ਯੋਜਨਾ ਬੋਰਡ ਦਾ ਉਪ ਚੇਅਰਪਰਸਨ ਬਣਾਇਆ ਤਾਂ ਕੋਈ ਮਾੜੀ ਗੱਲ ਤਾਂ ਨਹੀਂ ਹੋਣੀ, ਪਰ ਮੈਨੂੰ ਲੱਗਦਾ ਕਿ 4.5 ਸਾਲ 5 ਸਾਲ ਦਾ ਵੇਰਵਾ ਕੱਢਣਾ ਚਾਹੀਦਾ ਮੌਜੂਦਾ ਸਰਕਾਰ ਨੂੰ ਕਿ ਪਲੈਨਿੰਗ ਬੋਰਡ ਦੀਆਂ ਕਿੰਨੀਆਂ ਮੀਟਿੰਗਾਂ ਹੋਈਆਂ, ਉਹਦੇ ਵਿੱਚ ਕਿਹੜੀ ਕਿਹੜੀ ਪਲੈਨਿੰਗ ਬਣੀ, ਉਹ ਪਲੈਨਿੰਗ ਕਿੰਨੀ ਕੁ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੋਈ, ਉਹ ਪਲੈਨਿੰਗ ਪਿਛਲੀ ਨੀਤੀ ਦੇ ਨਾਲੋਂ ਕਿੰਨੀ ਕੁ ਵੱਖਰੀ ਸੀ, ਉਹਦਾ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਇਆ। ਪਿੱਛੇ ਅਕਾਲੀਆਂ ਦੀ 10 ਸਾਲ ਦੀ ਸਰਕਾਰ ਰਹੀ ਹੈ, ਉਹਦੇ ਵਿੱਚ ਵੀ ਪਲੈਨਿੰਗ ਬੋਰਡ ਦਾ ਜਿਹੜਾ ਮੁਖੀ ਉਪ ਮੁਖੀ ਰਿਹਾ ਉਹਦਾ ਵੀ, ਉਹਦੇ ਤੋਂ ਪਹਿਲਾਂ ਕੈਪਟਨ ਸਾਹਿਬ, ਫਿਰ ਸਾਰਾ ਇਸ ਕਰਕੇ ਕਿ ਪਤਾ ਲੱਗੇ ਕਿ ਖਰਚ ਕਿੰਨਾ ਹੁੰਦਾ, ਕਿਤੇ ਉਹਦੇ ਚਿੱਟੇ ਹੱਥੀ ਤਾਂ ਨਹੀਂ, ਕਿਤੇ ਕੈਬਨਿਟ ਰੈਂਕ ਹੀ ਤਾਂ ਨਹੀਂ ਇਕੱਲੇ। ਚਲੋ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਬਣੇ, ਉਹਨਾਂ ਨੇ ਯੋਜਨਾ ਬੋਰਡ ਭੰਗ ਕਰ ਦਿੱਤਾ ਤੇ ਹੁਣ ਨਵਾਂ ਬਣਾਤਾ। ਉਹ ਕਹਿੰਦੇ ਜੇ ਇਹਦਾ ਨਾਂ ਹੋਊਗਾ ਇਕਨੋਮਿਕ ਪਾਲਿਸੀ ਯਾਨੀ ਕਿ ਵਿੱਤੀ ਯੋਜਨਾ, ਤੇ ਅਗਲਾ ਯੋਜਨਾ ਬੋਰਡ ਜਿਹੜਾ ਪਹਿਲਾਂ ਹੀ ਪਲੈਨਿੰਗ ਬੋਰਡ ਹੋ ਗਿਆ। ਹੁਣ ਉਹਦੇ ਵਿੱਚ ਉਹ ਕਹਿੰਦੇ ਜੀ ਸਟਰਕਚਰ ਥੋੜਾ ਜਿਹਾ ਚੇਂਜ ਕਰਨਾ ਹੈ, ਮੁੱਖ ਮੰਤਰੀ ਹੋਰੀ ਉਹਦੇ ਹੈੱਡ ਹੋਣਗੇ, ਉਪ ਮੁਖੀ ਉਹਦੇ ਵਿੱਤ ਮੰਤਰੀ ਸਾਹਿਬ ਹੋਣਗੇ, ਇਹਦੇ ਤੋਂ ਇਲਾਵਾ ਜਿੰਨੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਤੇ ਜਿੰਨੇ ਕੈਬਨਿਟ ਮਿਨਿਸਟਰ ਨੇ ਪੰਜਾਬ ਦੇ ਉਹ ਸਾਰੇ ਮੈਂਬਰ ਹੋਣਗੇ, ਤੇ ਇਹਦੇ ਤੋਂ ਇਲਾਵਾ ਜਿੱਦਾਂ ਵਿੱਤ ਮੰਤਰੀ ਸਾਹਿਬ ਨੂੰ ਉਪ ਚੇਅਰਪਰਸਨ ਬਣਾਉਣਾ, ਇਦਾਂ ਹੀ 3 ਬੰਦੇ ਜਿਹੜੇ ਵੱਖ-ਵੱਖ ਖੇਤਰਾਂ ਦੇ ਮਾਹਿਰ ਹੋਣਗੇ, ਐਕਸਪਰਟ ਹੋਣਗੇ, ਗੈਰ ਸਰਕਾਰੀ ਹੋਣਗੇ, ਉਹਨਾਂ ਨੂੰ ਵੀ ਉਪ ਚੇਅਰਪਰਸਨ ਬਣਾਉਣਾ। ਕਹਿੰਦੇ ਨਰੋਲ ਸਲਾਹਕਾਰ ਬਾਡੀ ਹੋਊਗੀ। ਸੰਧਾਲੀਆ ਸਾਹਿਬ ਉਹ ਜਿਹੜੇ 3 ਬੰਦੇ ਪਾਉਣੇ ਆ, ਉਹਨਾਂ ਦੀ ਚੋਣ ਕੌਣ ਕਰੂਗਾ, ਉਹ ਕਿੰਨੇ ਕੁ ਸੁਹਿਰਦ ਹੋਣਗੇ, ਕਿਉਂਕਿ ਇਹ ਕਹਿੰਦੇ ਆ ਜੀ ਸੂਬੇ ਦੇ ਸਿਰ ਕਰਜ਼ਾ ਬੜਾ, ਰੁਪਈਏ ਥੋੜੇ ਆ, ਵੀ ਅਸੀਂ ਪਲੈਨਿੰਗ ਜ਼ਰੂਰ ਬਣਾਉਣੀ ਹੈ ਕਿ ਰੁਪਈਏ ਕਿੱਥੇ ਖਰਚ ਹੋਣ ਜਾਂ ਕਿੱਦਾਂ। ਦੇਖੋ ਪਿਛਲੀਆਂ ਸਰਕਾਰਾਂ ਦੇ ਵੇਲੇ ਕਾਰਗੁਜ਼ਾਰੀ ਕਿੱਦਾਂ ਦੀ ਰਹੀ ਹੈ, ਲੋਕਾਂ ਦੇ ਸਾਹਮਣੇ ਰੱਖਣੀ ਚਾਹੀਦੀ, ਕਿੰਨੀਆਂ ਮੀਟਿੰਗਾਂ ਹੋਈਆਂ, ਕਿੰਨਾ ਖਰਚ ਹੋਇਆ ਤੇ ਨਵੀਂ ਨੀਤੀ ਕਿਹੜੀ ਸੀ। ਇਹਨਾਂ ਦਾ ਵੀ ਇਦਾਂ ਹੀ ਹੈ
6 ਮਹੀਨਿਆਂ ਬਾਅਦ ਅਸੀਂ ਤੁਹਾਡੇ ਤੋਂ ਵੀ ਪੁੱਛਣਾ ਕਿ ਤੁਸੀਂ ਕਿਹੜੇ 3 ਮਾਹਿਰ ਲਾਏ ਸੀ ਬਈ, ਉਹਨਾਂ ਮਾਹਿਰਾਂ ਦੀ ਤੁਸੀਂ ਕਿੰਨੀ ਕੁ ਮੰਨੀ ਆ ਬਈ। ਆਮ ਤੌਰ ਦੇ ਉੱਤੇ ਡਾਕਟਰ ਸਰਦਾਰਾ ਸਿੰਘ ਜੌਹਲ ਦੀ ਸਲਾਹ ਲੈ ਲੈਂਦੇ ਹੁੰਦੇ ਆ, ਜਦੋਂ ਸਲਾਹ ਲੈ ਲੈਣੀ ਉਸ ਤੋਂ ਬਾਅਦ ਸਰਕਾਰ ਬਣ ਜਾਣੀ, ਅੱਛਾ ਕਹਿਣਾ ਸਲਾਹ ਆਪਣੀ ਫਿਰ ਕੋਲ ਹੀ ਰੱਖੋ, ਉਹਨਾਂ ਨੂੰ ਉਹ ਵਰਕਾ ਜਿਹੜੇ ਚਿੱਠੀ 'ਚ ਪਾ ਕੇ ਮੋੜ ਦਿਓ ਕਿ ਭਾਈ ਤੁਹਾਡੀ ਸਲਾਹ ਸਿਆਸੀ ਤੌਰ ਦੇ ਉੱਤੇ ਸਾਡੇ ਮਾਫਕ ਨਹੀਂ ਹੈ। ਹੁਣ ਯੋਜਨਾ ਬੋਰਡ ਪਾਈ ਜੇ ਤਾਂ ਰਸਮੀ ਬਣਾਉਣਾ ਹੈ, ਬੰਦੇ ਐਡਜਸਟ ਕਰਨ ਨੂੰ ਬਣਾਉ ਰਹਿਣ ਦਿਓ, ਖਰਚ ਹੀ ਹੋਣਾ ਹੈ। ਹਾਂ ਜੇ ਚੰਗੇ ਤਰੀਕੇ ਕੰਮ ਕਰਨਾ, ਪੰਜਾਬ ਨੂੰ ਵਿੱਤੀ ਤੌਰ ਦੇ ਉੱਤੇ ਪੈਰਾਂ ਸਿਰ ਕਰਨ ਨੂੰ ਕੰਮ ਕਰਨਾ, ਫਿਰ ਜਿਹੜਾ ਪਰਸਨ ਬਣਾਉਣਾ ਭਾਵੇਂ ਕੱਲ ਬਣਾਓ। ਚੰਗੀ ਗੱਲ ਹੈ, ਪਰ ਦੇਖੋ ਕਾਰਨ ਆ ਵੀ ਤੁਸੀਂ ਜਿੱਦਾਂ ਪੁੱਛਣਾ ਸਾਨੂੰ ਹਿਸਾਬ ਦਿਓ ਯੋਜਨਾ ਕਿਹੜੀ ਬਣਾਈ। ਹੁਣ ਜੇ ਅਗਲਿਆਂ ਨੇ ਯੋਜਨਾ ਬਣਾਈ ਤੇ ਕੋਈ ਯੋਜਨਾ ਦੇ ਵਿੱਚ ਖੱਟਿਆ ਹੀ ਹੈ। ਹੁਣ ਜੋ ਯੋਜਨਾਵਾਂ ਤੁਹਾਨੂੰ ਆਮ ਲੋਕਾਂ ਨੂੰ ਦੱਸ ਦਿੱਤੀਆਂ ਜਾਣ ਤੇ ਫਿਰ ਤਾਂ ਤੁਸੀਂ ਵੀ ਕੋਈ ਨਾ ਕੋਈ ਯੋਜਨਾ ਬਣਾ ਲਓਗੇ। ਇਸ ਕਰਕੇ ਯੋਜਨਾਵਾਂ ਤੱਕ ਹੀ ਸੀਮਿਤ ਰਹਿੰਦੀਆਂ ਨੇ, ਤਾਂ ਜੋ ਉਸ ਯੋਜਨਾ ਦੇ ਤਹਿਤ ਕੁਰਸੀ ਦੇ ਉੱਪਰ ਬੈਠਣਾ, ਫਿਰ ਉਸ ਤੋਂ ਬਾਅਦ ਐਡਜਸਟ ਹੋਣਾ, ਫਿਰ ਥੋੜ੍ਹਾ ਜਿਹਾ ਥਾਂ ਛੱਡ ਕੇ ਤੇ ਅਗਲੇ ਨੂੰ ਐਡਜਸਟ ਕਰ ਲੈਣਾ, ਉਹ ਕੰਮ ਚੱਲਦਾ ਰਿਹਾ। ਇੱਕ ਇਹ ਵੀ ਹੈ ਨਾ ਕਿ ਯੋਜਨਾ ਬੋਰਡ ਦੇ ਵਿੱਚ ਰਹਿੰਦੇ ਆ ਕਿਹੜੀਆਂ ਯੋਜਨਾਵਾਂ ਬਣਾਈਆਂ ਗਈਆਂ ਉਹ ਲੋਕਾਂ ਨੂੰ ਕਿਵੇਂ ਦੱਸਣੀਆਂ, ਉਹਦੇ ਲਈ ਇੱਕ ਯੋਜਨਾ ਬਣਾਉਣੀ ਹੈ ਤੇ ਉਹਦੇ ਲਈ ਇੱਕ ਪਹਿਲਾਂ ਬੋਰਡ ਬਣਾ ਦਈਏ। ਚਲੋ ਖੈਰ, ਹੁਣ ਇਹ ਹੋਣ ਵਾਲੀ ਸਰਕਾਰ ਕਹਿੰਦੀ ਵੀ ਅਸੀਂ ਸਟਰਕਚਰ ਬਦਲਿਆ, ਅਸੀਂ ਕੁਝ ਨਵਾਂ ਕਰਨਾ, ਜਿੱਦਣ ਇਹ ਕਰ ਲੈਣਗੇ ਆਪਾਂ ਉਹਨਾਂ ਦੀ ਗੱਲ ਵੀ ਕਰ ਲਾਂਗੇ। ਪਰ ਇੱਕ ਗ੍ਰਾਮ ਸਭਾ ਦੀ ਗੱਲ ਆਪਾਂ ਕਰ ਲਈਏ, ਕਿਉਂਕਿ ਵਾਹਵਾ ਚਿਰ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਪਾਸੋਂ ਗੱਲ ਚੱਲੀ ਸੀ, ਉਦੋਂ MP ਹੁੰਦੇ ਸੀ ਭਗਵੰਤ ਮਾਨ ਹੋਰੀ, ਉਦੋਂ ਚਰਚਾ ਚਲਾਈ, ਫਿਰ ਹੌਲੀ ਹੌਲੀ ਗ੍ਰਾਮ ਸਭਾ ਦੀ ਗੱਲ ਚੱਲੀ। ਹੁਣ ਵਾਲੇ ਮੰਤਰੀ ਧਾਲੀਵਾਲ ਸਾਹਿਬ ਨੇ ਕਿਹਾ ਵੀ ਗ੍ਰਾਮ ਸਭਾਵਾਂ ਆਪਾਂ ਕਰਨੀਆਂ। ਹੁਣ ਜਿਹੜਾ ਉਹਨਾਂ ਨੇ ਵੱਖ-ਵੱਖ ਸਮਾਗਮ ਰੱਖੇ, ਉਹਨਾਂ ਸਮਾਗਮਾਂ ਦੀ ਸ਼ਲਾਘਾ ਵੀ ਹੋ ਰਹੀ ਆ, ਤੇ ਉਹ ਕਹਿੰਦੇ ਆ ਕਿ ਵੀ ਬਹੁਤ ਸਾਰੇ ਲੋਕਾਂ ਨੂੰ ਪਹਿਲੀ ਵਾਰ ਪਤਾ ਲੱਗਾ, ਅੱਛਾ ਯਾਰ ਐਂ ਵੀ ਹੁੰਦਾ ਵੀ ਇਹਦਾ ਵੀ ਆ ਕੋਈ ਨਵੀਂ ਗੱਲ ਕੱਢੀ ਇਹ ਵੀ ਹੋਣ ਵਾਲਿਆਂ ਨੇ ਹੈ। ਉਹ ਜੂਗ ਲਾਗ ਉਹ ਨਹੀਂ ਨਵੀਂ ਕੋਈ ਨਹੀਂ ਹੈਗੀ, ਪਹਿਲਾਂ ਤੋਂ ਤਾਂ ਪੁਰਾਣਾ ਚੱਲਦਾ ਹੁੰਦਾ, ਕੋਈ ਪੁੱਛਦਾ ਨਹੀਂ ਆਪਾਂ ਨੂੰ, ਅੱਛਾ ਇਹ ਫਿਰ ਸਾਡੇ ਵਾਲੇ ਫਿਰ ਜਿਹੜੇ ਸੈਕਟਰੀ ਸਾਹਿਬ ਇਹਨਾਂ ਕਦੀ ਨਾਂ ਹੀ ਨਹੀਂ ਲਿਆ ਇੱਦਾਂ ਦਾ। ਹੁਣ ਕਹਿੰਦੇ ਆ ਵੀ ਉਹ ਗੱਲਾਂ ਚੱਲੀਆਂ, ਲੋਕ ਹੁਣ ਉਹਨੂੰ ਐਪਰੀਸ਼ੀਏਟ ਕਰ ਰਹੇ, ਪਰ ਜਿੱਦਣ ਅਸਲ ਦੇ ਵਿੱਚ ਗ੍ਰਾਮ ਸਭਾਵਾਂ ਹੋਣਗੀਆਂ ਤੇ ਲੋਕ ਉਹਦੇ 'ਚ ਪਾਰਟੀਸਪੇਟ ਕਰਨਗੇ, ਫਿਰ ਉਹਦੇ 'ਚੋਂ ਫੈਸਲੇ ਕਿੱਦਾਂ ਦੇ ਸਾਹਮਣੇ ਆਉਂਦੇ, ਮੇਰੇ ਖਿਆਲ ਨਾਲ ਉਦੋਂ ਅਸਲ ਦੇ ਵਿੱਚ ਹੋ ਸਕਦਾ ਵੀ ਕੋਈ ਨਾ ਕੋਈ ਚੇਂਜ ਹੋਵੇ। ਸੰਧਾਲੀਆ ਸਾਹਿਬ, ਕੰਮ ਕਰਦੇ ਦਿਨ ਨੇ, ਵੈਸੇ ਗਰਮੀ ਵੀ ਬੜੀ ਹੈ, ਪਰ ਅਸੀਂ ਉਮੀਦ ਕਰਦੇ ਹਾਂ ਕਿ ਵੱਖ-ਵੱਖ ਪਿੰਡਾਂ ਦੇ ਲੋਕ ਜਿੱਥੇ ਕਿਤੇ ਵੀ, ਦੇਖੋ ਇਹ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਦਾ ਉਦਮ ਚੰਗਾ, ਜਿਹੜਾ ਚੰਗਾ ਉਹਨੂੰ ਕਹਿਣਾ ਪਊਗਾ, ਨਹੀਂ ਤਾਂ ਅੱਜ ਤੱਕ ਗ੍ਰਾਮ ਸਭਾਵਾਂ ਦੇ ਲਈ ਮਾਡਲ ਜਾਂ ਸੈਮੀਨਾਰ ਕਿੱਥੇ ਹੋਏ, ਕਦੇ ਨਹੀਂ ਹੋਏ। ਇਹ ਕਰਨ ਲੱਗੇ ਆ ਤਾਂ ਬਹੁਤ ਸੋਹਣਾ। ਇਹਦੇ ਵਿੱਚ ਨਾ ਸਰਪੰਚ ਦਾ ਫਾਇਦਾ, ਨਾ ਮੈਂਬਰ ਪੰਚਾਇਤ ਦਾ ਫਾਇਦਾ, ਨਾ ਸੈਕਟਰੀ ਦਾ, ਇਹਦੇ ਵਿੱਚ ਆਮ ਲੋਕਾਂ ਦਾ ਫਾਇਦਾ ਕਿ ਤੁਹਾਨੂੰ ਆਪਣੀਆਂ ਸ਼ਕਤੀਆਂ ਪਤਾ ਲੱਗਣਗੀਆਂ। ਜੇ ਸੈਮੀਨਾਰ ਕਿਤੇ ਹੁੰਦੇ ਆ ਤੇ ਉੱਥੇ ਜਾਓ, ਉੱਥੇ ਜਾ ਕੇ ਤੁਹਾਨੂੰ ਪਤਾ ਲੱਗੂ। ਦੂਸਰਾ, ਕਿਸੇ ਦੇ ਗਲ ਪੈਣ ਦੀ ਲੋੜ ਨਹੀਂ। ਜੇ ਤੁਹਾਨੂੰ ਲੱਗਦਾ ਨਾ ਕੋਈ ਨਵੀਂ ਯੋਜਨਾ, ਨਾ ਤੁਸੀਂ ਆਪਦੇ ਪਿੰਡ ਦਾ ਪੰਚਾਇਤੀ ਰਜਿਸਟਰ ਕਿਸੇ ਤਰੀਕੇ ਸ਼ਾਂਤੀ ਨਾਲ ਜੇ ਦੇਖ ਲਓ, ਹੋ ਸਕਦਾ ਉਹਦੇ ਵਿੱਚ ਵੀ ਗ੍ਰਾਮ ਸਭਾਵਾਂ ਦੇ ਇਜਲਾਸ ਹੋਏ ਹੁਣ, ਤੇ ਹੋ ਸਕਦਾ ਤੁਹਾਡੇ ਸਾਈਨ ਵੀ ਹੋਏ ਹੋਣ ਉੱਤੇ, ਤਾਂ ਤੁਸੀਂ ਹੋਵੋ ਨਾ। ਹਾਂ, ਆਮ ਹੀ ਪੈ ਜਾਂਦੇ ਹੁੰਦੇ ਆ। ਵੈਸੇ ਬੰਦਾ ਪੁੱਛ, ਯਾਰ ਆ ਨਛੱਤਰ ਸਿੰਘ ਕਿਹੜਾ ਯਾਰ ਮੈਂਬਰ, ਤੇ ਮੈਂ ਆ, ਉਹ ਕਹਿੰਦਾ ਯਾਰ ਨਛੱਤਰ ਸਿੰਘ ਤੇਰਾ ਹੀ ਸੀ ਯਾਰ, ਉਦੋਂ ਅੰਗੂਠਾ ਲਾ ਲਈਦਾ। ਉਹ ਸੈਕਟਰੀ ਸਾਹਿਬ ਮਾੜਿਆ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਪਾ ਲਈਦਾ ਹੁੰਦਾ ਗੱਲ, ਜਾਨੀ 2 ਇਜਲਾਸ ਹੋਏ ਹੋਣੇ ਆ, ਕੋਰਮ ਜਿਹਾ ਪੂਰਾ ਕੀਤਾ ਹੋਣਾ। ਤੇ ਐਤਕੀ ਮੈਨੂੰ ਲੱਗਦਾ ਕਿ ਇਹ ਲੋਕਤੰਤਰ ਦੇ ਲਈ ਸੰਧਾਲੀਆ ਸਭ ਜ਼ਰੂਰੀ ਹੈ। ਉਹਨਾਂ ਨੇ ਆਪਦੀ ਡਿਊਟੀ ਨਿਭਾਤੀ ਹੈ, ਲੋਕ ਆਪਣੀ ਡਿਊਟੀ ਨਿਭਾਉਣ। ਇੱਕੋ ਹੀ ਦਿਨ ਆ, ਇੱਕ ਦਿਨ ਲਾ ਦਿਓ ਯਾਰ, ਪਿੰਡ ਦੇ ਲੇਖੇ ਗੱਲ ਕਿਹੜੀ ਆ। ਨਹੀਂ, ਇਹਦੇ ਨਾਲ ਸਭ ਤੋਂ ਵੱਡੀ ਚੀਜ਼ ਜਿਹੜੀ ਹੋਣੀ ਹੈ ਨਾ, ਜਿਹਦੀ ਘਾਟ ਹੈ ਪਿੰਡਾਂ 'ਚ, ਉਹ ਆ ਏਕਾ ਜੀ। ਘੱਟੋ ਘੱਟ ਏਕਾ ਤੇ ਹੋਊਗਾ ਨਾ, ਮਿਲ ਕੇ ਆਪਾਂ ਬਵਾਂਗੇ, ਉਹ ਜਾਣੇ ਪਤਾ ਲੱਗੂਗਾ। ਕਿਸੇ ਵੇਲੇ ਗੱਲ ਕਰਨੋਂ ਹੀ ਰਹਿ ਜਾਂਦੀ ਹੁੰਦੀ ਯਾਰ, ਵੀ ਆਪਾਂ ਤਾਂ ਚੱਲ ਕਰਦੇ ਹਾਂ, ਉਹ ਫਿਰ ਨੰਬਰਦਾਰ ਹੋਣਾ ਨੇ ਨਹੀਂ ਆਪਣੀ ਮੰਨਣੀ ਹੁੰਦੀ, ਫਿਰ ਤਾਂ ਕਰਕੇ ਅਸੀਂ ਗੱਲ ਕਰੀ ਦੇਣੀ। ਤੇ ਜਦੋਂ ਉੱਥੇ ਬੈਠੇ ਹੋਈ, ਹੋ ਸਕਦਾ ਨੰਬਰਦਾਰ ਹੋਣੀ ਪਹਿਲਾਂ ਹੀ ਇਹ ਗੱਲ ਕਰਦੇ ਯਾਰ ਮੈਂ ਤੇ ਆਪ ਕਹਿਣਾ ਵੀ ਕਰੀਏ ਇਦਾਂ। ਸੋ ਮੈਨੂੰ ਲੱਗਦਾ ਵੀ ਏਕੇ ਦੇ ਲਈ ਵਧੀਆ ਗੱਲ ਆ। ਬਾਕੀ ਹੁਣ ਜਦੋਂ ਇਹ ਪ੍ਰੈਕਟੀਕਲੀ ਹੋਊਗਾ ਸਾਰਾ ਕੁਝ, ਫਿਰ ਆਪਾਂ ਉਹਦੀ ਰਿਪੋਰਟ ਵੀ ਕਰ ਲਾਂਗੇ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।